हाँ जी, गुड इवनिंग जी साਰਿਆਂ ਨੂੰ। मेरी आवाज आ रही है जी? इवनिंग सर, गुड इवनिंग जी। गुड आ रही सर, आ इवनिंग। रही गुड इवनिंग। आ रही सर। ਅਸੀਂ ਪੜ੍ਹ ਰਹੇ ਸੀ ਸਵੇਰੇ ਨੈਸ਼ਨਲ ਐਗਜ਼ਾਮੀਨੇਸ਼ਨ ਪੇਪਰ ਨੰਬਰ 5 ਇੰਡੀਅਨ ਪੀਨਲ ਕੋਡ 1860। ਅਸੀਂ ਸਵੇਰੇ ਪੜ੍ਹਿਆ ਸੀ ਸੈਕਸ਼ਨ 190 ਅਪ ਟੂ ਸੈਕਸ਼ਨ 190 ਤੇ ਹੁਣ ਅਸੀਂ ਦੁਬਾਰਾ ਡਿਸਕਸ ਕਰਾਂਗੇ ਚੈਪਟਰ 11 from section 191, false evidence and offences against public justice. It starts from false evidence and offences against public justice. Section 191 है जी giving false evidence. ये डेफिनेशन है false evidence दी। false evidence की होती है whoever being legally bound by an oath or by an express provision of the law to state the truth। ਜਦੋਂ ਕੋਈ ਵਿਅਕਤੀ ਕਾਨੂੰਨੀ ਤੌਰ ਤੇ ਬਾਉਂਡ ਹੁੰਦਾ ਹੈ, ਸਹੁੰ ਚੁੱਕ ਕੇ ਕੋਈ ਸਟੇਟਮੈਂਟ ਦੇਣ ਦੀ ਖਾਤਰ ਕੋਈ ਬਾਉਂਡ ਹੁੰਦਾ ਹੈ ਕਿਸੇ ਕੋਰਟ ਦੇ ਅੱਗੇ, ਠੀਕ ਹੈ, ਜਾਂ ਕਿਸੇ ਪਬਲਿਕ ਸਰਵੈਂਟ ਦੇ ਅੱਗੇ, being bound by law to make a declaration, ਜਾਂ ਕੋਈ ਡੈਕਲੇਰੇਸ਼ਨ ਦਿੰਦਾ ਹੈ upon any subject makes any statement which is false। ਜਿਹੜੀ ਸਟੇਟਮੈਂਟ ਹੈ ਉਹ ਫਾਲਸ ਦਿੰਦਾ ਹੈ ਪਰ ਉਸਨੂੰ ਪਤਾ ਹੈ ਇਸ ਗੱਲ ਦਾ, ਜਾਣਬੁੱਝ ਕੇ ਫਾਲਸ ਦਿੰਦਾ ਹੈ, ਮਤਲਬ ਕਿ knows or believes to be false। ਉਹਨੂੰ ਪਤਾ ਹੈ, ਉਹਦੀ ਜਾਣਕਾਰੀ ਹੈ ਵੀ ਮੈਂ ਜਿਹੜੀ ਸਟੇਟਮੈਂਟ ਦੇ ਰਿਹਾ ਇਹ ਗਲਤ ਸਟੇਟਮੈਂਟ ਦੇ ਰਿਹਾ, does not believe to be true। ਉਹਨੂੰ ਪਤਾ ਹੈ ਵੀ ਇਹ ਸੱਚੀ ਸਟੇਟਮੈਂਟ ਨਹੀਂ ਹੈਗੀ, is said to be give the false evidence। ਤਾਂ ਇਦਾਂ ਦੀ ਕੋਈ ਵਿਅਕਤੀ ਜਦੋਂ ਕੋਈ ਸਟੇਟਮੈਂਟ ਦਿੰਦਾ ਹੈ, ਜਾਣਬੁੱਝ ਕੇ ਗਲਤ ਸਟੇਟਮੈਂਟ ਦਿੰਦਾ ਹੈ, ਠੀਕ ਹੈ, ਤਾਂ ਉਸਨੂੰ ਅਸੀਂ ਕੀ ਕਹਿੰਦੇ ਆ, ਉਸਨੂੰ ਅਸੀਂ ਫਾਲਸ ਐਵੀਡੈਂਸ ਕਹਿੰਦੇ ਆ। ਕਿਸੇ ਕੋਰਟ ਦੇ ਵਿੱਚ ਜਾ ਕੇ ਗਵਾਹੀ ਦਿੰਦਾ ਹੈ, ਕਿਸੇ ਆਫੀਸਰ ਦੇ ਅੱਗੇ ਜਾ ਕੇ ਗਵਾਹੀ ਦਿੰਦਾ ਹੈ, ਠੀਕ ਹੈ, ਜਾਣਬੁੱਝ ਕੇ ਗਲਤ ਗਵਾਹੀ ਦਿੰਦਾ ਹੈ, ਜਾਣਦੇ ਹੋਏ ਗਲਤ ਗਵਾਹੀ ਦਿੰਦਾ ਹੈ। ਉਹਨੂੰ ਪਤਾ ਵੀ ਜੋ ਮੈਂ ਸਟੇਟਮੈਂਟ ਦੇ ਰਿਹਾ ਇਹ ਮੇਰੀ ਜਿਹੜੀ ਸਟੇਟਮੈਂਟ ਹੈਗੀ ਸੱਚੀ ਨਹੀਂ ਹੈਗੀ, ਠੀਕ ਹੈ, ਜੇ ਉਹ ਰਿਟਨ 'ਚ ਡੈਕਲੇਰੇਸ਼ਨ ਦੇ ਰਿਹਾ ਹੈ ਤਾਂ ਜਿਹੜੀ ਇਹ ਇਦਾਂ ਦੀ ਸਟੇਟਮੈਂਟ ਹੁੰਦੀ ਹੈ ਉਸਨੂੰ ਅਸੀਂ ਕਹਿੰਦੇ ਆ ਫਾਲਸ ਐਵੀਡੈਂਸ ਕਹਿੰਦੇ ਆ। ਇਹ ਜਿਹੜੀ ਐਵੀਡੈਂਸ ਹੋ ਸਕਦੀ ਹੈ ਐਕਸਪਲੇਨੇਸ਼ਨ 1 ਦੇ ਵਿੱਚ ਹੈ, ਵਰਬਲੀ ਵੀ ਹੋ ਸਕਦੀ ਹੈ, ਰਿਟਨ ਦੇ ਵਿੱਚ ਵੀ ਹੋ ਸਕਦੀ ਹੈ, ਡੈਕਲੇਰੇਸ਼ਨ ਜ਼ਬਾਨੀ ਵੀ ਸਟੇਟਮੈਂਟ ਦਿੱਤੀ ਜਾ ਸਕਦੀ ਹੈ। ਸੈਕੰਡ ਐਕਸਪਲੇਨੇਸ਼ਨ ਚਾਹੇਗਾ person may be guilty of giving false evidence by stating that he believes a thing which he does not believe, by stating that he knows, ਜਦੋਂ ਉਹਨੂੰ ਪਤਾ ਹੈ ਵੀ ਉਹਦੇ ਬਾਰੇ ਜਾਣਕਾਰੀ ਨਹੀਂ ਹੈਗੀ ਪਰ ਕਹਿੰਦਾ ਵੀ ਮੈਨੂੰ ਜਾਣਕਾਰੀ ਹੈਗੀ ਹੈ, ਠੀਕ ਹੈ, ਜਿਵੇਂ ਕਿਸੇ ਦੇ ਸਿਗਨੇਚਰ ਹੋਏ ਹੁੰਦੇ ਨੇ ਕਿਸੇ ਆਫੀਸਰ ਦੇ, ਕੋਈ ਜਾ ਕੇ ਕਹਿੰਦਾ ਹਾਂ ਮੈਨੂੰ ਪਤਾ ਹੈ ਇਹ ਸਿਗਨੇਚਰ ਉਸੇ ਦੇ ਨੇ, ਪਰ ਉਹਨੂੰ ਪਤਾ ਨਹੀਂ ਇਨਫੈਕਟ ਹੁੰਦਾ ਵੀ ਸਿਗਨੇਚਰ ਕਿਹਦੇ ਹੈਗੇ ਆ। ਇਸ ਕਰਕੇ ਜਿਹੜੀ ਇਦਾਂ ਦੀ ਹੈਗੀ ਹੈ ਉਹ ਸਟੇਟਮੈਂਟ ਹੈ ਉਸਨੂੰ ਫਾਲਸ ਐਵੀਡੈਂਸ ਕਿਹਾ ਜਾਂਦਾ ਹੈਗਾ। ਇਹਦੇ ਵਿੱਚ ਅੱਗੇ ਜਾ ਕੇ ਇੱਕ ਐਗਜ਼ਾਮਪਲ ਹੈਗੀ ਹੈ A in support of a just claim which B has against Z। ਇਹ ਕੋਈ ਸਟੇਟਮੈਂਟ ਦਿੰਦਾ ਹੈ, ਕਿਹੜੀ ਸਟੇਟਮੈਂਟ ਦਿੰਦਾ ਹੈ? ਸਪੋਰਟ ਆਫ ਜਸਟ ਕਲੇਮ ਵਿਚ B has against Z। B ਦਾ ਕੋਈ ਕਲੇਮ ਹੈ Z ਦੇ ਅਗੇਂਸਟ, B ਦਾ ਕੋਈ ਕਲੇਮ ਹੈ Z ਦੇ ਅਗੇਂਸਟ ਫॉर 1000 ਰੁਪੀਜ਼, 1000 ਰੁਪਏ ਦੇ ਲੈਣ ਦੇਣ ਦਾ ਕੋਈ ਝਗੜਾ ਹੈਗਾ ਤੇ B ਕਹਿੰਦਾ ਮੈਂ Z ਤੋਂ ਲੈਣਾ ਹੈ। ਫਾਲਸਲੀ ਸਵੀਅਰਸ ਔਨ ਅ ਟ੍ਰਾਇਲ, ਕੋਈ ਟ੍ਰਾਇਲ ਕੋਰਟ ਦੇ ਵਿੱਚ ਜਾ ਕੇ ਜਿਹੜਾ A ਕਹਿੰਦਾ ਹੈ that he heard Z admit the justice of B's claim, ਉਹ ਜਾ ਕੇ ਕਹਿੰਦਾ ਕੋਰਟ ਦੇ ਵਿੱਚ ਵੀ ਹਾਂ ਮੈਂ ਸੁਣਿਆ ਸੀਗਾ ਜੱਜ ਨੂੰ ਐਡਮਿਟ ਕਰਦੇ ਹੋਏ ਵੀ ਉਹਨੇ 1000 ਰੁਪਏ ਜਿਹੜਾ B ਦਾ ਦੇਣਾ ਹੈਗਾ। ਇੱਥੇ ਕੀ ਹੈ ਜਿਹੜਾ A ਹੈਗਾ A has given the false evidence, ਇੱਥੇ A ਨੂੰ ਕਿਹਾ ਜਾਏਗਾ ਕਿ ਉਹ false evidence ਦੇ ਰਿਹਾ ਹੈਗਾ, ਠੀਕ ਹੈ। ਸੈਕੰਡ ਇਲਸਟ੍ਰੇਸ਼ਨ ਇੱਕ ਹੋਰ ਹੈਗੀ ਹੈ ਜਿਹਦੇ ਵਿੱਚ ਕੀ ਹੈਗਾ A being bound by an oath to state the truth states that he believes a certain signature to be the handwriting of Z। ਇਹ ਕਹਿ ਰਿਹਾ ਹੈਗਾ ਵੀ ਜਿਹੜੇ ਇਹ ਸਿਗਨੇਚਰ ਹੈਗੇ ਨੇ Z ਦੇ ਹੈਗੇ ਨੇ, ਕਿਸੇ ਕੋਰਟ ਦੇ ਵਿੱਚ ਜਾ ਕੇ ਸਟੇਟਮੈਂਟ ਦਿੰਦਾ ਹੈ, ਗਵਾਹੀ ਦਿੰਦਾ ਹੈ ਵੀ ਜਿਹੜੇ ਸਾਈਨ ਨੇ ਇਹ Z ਦੇ ਕੀਤੇ ਹੋਏ ਸਾਈਨ ਨੇ। ਵੈਨ ਹੀ ਡਜ਼ ਨਾਟ ਬਲੀਵ, ਜਦੋਂ ਕਿ ਉਹਨੂੰ ਨਹੀਂ ਵਿਸ਼ਵਾਸ ਹੈਗਾ ਇਸ ਗੱਲ ਦਾ ਵੀ ਇਹ ਜਿਹੜੇ ਸਾਈਨ ਨੇ Z ਦੇ ਹੈਗੇ ਜਾਂ ਨਹੀਂ ਹੈਗੇ, ਠੀਕ ਹੈ, ਨਾ ਪਤਾ ਹੋਣ ਦੇ ਬਾਵਜੂਦ ਵੀ
ਉਹ ਜਾਣਬੁੱਝ ਕੇ ਸਟੇਟਮੈਂਟ ਦਿੰਦਾ ਵੀ ਇਹ ਜਿਹੜੇ ਸਹੀ ਨੇ ਉਹਨਾਂ ਨੂੰ ਪਛਾਣਦਾ, ਆਇਡੈਂਟੀਫਾਈ ਕਰਦਾ ਵੀ ਹਾਂ ਸਾਈਨ ਇਹ ਜੈਡ ਦੇ ਹੈਗੇ ਨੇ, ਪਰ ਜਦੋਂ ਕਿ ਉਸ ਨੂੰ ਸਾਈਨਾਂ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ। Here A states that which he knows to be false, ਉਹਨੂੰ ਪਤਾ ਹੈ ਵੀ ਇਹ ਫਾਲਸ ਹੋ ਸਕਦੇ ਹੈ, ਗਲਤ ਮੈਂ ਸਟੇਟਮੈਂਟ ਮੇਰੀ ਗਲਤ ਹੈ, therefore he gives the false evidence। ਇੱਥੇ ਉਹਨੂੰ ਕਿਹਾ ਜਾਏਗਾ ਵੀ ਜਿਹੜਾ A ਹੈਗਾ ਉਹ ਜਾਣਬੁੱਝ ਕੇ ਫਾਲਸ ਐਵੀਡੈਂਸ ਦੇ ਰਿਹਾ ਹੈਗਾ। ਅੱਗੇ ਸੈਕਸ਼ਨ 192 ਪੜਾਂਗੇ ਅਸੀਂ, ਫੈਬਰੀਕੇਟਿੰਗ ਦਾ ਫਾਲਸ ਐਵੀਡੈਂਸ। ਫੈਬਰੀਕੇਟਿੰਗ ਕਰਨਾ, ਫਾਲਸ ਐਵੀਡੈਂਸ ਤਿਆਰ ਕਰ ਲੈਣਾ, ਇਹਦੀ ਡੈਫੀਨੇਸ਼ਨ ਕੀ ਹੈ? ਫੈਬਰੀਕੇਟਿੰਗ ਫਾਲਸ ਐਵੀਡੈਂਸ, ਫੈਬਰੀਕੇਟ ਕਰਨਾ, ਬਣਾਉਣਾ, ਤਿਆਰ ਕਰ ਲੈਣਾ ਕਿਸੇ ਨਾ ਕਿਸੇ ਢੰਗ ਤਰੀਕੇ ਦੇ ਨਾਲ, ਠੀਕ ਹੈ। ਫਾਲਸ ਐਵੀਡੈਂਸ ਦੀ ਜਿਹੜੀ ਫੈਬਰੀਕੇਟਿੰਗ ਹੈ ਇਹਦੀ ਡੈਫੀਨੇਸ਼ਨ ਕੀ ਹੈ? whoever causes any circumstances to exist or makes any false entry in the book or record, ਕਿਸੇ ਰਿਕਾਰਡ ਦੇ ਵਿੱਚ ਜਾਂ ਕਿਸੇ ਕਿਤਾਬਾਂ ਦੇ ਵਿੱਚ, ਠੀਕ ਹੈ, ਜਾਂ ਕਿਸੇ ਇਲੈਕਟ੍ਰੋਨਿਕ ਰਿਕਾਰਡ ਦੇ ਵਿੱਚ, makes any document or electronic record containing a false statement, ਜਾਣਬੁੱਝ ਕੇ ਕੋਈ ਗਲਤ ਐਂਟਰੀ ਪਾ ਲੈਂਦਾ ਬੁੱਕਸ ਦੇ ਵਿੱਚ, ਮੈਨੇ ਉਸ ਤੋਂ ਮਤਲਬ ਕਿ ਕੋਈ ਪੇਮੈਂਟ ਲੈਣ ਦੇਣ ਦੀ ਗੱਲ ਹੈਗੀ ਆ, ਜਾਣਬੁੱਝ ਕੇ ਨਾ ਮਤਲਬ ਗਲਤ ਪੇਮੈਂਟ ਦੀ ਕੋਈ ਐਂਟਰੀ ਪਾ ਲੈਂਦਾ, ਜਾਂ ਕੋਈ ਇਲੈਕਟ੍ਰੋਨਿਕ ਰਿਕਾਰਡ ਦੇ ਵਿੱਚ ਕੋਈ ਗਲਤ ਐਂਟਰੀ ਪਾ ਲੈਂਦਾ ਹੈਗਾ, ਠੀਕ ਹੈ। ਕਾਹਦੇ ਲਈ ਪਾ ਲੈਂਦਾ? ਸੱਚ ਸਰਕਮਸਟੈਂਸਸ ਫਾਲਸ ਐਂਟਰੀ ਔਰ ਫਾਲਸ ਸਟੇਟਮੈਂਟ ਮੇ ਅਪੀਅਰਸ ਇਨ ਐਵੀਡੈਂਸ, ਤਾਂ ਕਿ ਜਦੋਂ ਐਵੀਡੈਂਸ ਦੇ ਵਿੱਚ ਇਹ ਐਂਟਰੀ ਅਪੀਅਰ ਹੋਏਗੀ, ਜੁਡੀਸ਼ੀਅਲ ਪ੍ਰੋਸੀਡਿੰਗ ਜਦੋਂ ਚੱਲ ਰਹੀਆਂ ਹੋਣਗੀਆਂ ਤਾਂ ਉੱਥੇ ਇਹ ਐਂਟਰੀ ਪੇਸ਼ ਹੋਏਗੀ, ਠੀਕ ਹੈ। ਪਹਿਲਾਂ ਹੀ ਕੋਈ ਜਿਹੜੀ ਹੈਗੀ ਹੈ ਮਤਲਬ ਸਟੇਟਮੈਂਟ ਐਵੀਡੈਂਸ ਤਿਆਰ ਕਰ ਲੈਣੀ, ਕ੍ਰੀਏਟਿੰਗ ਆਫ ਦਾ ਐਵੀਡੈਂਸ, ਐਵੀਡੈਂਸ ਪਹਿਲਾਂ ਤੋਂ ਹੀ ਕੋਈ ਤਿਆਰ ਕੀਤੀ ਜਾਂਦੀ ਹੈ, ਫੈਬਰੀਕੇਟ ਕੀਤੀ ਜਾਂਦੀ ਹੈ, ਔਰ ਇਨ ਪ੍ਰੋਸੀਡਿੰਗ ਟੇਕਨ ਬਾਈ ਦਾ ਲਾ ਬਿਫੋਰ ਏ ਪਬਲਿਕ ਸਰਵੈਂਟ, ਚਾਹੇ ਪਬਲਿਕ ਸਰਵੈਂਟ ਦੇ ਅੱਗੇ ਪੇਸ਼ ਹੋਣਾ ਹੋਵੇ, ਚਾਹੇ ਕੋਈ ਇਨਕਮ ਟੈਕਸ ਦੇ ਅਧਿਕਾਰੀ ਅੱਗੇ ਪੇਸ਼ ਹੋਣਾ ਹੋਵੇ, ਚਾਹੇ ਕੋਈ ਸੇਲ ਟੈਕਸ ਦੇ ਅਧਿਕਾਰੀ ਅੱਗੇ ਪੇਸ਼ ਹੋਣਾ ਹੋਵੇ, ਚਾਹੇ ਕੋਈ ਰੈਵਨਿਊ ਆਫੀਸਰ ਅੱਗੇ ਪੇਸ਼ ਹੋਣਾ ਹੋਵੇ, ਚਾਹੇ ਕਿਸੇ ਜੁਡੀਸ਼ੀਅਲ ਕੋਰਟ ਦੇ ਵਿੱਚ ਜਾਂ ਚਾਹੇ ਕਿਸੇ ਆਰਬਿਟਰੇਟਰ ਦੇ ਅੱਗੇ ਪੇਸ਼ ਹੋਣਾ ਹੋਵੇ। ਇੱਦਾਂ ਦੀ ਕੋਈ ਸਟੇਟਮੈਂਟ ਹੈ, ਇੱਦਾਂ ਦੀ ਕੋਈ ਰਿਕਾਰਡ ਹੈ, ਗਲਤ ਤਰੀਕੇ ਨਾਲ ਕੋਈ ਐਵੀਡੈਂਸ ਤਿਆਰ ਕੀਤੀ ਜਾਵੇ ਕਿਸੇ ਵਿਅਕਤੀ ਵੱਲੋਂ, ਫਾਲਸ ਐਂਟਰੀ ਪਾਈ ਜਾਵੇ, ਠੀਕ ਹੈ, ਤਾਂ ਐਸੇ ਵਿਅਕਤੀ ਜਿਹੜੀ ਹੈਗਾ ਉਸ ਨੂੰ ਕੀ ਕਹਿੰਦੇ ਆਪਾਂ? ਉਸ ਨੂੰ ਟੂ ਐਂਟਰਟੇਨ ਐਨ ਐਰੋਨੀਅਸ ਓਪੀਨੀਅਨਸ ਟੱਚਿੰਗ ਐਨੀ ਪੁਆਇੰਟ ਮਟੀਰੀਅਲ ਟੂ ਦਾ ਰਿਜ਼ਲਟ ਸੱਚ ਪ੍ਰੋਸੀਡਿੰਗਸ ਸੈਡ ਟੂ ਬੀ ਏ ਫੈਬਰੀਕੇਟਿੰਗ ਆਫ ਦਾ ਫਾਲਸ ਐਵੀਡੈਂਸ। ਹੁਣ ਅਸੀਂ ਫਾਲਸ ਐਵੀਡੈਂਸ ਦੀ ਫੈਬਰੀਕੇਸ਼ਨ ਕਹਿੰਦੇ ਆ, ਮਤਲਬ ਕਿ ਪਹਿਲਾਂ ਤੋਂ ਹੀ ਕੋਈ ਨਾ ਕੋਈ ਜਿਹੜੀ ਹੈਗੀ ਹੈ ਐਵੀਡੈਂਸ ਤਿਆਰ ਕਰ ਲੈਣਾ, ਜਿਹਨੂੰ ਅਸੀਂ ਕਹਿੰਦੇ ਹਾਂ ਐਵੀਡੈਂਸ ਕ੍ਰੀਏਟ ਕਰ ਲੈਣਾ, ਜਦੋਂ ਕਿ ਉਹਨੂੰ ਪਤਾ ਹੋਵੇ ਇਸ ਐਵੀਡੈਂਸ ਦੀ ਅੱਗੇ ਜਾ ਕੇ ਮੈਨੂੰ ਲੋੜ ਪਏਗੀ, ਕਿਸੇ ਕੋਰਟ 'ਚ ਲੋੜ ਪੈ ਸਕਦੀ ਹੈ, ਕਿਸੇ ਆਫੀਸਰ ਅੱਗੇ ਲੋੜ ਪੈ ਸਕਦੀ ਹੈ, ਕੋਈ ਇਨਕਮ ਟੈਕਸ ਦਾ, ਕੋਈ ਸੇਲ ਟੈਕਸ ਦਾ ਕੋਈ, ਠੀਕ ਹੈ, ਅਧਿਕਾਰੀ ਹੁੰਦਾ, ਉੱਥੇ ਜਾ ਕੇ ਪੇਸ਼ ਕੀਤੀ ਜਾਂ ਨਹੀਂ ਪੈ ਸਕਦੀ ਹੈ। ਇੱਦਾਂ ਦਾ ਕੋਈ ਨਾ ਕੋਈ ਰਿਕਾਰਡ ਤਿਆਰ ਕਰ ਲੈਣਾ, ਜਾਂ ਉਹਨੂੰ ਕੋਈ ਗਲਤ ਰਿਕਾਰਡ ਤਿਆਰ ਕਰ ਲੈਣਾ, ਉਹਨੂੰ ਕਹਿੰਦੇ ਅਸੀਂ ਫਾਲਸ ਫੈਬਰੀਕੇਟਿੰਗ ਆਫ ਦਾ ਫਾਲਸ ਐਵੀਡੈਂਸ। ਇਹਦੀ ਐਗਜ਼ਾਮਪਲ ਹੈਗੀ ਹੈ, ਇਹ ਪੁੱਟਸ ਜੂਲਸ ਇਨਟੂ ਅ ਬਾਕਸ ਬਿਲੋਂਗਿੰਗ ਟੂ ਜੈਡ, ਜਿਹੜਾ ਇਹ ਨਾਮ ਦਾ ਕੋਈ ਪਰਸਨ ਹੈਗਾ, ਕੋਈ ਜੁਐਲਰੀ ਹੈਗੀ ਹੈ, ਉਹ ਜੈਡ ਦੇ ਬਾਕਸ ਦੇ ਵਿੱਚ ਪਾ ਦਿੰਦਾ ਹੈ, ਵਿਦ ਦਾ ਅਟੈਂਸ਼ਨ that they may be found in that box। ਜਦੋਂ ਉਹਨੂੰ ਲੱਭਾਂਗੇ, ਜਿਹੜੀ ਜੁਐਲਰੀ ਗੁੰਮ ਚੁੱਕੀ ਹੈਗੀ ਆ ਮੰਨ ਲਓ, ਠੀਕ ਹੈ, ਜਦੋਂ ਉਹਨੂੰ ਲੱਭਿਆ ਜਾਏਗਾ ਤਾਂ ਉਹ ਲੱਭੇਗੀ ਜੈਡ ਦੇ ਬਾਕਸ ਦੇ ਵਿੱਚੋਂ ਲੱਭੇਗੀ, ਜੈਡ ਦਾ ਜਿਹੜਾ ਬਾਕਸ ਹੈਗਾ, ਫਿਰ ਤਾਂ ਕਿ ਜਿਹੜਾ ਜੈਡ ਹੈਗਾ ਉਸ ਨੂੰ ਕਨਵਿਕਸ਼ਨ ਹੋ ਸਕੇ, ਉਹਨੂੰ ਸਜ਼ਾ ਹੋ ਸਕੇ। ਇਸ ਮਕਸਦ ਦੇ ਲਈ ਜਿਹੜੀ ਇਹ ਪਹਿਲਾਂ ਤੋਂ ਹੀ ਜਿਹੜੀ ਫੈਬਰੀਕੇਸ਼ਨ ਹੈ, ਉਹ ਜਿਹੜੀ ਐਵੀਡੈਂਸ ਹੈ ਪਹਿਲਾਂ ਹੀ ਤੋਂ ਤਿਆਰ ਕੀਤੀ ਜਾਂਦੀ ਹੈਗੀ ਹੈ, ਇਸ ਨੂੰ ਅਸੀਂ ਕਹਿੰਦੇ ਆ ਇਹ ਹੈਜ਼ ਫੈਬਰੀਕੇਟਡ ਫਾਲਸ ਐਵੀਡੈਂਸ। ਨੈਕਸਟ ਇਹਦੀ ਇੱਕ ਐਗਜ਼ਾਮਪਲ ਹੋਰ ਵੀ ਹੈਗੀ ਹੈ, ਇਹ ਮੇਕਸ ਅ ਫਾਲਸ ਐਂਟਰੀ ਇਨ ਹਿਸ ਸ਼ੌਪ ਬੁੱਕਸ। ਕੋਈ ਦੁਕਾਨਦਾਰ ਹੈਗਾ, ਆਪਣੀ ਦੁਕਾਨ ਦੀਆਂ ਜਿਹੜੀਆਂ ਬੁੱਕਸ ਹੁੰਦੀਆਂ ਨੇ, ਰੂਟੀਨ ਮੈਟਰ ਦੀਆਂ, ਜਿਵੇਂ ਡੇਲੀ ਬੁੱਕ ਹੁੰਦੀ ਹੈ, ਉਹਦੇ ਵਿੱਚ ਕੋਈ ਨਾ ਕੋਈ ਐਂਟਰੀ ਪਾ ਦਿੰਦਾ ਹੈਗਾ, ਠੀਕ ਹੈ, ਡੇਲੀ ਦੀ ਬੁੱਕ ਸ਼ੌਪ ਦੀ ਬੁੱਕਸ ਦੇ ਵਿੱਚ, ਫਾਰ ਦਾ ਪਰਪਸ ਆਫ ਯੂਜ਼ਿੰਗ ਇਟ ਐਜ਼ ਏ ਕਰਬੋਰੇਟਿਵ ਐਵੀਡੈਂਸ ਇਨ ਏ ਕੋਰਟ ਆਫ ਜਸਟਿਸ। ਉਹਨੂੰ ਪਤਾ ਹੈ ਵੀ ਜਦੋਂ ਕੋਰਟ ਦੇ ਵਿੱਚ ਮੈਂ ਜਾ ਕੇ ਕਿਤੇ ਪੇਸ਼ ਕਰਨੀ ਹੈਗੀ ਹੈ, ਜਿਹੜੀ ਇਹ ਡੇਲੀ ਦੀ ਜਿਹੜੀ ਐਂਟਰੀ ਹੁੰਦੀ ਹੈ, ਉਹ ਡੇਲੀ ਦੀ ਜਿਹੜੀ ਐਂਟਰੀ ਹੈਗੀ ਹੈ ਉਹਨੂੰ ਜਸਟੀਫਾਈ ਮੰਨਿਆ ਜਾਂਦਾ ਹੁੰਦਾ ਹੈ ਜ਼ਿਆਦਾਤਰ ਰੂਟੀਨ ਮੈਟਰ ਦੇ ਵਿੱਚ। ਜਦੋਂ ਅਸੀਂ ਕੋਈ ਕਾਰਵਾਈ ਚੱਲਦੀ ਹੈਗੀ ਹੈ ਕਿਸੇ ਸ਼ੌਪ ਦੇ ਵਿੱਚ, ਡੇਲੀ ਕਾਰਵਾਈਆਂ ਹੁੰਦੀਆਂ ਨੇ, ਰੂਟੀਨ ਦੇ ਵਿੱਚ ਬਿੱਲ ਕੱਟੇ ਜਾਂਦੇ ਨੇ, ਉਹਨਾਂ ਰੂਟੀਨ ਦੇ ਜਿਹੜੇ ਮੈਟਰ ਹੁੰਦੇ ਨੇ ਉਹਨਾਂ ਨੂੰ ਮਤਲਬ ਕਿ ਜਦੋਂ ਤੱਕ ਉਹ ਗਲਤ ਪ੍ਰੂਵ ਨਾ ਹੋ ਜਾਣ, ਉਹਨਾਂ ਨੂੰ ਜਸਟੀਫਾਈ ਮਤਲਬ ਕਿ ਸਹੀ ਮੰਨਿਆ ਜਾਂਦਾ ਹੈਗਾ। ਇਸ ਤਰੀਕੇ ਦੇ ਨਾਲ ਉਹ ਕੋਈ ਨਾ ਕੋਈ ਗਲਤ ਐਂਟਰੀ ਪਾਉਂਦਾ ਆਪਣੇ ਰਿਕਾਰਡ ਦੇ ਵਿੱਚ, ਡੇਲੀ ਰਿਕਾਰਡ ਦੇ ਵਿੱਚ, ਤਾਂ ਕਿ ਅੱਗੇ ਜਾ ਕੇ ਉਹਦਾ ਕੋਈ ਬੈਨੀਫਿਟ ਖੱਟਿਆ ਜਾ ਸਕੇ। ਤਾਂ ਇਹੋ ਜਿਹੀ ਐਂਟਰੀ ਨੂੰ ਵੀ ਅਸੀਂ ਕੀ ਕਹਿੰਦੇ ਆ? ਇਹ ਹੈਜ਼ ਫੈਬਰੀਕੇਟਡ ਦਾ ਫਾਲਸ ਐਵੀਡੈਂਸ। ਨੈਕਸਟ ਹੈ 193 ਪਨਿਸ਼ਮੈਂਟ ਫਾਰ ਦਾ ਫਾਲਸ ਐਵੀਡੈਂਸ। ਜਦੋਂ ਕੋਈ ਇਦਾਂ ਦੀਆਂ ਫਾਲਸ ਐਵੀਡੈਂਸਸ ਕ੍ਰੀਏਟ ਕਰਦਾ ਹੈਗਾ, ਜੇ ਉਹ ਫੈਬਰੀਕੇਟ ਕਰਦਾ, ਜੇ ਉਹ ਫਾਲਸ ਐਵੀਡੈਂਸ ਕਰਦਾ ਹੈ, ਦਿੰਦਾ ਹੈ ਕਿਸੇ ਕੋਰਟ ਦੇ ਵਿੱਚ ਜਾ ਕੇ, ਤਾਂ ਉਸ ਨੂੰ ਕੀ ਪਨਿਸ਼ਮੈਂਟ ਹੋ ਸਕਦੀ ਹੈਗੀ ਹੈ, ਠੀਕ ਹੈ ਜੀ। ਉੱਪਰ ਤਾਂ ਅਸੀਂ ਦੋ ਡੈਫੀਨੇਸ਼ਨਾਂ ਪੜ੍ਹੀਆਂ ਸੀਗੀਆਂ 91 ਦੇ ਵਿੱਚ,
ਫਾਲਸ ਐਵੀਡੈਂਸ ਕੀ ਹੁੰਦੀ ਹੈ 192 ਵਿੱਚ ਅਸੀਂ ਪੜ੍ਹਿਆ ਸੀਗਾ ਫੈਬਰੀਕੇਟਿੰਗ ਆਫ ਦਾ ਫਾਲਸ ਐਵੀਡੈਂਸ। ਠੀਕ ਹੈ, ਹੁਣ 193 ਵਿੱਚ ਅਸੀਂ ਕਹਿੰਦੇ ਦੇਖਦੇ ਹਾਂ ਵੀ ਪੁਨਿਸ਼ਮੈਂਟ ਕੀ ਹੋਏਗੀ ਫਾਲਸ ਐਵੀਡੈਂਸ ਦੀ। whoever intentionally gives false evidence in any stage of judicial proceeding, ਜੁਡੀਸ਼ੀਅਲ ਪ੍ਰੋਸੀਡਿੰਗ ਦੇ ਵਿੱਚ ਜਾ ਕੇ ਕੋਈ ਵਿਅਕਤੀ ਫਾਲਸ ਐਵੀਡੈਂਸ ਦਿੰਦਾ ਹੈਗਾ ਜਾਂ ਫਿਰ ਫੈਬਰੀਕੇਟ ਕੀਤਾ ਜਾਂਦਾ ਹੈ ਫਾਲਸ ਰਿਕਾਰਡ, ਫੈਬਰੀਕੇਟ ਕਰਕੇ ਫਾਲਸ ਐਵੀਡੈਂਸ ਦਿੰਦਾ ਹੈਗਾ ਫॉर द पर्पस ऑफ being used in any stage of the judicial proceeding shall be punished with imprisonment of either exception for a term which may extend to 7 years and shall also be liable to fine। ਉਹਨੂੰ 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈਗੀ ਉਸ ਵਿਅਕਤੀ ਨੂੰ ਜਿਹੜਾ ਕੋਈ ਫਾਲਸ ਐਵੀਡੈਂਸ ਕ੍ਰੀਏਟ ਕਰਦਾ ਹੈ, ਕ੍ਰੀਏਟ ਕਰਕੇ ਫਾਲਸ ਐਵੀਡੈਂਸ ਕੋਰਟ ਦੇ ਵਿੱਚ ਦਿੰਦਾ ਹੈ ਜਾਂ ਫਿਰ ਫਾਲਸ ਐਵੀਡੈਂਸ ਕੋਰਟ ਦਿੰਦਾ ਹੈ ਜਾਂ ਫਿਰ ਫੈਬਰੀਕੇਟ ਕਰਕੇ ਫਾਲਸ ਐਵੀਡੈਂਸ ਦਿੰਦਾ ਹੈ, 7 ਸਾਲ ਤੱਕ ਦੀ ਜਿਹੜੀ ਉਹਨੂੰ ਸਜ਼ਾ ਹੋ ਸਕਦੀ ਹੈ। ਫਿਰ ਇਹਦੇ ਵਿੱਚ ਕਿਹਾ ਹੈ ਅੱਗੇ ਜਾ ਕੇ ਐਂਡ whoever intentionally gives or fabricates false evidence in any other case, ਉੱਪਰ ਤਾਂ ਕੋਰਟ ਦੀ ਗੱਲ ਕੀਤੀ ਗਈ ਹੈ, ਜੇ ਕੋਰਟ ਤੋਂ ਇਲਾਵਾ ਕਿਤੇ ਹੋਰ ਕੋਈ ਜਾ ਕੇ ਫਾਲਸ ਐਵੀਡੈਂਸ ਦਿੰਦਾ ਹੈ ਜਾਂ ਫੈਬਰੀਕੇਟ ਕਰਦਾ ਹੈ ਆਪਣੀ ਐਵੀਡੈਂਸ ਨੂੰ ਤਾਂ ਜਿਹੜੀ ਸਜ਼ਾ ਹੈਗੀ ਉੱਥੇ ਘੱਟ ਹੁੰਦੀ ਹੈ। ਜਿਵੇਂ ਕਿ ਜਿਹੜੀ ਜੁਡੀਸ਼ੀਅਲ ਕੋਰਟ ਹੈਗੀ ਜੁਡੀਸ਼ੀਅਲ ਪ੍ਰੋਸੀਡਿੰਗ 'ਚ 7 ਸਾਲ ਦੀ ਸਜ਼ਾ ਹੈ, ਅਦਰਵਾਈਜ਼ ਕਿਸੇ ਹੋਰ ਪਬਲਿਕ ਆਫੀਸਰ ਦੇ ਅੱਗੇ ਜਾ ਕੇ ਕੋਈ ਸਟੇਟਮੈਂਟ ਕਰ ਦਿੰਦਾ ਹੈ ਤਾਂ ਜਿਹੜੀ ਸਜ਼ਾ ਹੈਗੀ ਆ ਉਹ 3 ਸਾਲ ਤੱਕ ਦੀ ਹੋ ਸਕਦੀ ਹੈ ਤੇ ਫਾਈਨ ਵੀ ਹੋ ਸਕਦਾ ਨਾਲ। ਜੁਡੀਸ਼ੀਅਲ ਪ੍ਰੋਸੀਡਿੰਗ ਜੇ ਕੋਈ ਕੋਰਟ ਮਾਰਸ਼ਲ ਚੱਲਦਾ ਹੋਵੇ ਤਾਂ ਉਹਨੂੰ ਵੀ ਜੁਡੀਸ਼ੀਅਲ ਪ੍ਰੋਸੀਡਿੰਗ ਦੀ ਪਰਿਭਾਸ਼ਾ 'ਚ ਗਿਣਿਆ ਜਾਏਗਾ। ਇਸੇ ਤਰੀਕੇ ਐਨੀ ਇਨਵੈਸਟੀਗੇਸ਼ਨ ਜੇ ਕੋਈ ਕੋਰਟ ਦੀ ਪ੍ਰੋਸੀਡਿੰਗ ਦੇ ਦੌਰਾਨ ਕੋਈ ਨਾ ਕੋਈ ਇਨਵੈਸਟੀਗੇਸ਼ਨ ਕੋਰਟ ਵੱਲੋਂ ਕਰਵਾਈ ਜਾ ਰਹੀ ਹੈਗੀ ਹੈ ਐਂਡ ਇਨਵੈਸਟੀਗੇਸ਼ਨ ਡਾਇਰੈਕਟਡ ਬਾਈ ਲਾਅ, ਕਾਨੂੰਨ ਕਹਿੰਦਾ ਹੈ ਵੀ ਕੋਰਟ ਦੇ ਜਾਣ ਤੋਂ ਪਹਿਲਾਂ ਕੋਈ ਜਿਹੜਾ ਹੈਗਾ ਲਾਅ ਕਹਿੰਦਾ ਵੀ ਪ੍ਰੀਲਿਮਿਨਰੀ ਜਿਹੜੀ ਪ੍ਰੋਸੀਡਿੰਗ ਹੈਗੀ ਹੈ ਕੋਰਟ ਜਾਣ ਤੋਂ ਪਹਿਲਾਂ ਜਿਹੜੀ ਕੋਰਟ ਮਤਲਬ ਕਿ ਇਨਵੈਸਟੀਗੇਸ਼ਨ ਹੋਵੇ ਉਸ ਜਿਹੜੀ ਕੋਈ ਕਾਰਵਾਈ ਹੈਗੀ ਹੈ ਇਨਵੈਸਟੀਗੇਸ਼ਨ directed by law preliminary to a proceeding before a court of justice। ਅਸੀਂ ਗੱਲ ਕਰਦੇ ਹਾਂ ਉੱਪਰ ਜਾ ਕੇ ਵੀ ਜਦੋਂ ਜੁਡੀਸ਼ੀਅਲ ਪ੍ਰੋਸੀਡਿੰਗ ਦੇ ਦੌਰਾਨ ਕੋਈ ਬੰਦਾ ਜਾ ਕੇ ਸਟੇਟਮੈਂਟ ਦਿੰਦਾ ਹੈ, ਗਲਤ ਸਟੇਟਮੈਂਟ ਦਿੰਦਾ ਹੈ, ਠੀਕ ਹੈ, ਉਹਦੇ ਵਿੱਚ ਅਸੀਂ 7 ਸਾਲ ਤੱਕ ਦੀ ਸਜ਼ਾ ਦੀ ਗੱਲ ਕੀਤੀ ਹੈਗੀ ਹੈ। ਨੀਚੇ ਆ ਕੇ ਕਿਸੇ ਹੋਰ ਆਫਿਸ ਜਾ ਕੇ ਸਟੇਟਮੈਂਟ ਗਲਤ ਦਿੰਦਾ ਹੈ ਤਾਂ 3 ਸਾਲ ਤੱਕ ਦੀ ਸਜ਼ਾ ਕੀਤੀ ਗਈ ਹੈ। ਤਾਂ ਇੱਥੇ ਆ ਕੇ ਇਹ ਕਲੀਅਰ ਕਰਦਾ ਹੈਗਾ ਵੀ ਜੇ ਕੋਈ ਕੋਰਟ ਮਾਰਸ਼ਲ ਹੈ ਤਾਂ ਵੀ ਉਸਨੂੰ ਅਸੀਂ ਜੁਡੀਸ਼ੀਅਲ ਕੋਰਟ ਮੰਨਾਂਗੇ, ਪਰ ਜੇਕਰ ਜੁਡੀਸ਼ੀਅਲ ਪ੍ਰੋਸੀਡਿੰਗ ਤੋਂ ਪਹਿਲਾਂ ਠੀਕ ਹੈ ਅੰਡਰ ਲਾਅ ਕੋਈ ਇਨਵੈਸਟੀਗੇਸ਼ਨ ਹੋ ਰਹੀ ਹੈ ਉੱਥੇ ਜਾ ਕੇ ਕੋਈ ਵਿਅਕਤੀ ਜਿਹੜੀ ਗਲਤ ਸਟੇਟਮੈਂਟ ਦਿੰਦਾ ਹੈਗਾ, ਝੂਠੀ ਗਵਾਹੀ ਦਿੰਦਾ ਹੈਗਾ, ਫੈਬਰੀਕੇਟ ਕਰਦਾ ਕੋਈ ਐਵੀਡੈਂਸ ਆਪਦੀ, ਤਾਂ ਉੱਥੇ ਵੀ ਇਹ ਮੰਨਿਆ ਜਾਏਗਾ ਵੀ ਜਿਹੜੀ ਇਹ ਜਿਹੀ ਪ੍ਰੋਸੀਡਿੰਗ ਹੈ ਬੇਸ਼ੱਕ ਕੋਰਟ ਤੋਂ ਬਾਹਰ ਹੈ ਪਰ ਉਹ ਕੋਰਟ ਦੀ ਪ੍ਰੋਸੀਡਿੰਗ ਹੀ ਮੰਨੀ ਜਾਏਗੀ। ਉੱਥੇ ਵੀ ਜਿਹੜੀ ਸਜ਼ਾ ਹੋਏਗੀ 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਇੱਕ ਐਗਜ਼ਾਮਪਲ ਪੜਾਂਗੇ ਇਨ ਐਨ ਇਨਕੁਆਇਰੀ ਬਿਫੋਰ ਅ ਮੈਜਿਸਟ੍ਰੇਟ for the purpose of ascertaining whether Jet ought to be committed for the trial makes on oath a statement which he knows to be false। ਜਿਹੜਾ ਇਹ ਹੈਗਾ ਕਿਸੇ ਇਨਕੁਆਇਰੀ ਦੇ ਵਿੱਚ ਜੋ ਮੈਜਿਸਟ੍ਰੇਟ ਵੱਲੋਂ ਲਈ ਜਾ ਰਹੀ ਹੈ ਜੱਜ ਦੇ ਅਗੇਂਸਟ ਜੱਜ ਦੇ ਰਿਗਾਰਡਿੰਗ ਵੀ ਇਹਨੇ ਕੋਈ ਅਫੈਂਸ ਕਮਿਟ ਕੀਤਾ ਜਾਂ ਨਹੀਂ ਕੀਤਾ, ਕਿ ਇਹਦੇ ਅਗੇਂਸਟ ਟ੍ਰਾਇਲ ਚੱਲੇਗਾ ਜਾਂ ਨਹੀਂ ਚੱਲੇਗਾ। ਐਟ ਦਿਸ ਇਨਕੁਆਇਰੀ ਇਜ਼ ਸਟੇਜ ਆਫ ਜੁਡੀਸ਼ੀਅਲ ਪ੍ਰੋਸੀਡਿੰਗ, ਤਾਂ ਜਿਹੜੀ ਇਦਾਂ ਦੀ ਇਨਕੁਆਇਰੀ ਹੈਗੀ ਆ ਉਸ ਨੂੰ ਅਸੀਂ ਜੁਡੀਸ਼ੀਅਲ ਪ੍ਰੋਸੀਡਿੰਗ ਦੀ ਹੀ ਸਟੇਜ ਮੰਨਾਂਗੇ। ਉਹਦੇ ਵਿੱਚ ਵੀ ਜਿਹੜੀ ਸਜ਼ਾ ਹੈਗੀ ਆ 7 ਸਾਲ ਤੱਕ ਦੀ ਹੋ ਸਕਦੀ ਹੈ ਜੇ ਕੋਈ ਗਲਤ ਗਵਾਹੀ ਦਿੰਦਾ ਹੈ, ਗਲਤ ਸਟੇਟਮੈਂਟ ਦਿੰਦਾ ਹੈ ਜਾਂ ਕੋਈ ਐਵੀਡੈਂਸ ਫੈਬਰੀਕੇਟ ਕਰਕੇ ਗਵਾਹੀ ਦਿੰਦਾ ਹੈ। ਇਹ ਹੈਜ਼ ਗਿਵਨ ਫਾਲਸ ਐਵੀਡੈਂਸ। ਫਿਰ ਐਕਸਪਲੇਨੇਸ਼ਨ ਇੱਕ ਹੋਰ ਦਿੱਤੀ ਇਹਦੇ ਵਿੱਚ an investigation directed by a court of justice, an investigation directed by a court of justice, court of justice ने कोई investigation करने लिए order किया है conducted under the authority of the court of justice जिस stage of a judicial proceeding। investigation हो रही है court तो बाहर हो रही है, ठीक है, पर ਜਿਹੜੀ ਹੈਗੀ ਹੈ ਉਹ ਇਨਵੈਸਟੀਗੇਸ਼ਨ ਦੇ ਵਿੱਚ ਦੌਰਾਨ ਕੋਈ ਵਿਅਕਤੀ ਜਾ ਕੇ ਗਲਤ ਐਵੀਡੈਂਸ ਦਿੰਦਾ ਹੈ ਤਾਂ ਉਸ ਨੂੰ ਵੀ ਫਾਲਸ ਐਵੀਡੈਂਸ ਮੰਨਿਆ ਜਾਏਗਾ। ਫਾਲਸ ਐਵੀਡੈਂਸ ਇਨ ਦਾ ਕੋਰਟ ਪ੍ਰੋਸੀਡਿੰਗ ਮੰਨਿਆ ਜਾਏਗਾ। ਉੱਥੇ ਜਿਹੜੀ ਸਜ਼ਾ ਹੋਏਗੀ 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਇਹਦੀ ਇੱਕ ਐਗਜ਼ਾਮਪਲ ਪੜਾਂਗੇ ਏ ਇਨ ਐਨ ਇਨਕੁਆਇਰੀ ਬਿਫੋਰ ਐਨ ਆਫੀਸਰ ਡਿਪੂਟਡ ਬਾਈ ਅ ਕੋਰਟ ਆਫ ਜਸਟਿਸ। ਏ ਇਨ ਏ ਇਨਕੁਆਇਰੀ ਬਿਫੋਰ ਅ ਆਫੀਸਰ, ਕੋਈ ਆਫੀਸਰ ਇਨਕੁਆਇਰੀ ਕਰ ਰਿਹਾ ਕਿਸੇ ਮੁਕੱਦਮੇ ਦੀ, ਡਿਪੂਟਡ ਬਾਈ ਕੋਰਟ ਆਫ ਜਸਟਿਸ, ਕਿਸੇ ਕੋਰਟ ਵੱਲੋਂ ਉਸ ਨੂੰ ਲਗਾਇਆ ਗਿਆ ਹੈ ਕਿਸੇ ਮੌਕੇ ਤੇ ਜਾ ਕੇ ਕਿਸੇ ਜ਼ਮੀਨ ਦੀਆਂ ਕਿਸੇ ਪਲਾਟ ਦੀਆਂ ਜਾਂ ਬਾਉਂਡਰੀਜ਼ ਨੇ ਉਹਨੂੰ ਦੇਖਣ ਦੇ ਲਈ ਉਹਦੀ ਰਿਪੋਰਟ ਦੀ ਮੰਗੀ ਗਈ ਹੈਗੀ ਹੈ। ਮੇਕਸ ਐਨ ਓਥ ਸਟੇਟਮੈਂਟ, ਉੱਥੇ ਕੋਈ ਵਿਅਕਤੀ ਜਾ ਕੇ ਜਿਹੜੀ ਗਲਤ ਸਟੇਟਮੈਂਟ ਦਿੰਦਾ ਹੈ, ਓਥ ਲੈ ਕੇ ਸਟੇਟਮੈਂਟ ਗਲਤ ਦਿੰਦਾ ਹੈ ਤੇ ਉਹਨੂੰ ਪਤਾ ਹੈ ਵੀ ਮੈਂ ਗਲਤ ਸਟੇਟਮੈਂਟ ਦੇ ਰਿਹਾ ਇਸ ਇਨਕੁਆਇਰੀ ਦੇ ਦੌਰਾਨ, ਤੇ ਇਹ ਵੀ ਜਿਹੜੀ ਇਨਕੁਆਇਰੀ ਹੈਗੀ ਹੈ ਇਹ ਵੀ ਕੋਰਟ ਦੀ ਪ੍ਰੋਸੀਡਿੰਗ ਮੰਨੀ ਜਾਏਗੀ। ਕੋਰਟ ਦੀ ਪ੍ਰੋਸੀਡਿੰਗ ਦੇ ਮੰਨਦੇ ਹੋਏ ਜਿਹੜਾ ਵਿਅਕਤੀ ਹੈ ਗਲਤ ਸਟੇਟਮੈਂਟ ਦੇ ਰਿਹਾ
ਉਸ ਨੂੰ 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਇਹਦੇ ਵਿੱਚ ਵੀ। ਬੇਸ਼ੱਕ ਜਿਹੜੀ ਇਹ ਇਨਕੁਆਇਰੀ ਹੈ ਬੇਸ਼ੱਕ ਕੋਰਟ ਤੋਂ ਬਾਹਰ ਕਿਸੇ ਰੈਵਨਿਊ ਆਫੀਸਰ ਨੇ ਵੱਲੋਂ ਕੀਤੀ ਜਾ ਰਹੀ ਹੋਵੇ। ਨੈਕਸਟ ਹੈ ਸੈਕਸ਼ਨ 194 ਗਿਵਿੰਗ ਔਰ ਫੈਬਰੀਕੇਟਿੰਗ ਫਾਲਸ ਐਵੀਡੈਂਸ ਵਿਦ ਇੰਟੈਂਟ ਟੂ ਪ੍ਰੋਕਿਊਰ ਕਨਵਿਕਸ਼ਨ ਆਫ ਕੈਪੀਟਲ ਆਫੈਂਸ। ਕੈਪੀਟਲ ਆਫੈਂਸ ਕਿਹੜਾ ਹੁੰਦਾ ਹੈ? ਕੈਪੀਟਲ ਆਫੈਂਸ ਉਹ ਹੁੰਦਾ ਜਿਹਦੇ ਵਿੱਚ ਮੌਤ ਤੱਕ ਦੀ ਸਜ਼ਾ ਕੀਤੀ ਜਾ ਸਕਦੀ ਹੋਵੇ ਕਿਸੇ ਆਫੈਂਡਰ ਨੂੰ। whoever gives or fabricates false evidence, ਜੇ ਕੋਈ ਵਿਅਕਤੀ false evidence ਦਿੰਦਾ ਹੈ ਜਾਂ fabricate ਕਰਦਾ ਹੈ, ਤਿਆਰ ਕਰਦਾ ਹੈ ਕਿਸੇ ਗਵਾਹੀ ਨੂੰ, intending thereby to cause or knowing it to be likely that he will thereby cause any person to be convicted of an offense which is capital, ਜਿਹਦੇ ਨਾਲ ਕਿਸੇ ਵਿਅਕਤੀ ਨੂੰ ਜਿਹੜੀ ਸਜ਼ਾ ਹੋ ਸਕਦੀ ਹੈ ਕਿੰਨੀ ਹੋ ਸਕਦੀ ਹੈ? ਮੌਤ ਦੀ ਸਜ਼ਾ ਵੀ ਹੋ ਸਕਦੀ ਹੈ by law for the time being in force India shall be punished with imprisonment for a life। ਤਾਂ ਅਜਿਹੇ ਵਿਅਕਤੀ ਨੂੰ ਉਮਰ ਕੈਦ ਵੀ ਕੀਤੀ ਜਾ ਸਕਦੀ ਹੈ ਔਰ ਵਿਦ ਰਿਗਰਸ ਇੰਪ੍ਰਿਜ਼ਨਮੈਂਟ ਫॉर ਅ ਟਰਮ ਵਿਚ ਮੇ ਐਕਸਟੈਂਡ ਟੂ 10 ਈਅਰ, 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਜੇ ਕੋਈ ਗਲਤ ਗਵਾਹੀ ਦੇ ਕੇ। ਕਿਹੜੇ ਕੇਸ ਦੇ ਵਿੱਚ? ਅਜਿਹੇ ਕੇਸ ਦੇ ਵਿੱਚ ਕਿਸੇ ਅਫੈਂਡਰ ਨੇ ਅਫੈਂਸ ਕਮਿਟ ਕੀਤਾ ਹੈਗਾ ਜਿਹਦੇ ਵਿੱਚ ਉਸ ਅਫੈਂਡਰ ਨੂੰ ਮੌਤ ਤੱਕ ਦੀ ਸਜ਼ਾ ਹੋ ਸਕਦੀ ਹੈ, ਕੈਪੀਟਲ ਮਤਲਬ ਕਿ ਪਨਿਸ਼ਮੈਂਟ ਹੋ ਸਕਦੀ ਹੈ। ਅਜਿਹੇ ਕੇਸ ਦੇ ਵਿੱਚ ਕੋਈ ਬੰਦਾ ਗਲਤ ਗਵਾਹੀ ਦਿੰਦਾ ਹੈਗਾ ਤਾਂ ਉਸ ਨੂੰ 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ, ਲਾਈਫ ਇੰਪ੍ਰਿਜ਼ਨਮੈਂਟ ਵੀ ਹੋ ਸਕਦੀ ਹੈ, 10 ਸਾਲ ਤੱਕ ਦੀ ਸਜ਼ਾ ਵੀ ਹੋ ਸਕਦੀ ਹੈ ਔਰ ਵਿਦ ਰਿਗਰਸ ਇੰਪ੍ਰਿਜ਼ਨਮੈਂਟ 10 ਸਾਲ ਤੱਕ ਦੀ ਸਖਤ ਸਜ਼ਾ ਹੋ ਸਕਦੀ ਹੈ ਜਾਂ ਉਮਰ ਕੈਦ ਵੀ ਕੀਤੀ ਜਾ ਸਕਦੀ ਹੈ। ਜੇਕਰ ਉਹ ਵਿਅਕਤੀ ਜਿਹੜਾ ਹੈਗਾ ਇਨੋਸੈਂਟ ਹੈ, ਜਿਹਦੇ ਖਿਲਾਫ ਗਵਾਹੀ ਦਿੱਤੀ ਗਈ ਹੈ, ਜਿਹਨੇ ਕਿ ਅਫੈਂਸ ਕਿਸੇ ਹੋਰ ਨੇ ਕੀਤਾ ਹੈ, ਠੀਕ ਹੈ, ਤੇ ਗਵਾਹ ਦੇਣ ਵਾਲੇ ਬੰਦੇ ਨੇ ਕਿਸੇ ਨੂੰ ਹੋਰ ਅਫੈਂਡਰ ਕਹਿ ਕੇ ਗਵਾਹੀ ਦੇ ਦਿੱਤੀ, ਇਫ ਇਨੋਸੈਂਟ ਪਰਸਨ ਬੀ ਦੇਅਰ ਬਾਈ ਕਨਵਿਕਟਡ ਐਂਡ ਐਗਜ਼ੀਕਿਊਟਡ, ਜੇ ਉਹਦੀ ਗਵਾਹੀ ਦੇ ਬੇਸਿਸ ਤੇ ਕੋਈ ਇਨੋਸੈਂਟ ਬੰਦਾ, ਬੇਦੋਸ਼ੀ ਬੰਦਾ ਕਨਵਿਕਟ ਹੋ ਗਿਆ, ਉਹਨੂੰ ਸਜ਼ਾ ਹੋ ਗਈ, ਠੀਕ ਹੈ, ਜਾਂ ਐਗਜ਼ੀਕਿਊਸ਼ਨ ਉਹਦੇ ਖਿਲਾਫ ਜਿਹੜੀ ਹੈਗੀ ਪ੍ਰੋਸੀਕਿਊਸ਼ਨ ਸਟਾਰਟ ਹੋ ਗਈਆਂ, ਤਾਂ ਕੀ ਹੋਏਗਾ? ਇਹੋ ਜਿਹੇ ਕੇਸ ਦੇ ਵਿੱਚ ਜਿਹੜਾ ਵਿਅਕਤੀ ਗਲਤ ਗਵਾਹੀ ਦਿੰਦਾ ਹੈ ਉਹਨੂੰ ਪੁਨਿਸ਼ਡ ਆਈਦਰ ਵਿਦ ਡੈਥ, ਉਹਨੂੰ ਮੌਤ ਤੱਕ ਦੀ ਸਜ਼ਾ ਸੁਣਾਈ ਜਾ ਸਕਦੀ ਹੈ ਔਰ ਪਨਿਸ਼ਮੈਂਟ 10 ਸਾਲ ਤੱਕ ਦੀ ਸਜ਼ਾ ਵੀ ਕੀਤੀ ਜਾ ਸਕਦੀ ਹੈ। ਅਜਿਹੇ ਕੇਸ ਦੇ ਵਿੱਚ ਜਿੱਥੇ ਕੋਈ ਅਫੈਂਸ ਕਮਿਟ ਕੀਤਾ ਹੋਵੇ ਉਸ ਵਿਅਕਤੀ ਨੇ ਜਿਹਨੂੰ ਉਸ ਅਫੈਂਸ ਦੀ ਸਜ਼ਾ ਮੌਤ ਹੋ ਸਕਦੀ ਹੋਵੇ, ਠੀਕ ਹੈ, ਅਜਿਹੇ ਕੇਸ ਦੇ ਵਿੱਚ ਕਿਸੇ ਬੇਦੋਸ਼ੀ ਦੇ ਖਿਲਾਫ ਗਵਾਹੀ ਦੇ ਕੇ ਕਿਸੇ ਬੇਦੋਸ਼ੀ ਬੰਦੇ ਨੂੰ ਫਸਾ ਦਿੱਤਾ ਜਾਵੇ ਉਸ ਗਵਾਹੀ ਦੇ ਆਧਾਰ ਤੇ ਉਹਨੂੰ ਸਜ਼ਾ ਹੋ ਚੁੱਕੀ ਹੋਵੇ ਐਂਡ ਐਗਜ਼ੀਕਿਊਟਡ, ਜਿਹੜੀ ਸਜ਼ਾ ਹੈ ਉਹ ਜਿਹੜੀ ਹੈਗੀ ਹੈ ਐਗਜ਼ੀਕਿਊਟ ਹੋ ਚੁੱਕੀ ਹੋਵੇ, ਸਜ਼ਾ ਹੋ ਚੁੱਕੀ ਹੋਵੇ ਕਿਸੇ ਬੇਦੋਸ਼ੀ ਨੂੰ, ਪਰ ਬਾਅਦ ਦੇ ਵਿੱਚ ਇਹ ਸਾਬਤ ਹੋ ਜਾਵੇ ਵੀ ਜਿਹੜੀ ਇਹ ਸਜ਼ਾ ਸੀਗੀ, ਇਹ ਜਿਹੜਾ ਗਵਾਹੀ ਸੀਗੀ ਇਹ ਗਲਤ ਸੀਗੀ, ਇਹ ਗਲਤ ਗਵਾਹੀ ਦੇ ਬੇਸ ਤੇ ਜਿਹੜਾ ਬੇਦੋਸ਼ਾ ਵਿਅਕਤੀ ਹੈਗਾ ਉਹਨੂੰ ਸਜ਼ਾ ਕੀਤੀ ਗਈ ਹੈ, ਤਾਂ ਅਜਿਹੇ ਵਿਅਕਤੀ ਨੂੰ ਗਲਤ ਗਵਾਹੀ ਦੇਣ ਵਾਲੇ ਵਿਅਕਤੀ ਨੂੰ ਜਿਹੜੀ ਹੈਗੀ ਹੈ ਮੌਤ ਤੱਕ ਦੀ ਸਜ਼ਾ ਵੀ ਹੋ ਸਕਦੀ ਹੈ, ਕਿਉਂਕਿ ਇਹ ਜਿਹੜਾ ਅਫੈਂਸ ਸੀਗਾ ਇਹ ਵੀ ਇੱਕ ਇਦਾਂ ਦਾ ਸੀਗਾ ਜਿਹਦੇ ਵਿੱਚ ਮੌਤ ਦੀ ਸਜ਼ਾ ਅਫੈਂਡਰ ਨੂੰ ਕੀਤੀ ਜਾ ਸਕਦੀ ਸੀ। ਨੈਕਸਟ ਅਸੀਂ ਪੜਾਂਗੇ ਸੈਕਸ਼ਨ 195 ਗਿਵਿੰਗ ਔਰ ਫੈਬਰੀਕੇਟਿੰਗ ਫਾਲਸ ਐਵੀਡੈਂਸ ਵਿਦ ਇੰਟੈਂਟ ਟੂ ਪ੍ਰੋਕਿਊਰ ਕਨਵਿਕਸ਼ਨ ਆਫ ਅਫੈਂਸ punishable with imprisonment for life or imprisonment। ਕੋਈ ਐਸਾ ਜੁਰਮ ਜਿਹਦੇ ਵਿੱਚ ਦੋਸ਼ੀ ਨੂੰ, ਅਫੈਂਡਰ ਨੂੰ ਮੌਤ ਤੱਕ ਦੀ ਸਜ਼ਾ ਦਿੱਤੀ ਜਾ ਉਮਰ ਕੈਦ ਕੀਤੀ ਜਾ ਸਕਦੀ ਹੋਵੇ ਜਾਂ ਫਿਰ ਇੰਪ੍ਰਿਜ਼ਨਮੈਂਟ ਕੀਤੀ ਜਾ ਸਕਦੀ ਹੋਵੇ, ਕਿੰਨੀ? 10 ਸਾਲ ਤੱਕ ਦੀ। whoever gives or fabricates false evidence intending thereby to cause knowing to be likely any person to be convicted of an offense not capital ਨਾ ਹੋਵੇ, ਕੈਪੀਟਲ ਦਾ ਮਤਲਬ ਜਿੱਥੇ ਮੌਤ ਦੀ ਸਜ਼ਾ ਕੀਤੀ ਜਾ ਸਕਦੀ ਹੋਵੇ, ਬਟ punishable with imprisonment for life, ਉਮਰ ਕੈਦ ਦੀ ਸਜ਼ਾ ਕੀਤੀ ਜਾ ਸਕਦੀ ਹੋਵੇ, ਠੀਕ ਹੈ। ਅਜਿਹੇ ਕੇਸ ਦੇ ਵਿੱਚ ਜਦ 7 ਸਾਲ ਤੱਕ ਦੀ ਸਜ਼ਾ ਕੀਤੀ ਜਾ ਸਕਦੀ ਹੋਵੇ, ਐਸਾ ਜੁਰਮ ਕੋਈ ਹੋਵੇ ਜਿਹਦੇ ਵਿੱਚ ਮੌਤ ਦੀ ਸਜ਼ਾ ਹੋ ਸਕਦੀ ਹੋਵੇ ਜਾਂ 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੋਵੇ, ਕਿਸ ਨੂੰ? ਉਸ ਦੋਸ਼ੀ ਨੂੰ, ਪਰ ਗਲਤ ਗਵਾਹੀ ਦੇ ਬੇਸ ਤੇ ਦੋਸ਼ੀ ਬਚਦਾ ਹੋਵੇ ਜਾਂ ਕਿਸੇ ਨੂੰ ਹੋਰ ਨੂੰ ਸਜ਼ਾ ਹੁੰਦੀ ਹੋਵੇ, ਠੀਕ ਹੈ। ਤਾਂ ਐਸਾ ਵਿਅਕਤੀ ਜਿਹੜਾ ਫੈਬਰੀਕੇਸ਼ਨ ਕਰਦਾ ਹੈ ਜਾਂ ਫਾਲਸ ਐਵੀਡੈਂਸ ਦਿੰਦਾ ਹੈ ਤਾਂ ਉਹਨੂੰ ਕਿੰਨੀ ਸਜ਼ਾ ਹੋ ਸਕਦੀ ਹੈ? shall be punished as a person
ਕਨਵਿਕਟਡ ਆਫ ਸੱਚ ਅਫੈਂਸ, ਉਹਨੂੰ ਇੰਨੀ ਸਜ਼ਾ ਹੋਏਗੀ ਵੀ ਜਿਵੇਂ ਕਿ ਜਿਹੜਾ ਦੋਸ਼ ਹੈ ਉਸੇ ਵਿਅਕਤੀ ਨੇ ਕੀਤਾ ਹੋਵੇ, ਉਸਨੇ ਕਮਿਟ ਕੀਤਾ ਹੋਵੇ, ਜਿਸ ਨੂੰ ਸਜ਼ਾ ਹੋਣੀ ਸੀਗੀ ਉਨੀ ਸਜ਼ਾ ਇਸ ਗਲਤ ਐਵੀਡੈਂਸ ਦੇਣ ਵਾਲੇ ਬੰਦੇ ਨੂੰ ਕੀਤੀ ਜਾ ਸਕਦੀ ਹੈ, ਜੁਰਮ ਦੇ ਮੁਤਾਬਕ ਸਜ਼ਾ। ਐਗਜ਼ਾਮਪਲ ਇਹਦੀ ਹੈਗੀ ਹੈ, A gives false evidence before a court of justice, ਕਿਸੇ ਅਦਾਲਤ ਵਿੱਚ ਜਾ ਕੇ ਕੋਈ ਵਿਅਕਤੀ ਗਲਤ ਗਵਾਹੀ ਦਿੰਦਾ ਹੈਗਾ, ਠੀਕ ਹੈ, ਕਾਹਦੇ ਲਈ ਦਿੰਦਾ ਹੈ, ਤਾਂ ਕਿ ਜਿਹੜਾ ਕੋਈ ਵਿਅਕਤੀ ਹੈਗਾ, ਜੈਡ ਨਾਮ ਦਾ ਕੋਈ ਵਿਅਕਤੀ ਹੈ, ਉਹ ਡਕੈਤੀ ਦੇ ਮਾਮਲੇ 'ਚ ਫਸ ਜਾਵੇ, ਉਹਨੂੰ ਸਜ਼ਾ ਹੋ ਜਾਵੇ, ਠੀਕ ਹੈ। ਦ ਪਨਿਸ਼ਮੈਂਟ ਆਫ ਡਕੈਤੀ ਇਜ਼ ਇੰਪ੍ਰਿਜ਼ਨਮੈਂਟ ਫਾਰ ਲਾਈਫ, ਜਿਹੜੀ ਡਕੈਤੀ ਦੀ ਜਿਹੜੀ ਸਜ਼ਾ ਹੈਗੀ ਹੈ ਉਹ ਉਮਰ ਕੈਦ ਹੈਗੀ ਹੈ, ਜਾਂ ਫਿਰ 10 ਸਾਲ ਤੱਕ ਦੀ ਜਿਹੜੀ ਹੈਗੀ ਹੈ ਸਖਤ ਸਜ਼ਾ ਹੈਗੀ ਹੈ ਡਕੈਤੀ ਦੇ ਕੇਸ ਦੇ ਵਿੱਚ, with or without fine. A therefore is liable to imprisonment for life or imprisonment for, ਤਾਂ ਇਹਦੇ ਇਸ ਕੇਸ ਦੇ ਵਿੱਚ ਜੇ ਕੋਈ ਬੰਦਾ ਗਲਤ ਬਿਆਨੀ ਦਿੰਦਾ ਹੈ, ਗਲਤ ਗਵਾਹੀ ਦਿੰਦਾ ਹੈ, ਜਿਹੜੀ ਐਵੀਡੈਂਸ ਹੈ ਉਹ ਫੈਬਰੀਕੇਟ ਕਰਦਾ ਹੈ, ਤਾਂ ਅਜਿਹੇ ਕੇਸ ਦੇ ਵਿੱਚ ਜਿਹੜੀ ਸਜ਼ਾ ਹੈਗੀ ਹੈ ਉਸ ਨੂੰ ਵੀ ਉਮਰ ਕੈਦ ਤੱਕ ਦੀ ਸਜ਼ਾ ਹੋ ਸਕਦੀ ਹੈ ਗਲਤ ਐਵੀਡੈਂਸ ਦੇਣ ਵਾਲੇ ਵਿਅਕਤੀ ਨੂੰ। ਨੈਕਸਟ ਹੈ ਸੈਕਸ਼ਨ 196, ਯੂਜ਼ਿੰਗ ਐਵੀਡੈਂਸ ਨੋਨ ਟੂ ਬੀ ਫਾਲਸ, ਕੋਈ ਐਸੀ ਐਵੀਡੈਂਸ ਨੂੰ ਯੂਜ਼ ਕਰਨਾ ਜਿਹੜੀ ਕਿ ਗਲਤ ਹੋਵੇ। ਯੂਜ਼ ਕਰਨਾ, ਗਵਾਹੀ ਦੇਣਾ ਹੋਰ ਚੀਜ਼ ਹੈ, ਯੂਜ਼ ਕਰਨਾ ਜਿੱਥੇ ਗਵਾਹੀ ਦਿੱਤੀ ਜਾ ਰਹੀ ਹੈ। whoever corruptly uses or attempts to use as true or genuine evidence any evidence which he knows to be false or fabricated, ਅਸੀਂ ਕਿਤੇ ਗਵਾਹੀ ਲੈ ਲੈਂਦੇ ਹਾਂ, ਠੀਕ ਹੈ, ਸਾਨੂੰ ਪਤਾ ਹੈ ਕੋਈ ਝੂਠੀ ਗਵਾਹੀ ਹੈਗੀ ਹੈ, ਪਰ ਫਿਰ ਵੀ ਉਸ ਨੂੰ ਅਸੈਪਟ ਕਰਦੇ ਹੈਗੇ ਆ, ਐਵੀਡੈਂਸ ਨੂੰ ਅਸੀਂ ਅਸੈਪਟ ਕਰਦੇ ਹਾਂ ਜਾਣਦੇ ਹੋਏ ਵੀ ਇਹ ਝੂਠੀ ਐਵੀਡੈਂਸ ਹੈਗੀ ਹੈ, ਠੀਕ ਹੈ, ਤਾਂ ਕੀ ਹੈ, shall be punished in the same manner as if he gave or fabricate false evidence, ਜਿਵੇਂ ਕਿ ਫਾਲਸ ਐਵੀਡੈਂਸ ਦੇ ਕੇਸਾਂ ਦੀ ਸਜ਼ਾ ਹੁੰਦੀ ਹੈਗੀ ਹੈ 7 ਸਾਲ ਦੀ, 3 ਸਾਲ ਦੀ, ਉਸੇ ਤਰੀਕੇ ਜਿਹੜੀ ਇੱਥੇ ਜੇ ਕੋਈ ਅਸੈਪਟ ਵੀ ਕਰਦਾ ਹੈਗਾ ਫਾਲਸ ਐਵੀਡੈਂਸ ਜਾਣਦੇ ਹੋਏ ਵੀ ਅਸੈਪਟ ਕਰਦਾ ਹੈਗਾ, ਤਾਂ ਇਸ ਕੇਸ ਦੇ ਵਿੱਚ ਉਸ ਵਿਅਕਤੀ ਨੂੰ ਵੀ ਜਿਹੜਾ ਅਸੈਪਟ ਕਰਦਾ ਹੈ ਫਾਲਸ ਐਵੀਡੈਂਸ ਉਹਨੂੰ ਵੀ 7 ਸਾਲ ਤੱਕ ਦੀ ਜਾਂ 3 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈਗੀ ਹੈ। ਨੈਕਸਟ ਹੈ ਸੈਕਸ਼ਨ 197, ਇਸ਼ੂਇੰਗ ਔਰ ਸਾਈਨਿੰਗ ਫਾਲਸ ਸਰਟੀਫਿਕੇਟ, ਗਲਤ ਸਰਟੀਫਿਕੇਟ ਕਿਹੜਾ ਵੀ ਹੋ ਸਕਦਾ ਹੈ, ਠੀਕ ਹੈ, ਜਿਵੇਂ ਡੋਮਿਸਾਈਲ ਸਰਟੀਫਿਕੇਟ ਹੁੰਦੇ ਨੇ, ਮਤਲਬ ਕਾਸਟ ਸਰਟੀਫਿਕੇਟ ਹੁੰਦੇ ਨੇ, ਇਨਕਮ ਸਰਟੀਫਿਕੇਟ ਹੁੰਦੇ ਨੇ, ਇੱਦਾਂ ਦੇ ਜਿਹੜੇ ਸਰਟੀਫਿਕੇਟਸ ਹੁੰਦੇ ਨੇ ਜੋ ਕੋਈ ਵਿਅਕਤੀ ਇਸ਼ੂ ਕਰਦਾ ਹੈ ਔਰ ਸਾਈਨ ਕਰਦਾ ਹੈ, ਫਾਲਸ ਸਰਟੀਫਿਕੇਟ ਹੈ, ਗਲਤ ਸਰਟੀਫਿਕੇਟ ਜਾਰੀ ਕਰ ਦਿੰਦਾ ਹੈ, ਠੀਕ ਹੈ, ਜਦੋਂ ਕਿ ਉਹ ਬੰਦਾ ਐਲੀਜੀਬਲ ਨਹੀਂ ਹੁੰਦਾ ਸਰਟੀਫਿਕੇਟ ਲੈਣ ਦੀ ਖਾਤਰ, ਪਰ ਜਾਣਦੇ ਹੋਏ ਜਾਣ ਬੁੱਝ ਕੇ ਫਾਲਸ ਸਰਟੀਫਿਕੇਟ ਜਾਰੀ ਕਰਦਾ ਹੈ, ਤਾਂ ਅਜਿਹੇ ਕੇਸ ਦੇ ਵਿੱਚ ਸਰਟੀਫਿਕੇਟ ਜਾਰੀ ਕਰਨ ਵਾਲੇ ਵਿਅਕਤੀ ਨੂੰ ਜਿਹੜੀ ਹੈਗੀ ਸ਼ੈਲ ਬੀ ਪੁਨਿਸ਼ਡ ਇਨ ਦਾ ਸੇਮ ਮੈਨਰ ਐਜ਼ ਇਫ ਹੀ ਗਿਵ ਦਾ ਫਾਲਸ ਐਵੀਡੈਂਸ, ਜਿਵੇਂ ਕਿ ਜਿਹੜਾ ਇਹ ਸਰਟੀਫਿਕੇਟ ਹੈ ਕਿਤੇ ਨਾ ਕਿਤੇ ਐਵੀਡੈਂਸ ਦੇ ਤੌਰ ਤੇ ਵਰਤਿਆ ਜਾ ਸਕਦਾ ਹੈ। ਇਸੇ ਤਰੀਕੇ ਇਹਦੇ ਵਿੱਚ ਵੀ ਜਿਹੜਾ ਕੋਈ ਵਿਅਕਤੀ ਜੇ ਕੋਈ ਜਾਰੀ ਸਰਟੀਫਿਕੇਟ ਗਲਤ ਕਰਦਾ ਹੈ ਤਾਂ ਜਿੰਨੀ ਸਜ਼ਾ ਫਾਲਸ ਐਵੀਡੈਂਸ ਦੇ ਕੇਸ 'ਚ ਹੁੰਦੀ ਹੈ ਉਨੀ ਸਜ਼ਾ ਇਸ 197 ਦੇ ਕੇਸ ਦੇ ਵਿੱਚ ਵੀ ਜੇ ਕੋਈ ਸਰਟੀਫਿਕੇਟ ਗਲਤ ਜਾਰੀ ਕਰਦਾ ਹੈ ਤਾਂ ਉਹਨੂੰ ਵੀ ਉਨੀ ਸਜ਼ਾ ਹੋ ਸਕਦੀ ਹੈ 7 ਸਾਲ ਦੀ ਜਾਂ 3 ਸਾਲ ਦੀ। ਨੈਕਸਟ ਹੈ ਸੈਕਸ਼ਨ 198, ਯੂਜ਼ਿੰਗ ਐਜ਼ ਟਰੂ ਅ ਸਰਟੀਫਿਕੇਟ ਨੋਨ ਟੂ ਬੀ ਫਾਲਸ। ਹੁਣ ਜਿੱਥੇ ਕਿਤੇ ਜਿਹੜਾ ਸਰਟੀਫਿਕੇਟ ਹੈ ਪੇਸ਼ ਹੁੰਦਾ ਹੈ ਸਰਟੀਫਿਕੇਟ ਗਲਤ ਹੈ, ਜਿੱਥੇ ਪੇਸ਼ ਹੋ ਰਿਹਾ ਉਸ ਨੂੰ ਪਤਾ ਵੀ ਇਹ ਸਰਟੀਫਿਕੇਟ ਗਲਤ ਹੈ, ਮੇਬੀ ਉਸਨੇ ਕਹਿ ਕੇ ਬਣਵਾਇਆ ਹੋਵੇ, ਠੀਕ ਹੈ, ਪਰ ਉਹ ਬੰਦਾ ਉੱਥੇ ਯੂਜ਼ ਕਰਦਾ ਸਰਟੀਫਿਕੇਟ ਨੂੰ, ਯੂਜ਼ਿੰਗ ਐਜ਼ ਟਰੂ ਸਰਟੀਫਿਕੇਟ known to be false. Whoever corruptly uses or attempts to use any such certificate as a true certificate, knowing the same to be false in any material points, shall be punished in the same manner. ਇੱਥੇ ਵੀ ਉਨੀ ਸਜ਼ਾ ਹੋ ਸਕਦੀ ਹੈ ਜਿੰਨੀ ਫਾਲਸ ਐਵੀਡੈਂਸ ਹੁੰਦੀ ਹੈ। Next 199, false statement made in the declaration which is by law receivable as evidence. ਡੈਕਲੇਰੇਸ਼ਨ ਅਸੀਂ ਦਿੰਦੇ ਹਾਂ, ਦੇਖੋ ਜਦੋਂ ਅਸੀਂ ਕੋਈ ਸਟੇਟਮੈਂਟ ਦਿੰਦੇ ਹਾਂ ਉਹਦੇ ਨੀਚੇ ਡੈਕਲੇਰੇਸ਼ਨ ਹੁੰਦੀ ਹੈ, ਅਸੀਂ ਕੋਈ ਐਫੀਡੇਵਿਟ ਦਿੰਦੇ ਹਾਂ ਉਹਦੇ ਨੀਚੇ ਡੈਕਲੇਰੇਸ਼ਨ ਹੁੰਦੀ ਹੈ, ਅਸੀਂ ਕੋਈ ਰਿਟਨ ਸਟੇਟਮੈਂਟ ਦਿੰਦੇ ਹਾਂ ਉਹਦੇ ਨੀਚੇ ਡੈਕਲੇਰੇਸ਼ਨ ਹੁੰਦੀ ਹੈ, ਠੀਕ ਹੈ। ਜੇ ਕੋਈ ਫਾਲਸ ਸਟੇਟਮੈਂਟ ਦੇਵੇ ਮੇਡ ਇਨ ਦਾ ਡੈਕਲੇਰੇਸ਼ਨ ਦੇ ਉਹਦੇ ਵਿੱਚ ਸ਼ੇਪ ਦੇ ਵਿੱਚ ਜਿਹੜੀ ਵਿਚ ਇਜ਼ ਬਾਈ ਲਾਅ ਰਿਸੀਵੇਬਲ ਐਜ਼ ਐਵੀਡੈਂਸ, ਜਿਹਨੂੰ ਅਸੀਂ ਲਾਅ ਦੇ ਵਿੱਚ ਐਜ਼ ਐਵੀਡੈਂਸ ਦੇ ਤੌਰ ਤੇ ਵਰਤ ਸਕਦੇ ਹੋਈਏ, ਠੀਕ ਹੈ, ਕਿਸੇ ਕੋਰਟ ਦੇ ਵਿੱਚ ਜਾ ਕੇ ਦਿੰਦਾ ਕੋਈ ਗਲਤ ਡੈਕਲੇਰੇਸ਼ਨ ਦਿੰਦਾ ਹੈ, ਪਬਲਿਕ ਸਰਵੈਂਟ ਔਰ ਅਦਰ ਪਰਸਨ ਇਜ਼ ਬਾਉਂਡ ਔਰ ਆਥੋਰਾਈਜ਼ਡ ਬਾਈ ਲਾਅ ਟੂ ਰਿਸੀਵ ਐਜ਼ ਐਵੀਡੈਂਸ ਆਫ ਐਨੀ ਫੈਕਟ
makes any statement which is false, ठीक है, ਤਾਂ ऐसा व्यक्ति ਜਿਹੜਾ false statement ਦਿੰਦਾ ਹੈਗਾ, declaration ਦਿੰਦਾ ਹੈ, shall be punished in the same manner as if he gave false evidence। ਜੋ false evidence ਦੇ ਵਿੱਚ ਸਜ਼ਾ ਹੁੰਦੀ ਹੈ, ਇੱਥੇ false statement false declaration ਦੇਣ ਵਾਲੇ ਬੰਦੇ ਨੂੰ ਵੀ ਉਨੀ ਹੀ ਸਜ਼ਾ ਹੋ ਸਕਦੀ ਹੈ। ਨੈਕਸਟ ਹੈ ਸੈਕਸ਼ਨ 200, using as true such declaration knowing to be false। ਯੂਜ਼ ਕਰਨਾ ਕਿਸੇ ਡੈਕਲੇਰੇਸ਼ਨ ਨੂੰ ਜਾਣਦੇ ਹੋਏ ਵੀ ਇਹ ਫਾਲਸ ਹੈ, ਫਿਰ ਵੀ ਉਸ ਨੂੰ ਨੋਇੰਗਲੀ ਯੂਜ਼ ਕਰ ਲੈਣਾ ਵੀ ਇਹ ਠੀਕ ਹੈ, ਸੱਚੀ ਹੈ, ਠੀਕ ਹੈ। ਅਜਿਹੇ ਕੇਸ ਦੇ ਵਿੱਚ whoever corruptly uses or attempts to use, ਗਲਤ ਤਰੀਕੇ ਦੇ ਨਾਲ ਯੂਜ਼ ਕਰਦਾ ਹੈ, ਅਟੈਂਪਟ ਕਰਦਾ ਯੂਜ਼ ਕਰਨ ਦੇ ਲਈ any such declaration knowing the same to be false, ਪਤਾ ਹੁੰਦਾ ਵੀ ਉਸ ਨੂੰ ਵੀ ਇੱਕ ਫਾਲਸ ਸਟੇਟਮੈਂਟ ਹੈਗੀ ਹੈ, ਫਾਲਸ ਡੈਕਲੇਰੇਸ਼ਨ ਹੈਗੀ ਹੈ, ਤਾਂ ਐਸੇ ਵਿਅਕਤੀ ਨੂੰ ਜਿਹੜਾ ਯੂਜ਼ ਕਰਦਾ ਹੈਗਾ ਉਹਨੂੰ ਕਿੰਨੀ ਸਜ਼ਾ ਹੋ ਸਕਦੀ ਹੈ? ਉਨੀ ਹੀ ਸਜ਼ਾ ਹੋਏਗੀ ਜਿੰਨੀ ਫਾਲਸ ਐਵੀਡੈਂਸ ਦੇ ਵਿੱਚ ਹੁੰਦੀ ਹੈ। ਜੇਕਰ ਕਹਿੰਦੇ ਡੈਕਲੇਰੇਸ਼ਨ ਤਾਂ ਕਿਸੇ ਨੇ ਦਿੱਤੀ, ਐਕਸਪਲੇਨੇਸ਼ਨ ਕੀ ਕਹਿੰਦੀ ਹੈ? ਐਕਸਪਲੇਨੇਸ਼ਨ ਚ ਹੈਗਾ ਵੀ ਕਿਸੇ ਨੇ ਡੈਕਲੇਰੇਸ਼ਨ ਦਿੱਤੀ ਹੈ, ਪਰ ਉਹ ਡੈਕਲੇਰੇਸ਼ਨ ਹੈ ਕਿਸੇ ਟੈਕਨੀਕਲ ਗਰਾਊਂਡ ਦੇ ਬੇਸਿਸ ਤੇ, ਉਹ ਪ੍ਰੋਪਰ ਡੈਕਲੇਰੇਸ਼ਨ ਨਹੀਂ ਹੈਗੀ। ਪਰ ਇੱਥੇ ਕਿਹਾ ਹੈਗਾ ਵੀ ਜੇ ਡੈਕਲੇਰੇਸ਼ਨ ਫਾਲਸ ਹੈਗੀ ਹੈ, ਜੇ ਉਹ ਪ੍ਰੋਪਰ ਨਹੀਂ ਹੈਗੀ, ਤਦ ਵੀ ਸੈਕਸ਼ਨ 199 ਤੋਂ 200 ਦੇ ਵਿੱਚ, ਠੀਕ ਹੈ, ਤਾਂ ਵੀ ਉਹਦੇ ਵਿੱਚ ਉੱਥੇ ਜਿਹੜਾ ਵਿਅਕਤੀ ਡੈਕਲੇਰੇਸ਼ਨ ਦੇ ਰਿਹਾ ਹੈ, ਗਲਤ ਡੈਕਲੇਰੇਸ਼ਨ ਦੇ ਰਿਹਾ ਹੈ, ਤਾਂ ਵੀ ਉਹ ਸਜ਼ਾ ਉਸ ਨੂੰ ਮਿਲੇਗੀ। Section 201, causing disappearance of evidence of offence, giving false information to screen offender। Causing disappearance of evidence of offence, giving false information to screen offender। किसी offender ਨੂੰ ਛੁਪਾ ਲੈਣਾ, giving false information, ਗਲਤ ਇਨਫੋਰਮੇਸ਼ਨ ਦੇ ਕੇ ਕਿਸੇ ਮੁਜਰਮ ਨੂੰ, ਠੀਕ ਹੈ, ਛੁਪਾ ਲੈਣਾ, ਸਕਰੀਨ ਕਰ ਲੈਣਾ, ਛੁਪਾ ਲੈਣਾ, ਇੱਧਰ ਉੱਧਰ ਕਰ ਦੇਣਾ। ਕਾਜ਼ਿੰਗ ਡਿਸਅਪੀਅਰੈਂਸ ਆਫ ਐਵੀਡੈਂਸ ਆਫ ਅਫੈਂਸ, ਕੋਈ ਡਿਸਅਪੀਅਰ ਕਰ ਦੇਣਾ ਗਵਾਹੀ ਨੂੰ, ਕਿਸੇ ਜੁਰਮ ਦੀ ਜਿਹੜੀ ਗਵਾਹੀ ਹੈ ਉਸ ਨੂੰ ਡਿਸਅਪੀਅਰ ਕਰ ਦੇਣਾ, ਛੁਪਾ ਦੇਣਾ ਕਿਸੇ ਨੂੰ, ਕਿਸੇ ਜੁਰਮ ਨੂੰ ਲੁਕਾਉਣ ਦੀ ਖਾਤਰ, ਠੀਕ ਹੈ, ਕਿਸੇ ਜੁਰਮ ਨੂੰ ਲੁਕਾਉਣ ਦੀ ਖਾਤਰ, ਜਿਵੇਂ ਕਿਸੇ ਡੈਡ ਬੋਡੀ ਨੂੰ ਲੁਕੋ ਦੇਣਾ, ਠੀਕ ਹੈ, ਕਿਸੇ ਬੰਦੇ ਨੂੰ ਲੁਕੋ ਦੇਣਾ, ਜਾਂ ਕੋਈ ਉਹਦੇ ਜਿਹੜੇ ਮਤਲਬ ਕਿ ਕੋਈ ਸੰਦ ਵਗੈਰਾ ਜੋ ਕੋਈ ਉਹਨੇ ਆਰਮ ਐਮੂਨੀਸ਼ਨਸ ਵਗੈਰਾ ਵਰਤੇ ਆ ਉਹਨਾਂ ਨੂੰ ਛੁਪਾ ਦੇਣਾ, ਤਾਂ ਕਿ ਜਿਹੜੀ ਗਵਾਹੀ ਹੈਗੀ ਹੈ, ਤਾਂ ਕਿ ਜਿਹੜਾ ਅਫੈਂਸ ਹੈਗਾ ਉਹ ਡਿਸਕਲੋਜ਼ ਨਾ ਹੋ ਪਾਏ। ਕਾਜ਼ਸ ਐਨੀ ਐਵੀਡੈਂਸ, ਕੋਈ ਜਿਹੜੀ ਐਵੀਡੈਂਸ ਦੇ ਵਿੱਚ ਕੋਈ ਉਹਦੇ ਖਿਲਾਫ ਜਿਹੜਾ ਹੈਗਾ, ਜਿਸ ਬੰਦੇ ਨੇ ਅਫੈਂਸ ਕੀਤਾ ਹੈ ਉਹਦੇ ਖਿਲਾਫ ਜਿਹੜਾ ਹੈਗਾ ਕੋਈ ਐਵੀਡੈਂਸ ਨਾ ਐਵੀਡੈਂਸ ਵਜੋਂ ਪੇਸ਼ ਨਾ ਕੀਤਾ ਜਾ ਸਕੇ। ਇੱਦਾਂ ਦੇ ਕੇਸ ਦੇ ਵਿੱਚ ਕੋਈ ਡਿਸਅਪੀਅਰ ਕਰ ਦੇਣਾ ਕਿਸੇ ਚੀਜ਼ ਨੂੰ ਵਿਦ ਅਟੈਂਸ਼ਨ ਸਕਰੀਨਿੰਗ ਦਾ ਅਫੈਂਡਰ, ਉਹਨੂੰ ਲੁਕਾ ਲੈਣਾ ਫਰੋਮ ਦਾ ਲੀਗਲ ਪਨਿਸ਼ਮੈਂਟ, ਤਾਂ ਕਿ ਉਹਨੂੰ ਸਜ਼ਾ ਨਾ ਹੋ ਜਾਵੇ। ਇਸ ਕਰਕੇ ਜਿਹੜਾ ਦੋਸ਼ੀ ਹੈ ਉਹਨੂੰ ਛੁਪਾ ਲੈਣਾ, ਜਾਂ ਕਿਸੇ ਹੋਰ ਚੀਜ਼ ਨੂੰ ਛੁਪਾ ਲੈਣਾ ਜਿਹਦੇ ਨਾਲ ਜਿਹੜਾ ਦੋਸ਼ ਹੈ ਸਾਬਤ ਨਾ ਹੋ ਸਕੇ। ਵਿਦ ਦਾ ਅਟੈਂਸ਼ਨ ਗਿਵਸ ਐਨੀ ਇਨਫੋਰਮੇਸ਼ਨ ਰਿਸਪੈਕਟਿੰਗ ਦਾ ਅਫੈਂਸ ਵਿਚ ਹੀ ਨੋਜ਼ ਔਰ ਬਿਲੀਵਸ ਟੂ ਬੀ ਫਾਲਸ, ਜਾਂ ਕੋਈ ਇੱਦਾਂ ਦੀ ਇਨਫੋਰਮੇਸ਼ਨ ਦੇ ਦੇਣਾ ਕਿਸੇ ਕੰਸਰਨਡ ਪੁਲਿਸ ਅਧਿਕਾਰੀ ਨੂੰ ਜਾਂ ਕਿਸੇ ਇਲਾਕਾ ਮੈਜਿਸਟ੍ਰੇਟ ਨੂੰ, ਇੱਦਾਂ ਦੀ ਕੋਈ ਇਨਫੋਰਮੇਸ਼ਨ ਦੇਣਾ ਜਿਹਦੇ ਕਰਕੇ ਕੀ ਹੈਗਾ ਨੋਜ਼ ਬਿਲੀਵਸ ਟੂ ਬੀ ਫਾਲਸ, ਉਹ ਕਹਿੰਦਾ ਪਤਾ ਉਸ ਨੂੰ ਇਹ ਫਾਲਸ ਇਨਫੋਰਮੇਸ਼ਨ ਦੇ ਰਿਹਾ ਮੈਂ। ਮਨਸ਼ਾ ਉਹਦੀ ਕੀ ਹੈ? ਮਨਸ਼ਾ ਇਹ ਹੈ ਵੀ ਜਿਹੜਾ ਅਫੈਂਸ ਹੋਇਆ ਹੈਗਾ ਉਹ ਅਫੈਂਸ ਡਿਸਕਲੋਜ਼ ਨਾ ਹੋਵੇ, ਠੀਕ ਹੈ। ਹੁਣ ਗੱਲ ਆ ਗਈ ਵੀ ਤਾਂ ਉਹਦੀ ਸਜ਼ਾ ਕਿੰਨੀ ਹੋਏਗੀ? ਇਫ ਦਾ ਕੈਪੀਟਲ ਅਫੈਂਸ, ਜੇਕਰ ਅਫੈਂਸ ਹੈ ਕੈਪੀਟਲ ਹੈ, ਸ਼ੈਲ ਇਫ ਦਾ ਅਫੈਂਸ ਵਿਚ ਹੀ ਨੋਜ਼ ਔਰ ਬਿਲੀਵਸ ਟੂ ਬੀ ਕਮਿਟਡ ਇਜ਼ ਪਨਿਸ਼ੇਬਲ ਵਿਦ ਡੈਥ। ਕੈਪੀਟਲ ਦੀ ਗੱਲ ਕਰਦੇ ਆਪਾਂ ਵੀ ਕੈਪੀਟਲ ਕਿਹੜਾ ਅਫੈਂਸ ਹੁੰਦਾ ਜਿਸ 'ਚ ਮੌਤ ਦੀ ਸਜ਼ਾ ਹੋ ਸਕਦੀ ਹੈ। ਜੇਕਰ ਅਫੈਂਸ ਹੈ ਕੈਪੀਟਲ ਹੈ, ਪਰ ਜਿਹੜਾ ਕੋਈ ਵਿਅਕਤੀ ਹੈਗਾ ਉਸਨੇ ਇਹ ਜਿਹੜਾ ਮਤਲਬ ਕਿ ਛੁਪਾਇਆ ਸਾਰਾ ਕੁਛ ਤਾਂ ਕਿ ਡਿਸਕਲੋਜ਼ ਨਾ ਹੋ ਜਾਵੇ। ਤਾਂ ਜੇਕਰ ਅਫੈਂਸ ਡੈਥ ਦਾ ਕੇਸ ਹੈ ਜਿਹਦੇ ਵਿੱਚ ਇੰਨਾ ਅਫੈਂਸ ਵੱਡਾ ਅਫੈਂਸ ਹੈ ਜਿਸ 'ਚ ਮੌਤ ਦੀ ਸਜ਼ਾ ਹੋ ਸਕਦੀ ਹੈ ਵਿਅਕਤੀ ਨੂੰ, ਅਫੈਂਡਰ ਨੂੰ, ਤਾਂ ਇੱਥੇ ਉਹ ਵਿਅਕਤੀ ਜਿਹੜਾ ਮਤਲਬ ਕਿ ਅਫੈਂਡਰ ਨੂੰ ਲੁਕੋ ਰਿਹਾ ਹੈ ਜਾਂ ਕਿਸੇ ਹੋਰ ਚੀਜ਼ ਨੂੰ ਲੁਕੋ ਰਿਹਾ ਹੈ, ਤਾਂ ਉਹਨੂੰ ਕਿੰਨੀ ਸਜ਼ਾ ਹੋ ਸਕਦੀ ਹੈ? ਉਹਨੂੰ 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਜੇਕਰ ਅਫੈਂਡ ਹੈ, ਜੇਕਰ ਅਫੈਂਸ ਜਿਹੜਾ ਹੈਗਾ ਉਹਦੇ ਵਿੱਚ ਉਮਰ ਕੈਦ ਹੋ ਸਕਦੀ ਹੈ, ਜਿਹੜਾ ਅਫੈਂਸ ਹੈ ਉਹ 'ਚ ਉਮਰ ਕੈਦ ਹੋ ਸਕਦੀ ਹੈ, ਤਾਂ ਅਜਿਹੇ ਕੇਸ ਦੇ ਵਿੱਚ
ਜਿਹੜਾ ਦੋਸ਼ੀ ਹੈ, ਜਿਸ ਬੰਦੇ ਨੇ ਉਹ ਜਿਹੜੀ ਗਵਾਹੀ ਲੁਕੋਈ ਹੈ ਜਾਂ ਉਹਦੀ ਹੈਲਪ ਕੀਤੀ ਹੈਗੀ ਹੈ, ਦੋਸ਼ੀ ਨੂੰ ਛੁਪਾਇਆ ਹੈਗਾ, ਤਾਂ ਉਸ ਵਿਅਕਤੀ ਨੂੰ 3 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਜੇਕਰ ਫਿਰ ਵੀ ਅੱਗੇ ਜਾ ਕੇ ਇਫ ਦਾ ਪਨਿਸ਼ਮੈਂਟ ਪਨਿਸ਼ੇਬਲ ਵਿਦ ਲੈਸ ਦੈਨ 10 ਇਅਰਸ, ਜੇਕਰ ਸਜ਼ਾ ਉਸ ਕੇਸ ਦੇ ਵਿੱਚ ਜਿਹੜਾ ਅਫੈਂਸ ਕਮਿਟ ਹੋਇਆ ਹੈਗਾ, ਜੇਕਰ ਉਸ ਅਫੈਂਸ ਦੀ ਜਿਹੜੀ ਸਜ਼ਾ ਹੈਗੀ ਹੈ 10 ਸਾਲ ਤੋਂ ਘੱਟ ਹੈਗੀ ਹੈ, ਠੀਕ ਹੈ। ਐਂਡ ਇਫ ਦਾ ਅਫੈਂਸ ਇਜ਼ ਪਨਿਸ਼ੇਬਲ ਵਿਦ ਇੰਪ੍ਰਿਜ਼ਨਮੈਂਟ ਫॉर ਐਨੀ ਟਰਮ ਨਾਟ ਐਕਸੀਡਿੰਗ 10 ਈਅਰ, ਜੇਕਰ 10 ਸਾਲ ਤੋਂ ਘੱਟ ਦੀ ਸਜ਼ਾ ਹੋ ਸਕਦੀ ਹੈ। ਐਸਾ ਜ਼ੁਲਮ ਕੀਤਾ ਹੈ, ਐਸੇ ਜ਼ੁਲਮ ਦੇ ਵਿੱਚ ਉਸ ਵਿਅਕਤੀ ਨੂੰ ਲੁਕੋਇਆ ਜਾ ਰਿਹਾ ਹੈ, ਜਿਸ ਵਿਅਕਤੀ ਨੇ ਅਫੈਂਸ ਕੀਤਾ ਹੈ, ਜਾਂ ਉਹਦੀ ਕੋਈ ਹੈਲਪ ਕੀਤੀ ਜਾ ਰਹੀ ਹੈ, ਕੋਈ ਡੈਡ ਬੋਡੀ ਲੁਕੋਈ ਜਾ ਰਹੀ ਹੈ, ਠੀਕ ਹੈ। ਅਜਿਹੇ ਕੇਸ ਦੇ ਵਿੱਚ ਜਿਹੜੀ ਸਜ਼ਾ ਹੈਗੀ ਹੈ, ਜਿੱਥੇ ਸਜ਼ਾ ਅਫੈਂਸ ਦੀ 10 ਸਾਲ ਤੋਂ ਘੱਟ ਹੈ, ਤਾਂ ਉਸ ਕੇਸ ਦੇ ਵਿੱਚ ਜਿਹੜੀ ਸਜ਼ਾ ਹੋ ਸਕਦੀ ਹੈ ਇਸ ਬੰਦੇ ਨੂੰ, ਤਾਂ ਉਹ ਸਿਰਫ 1/4 ਪਾਰਟ ਆਫ ਦਾ ਲੌਂਗੈਸਟ ਟਰਮ, ਜਿੰਨੀ ਉਸ ਅਫੈਂਸ ਦੀ ਸਜ਼ਾ ਹੋਏਗੀ, ਉਸ ਅਫੈਂਸ ਦਾ ਚੌਥਾ ਹਿੱਸਾ ਸਜ਼ਾ ਉਸ ਵਿਅਕਤੀ ਨੂੰ ਹੋ ਸਕਦੀ ਹੈ, ਜਿਹੜਾ ਉਸ ਅਫੈਂਡਰ ਨੂੰ ਲੁਕੋ ਰਿਹਾ ਹੈਗਾ ਜਾਂ ਉਹਦੀ ਕੋਈ ਹੈਲਪ ਕਰ ਰਿਹਾ ਹੈ। ਐਗਜ਼ਾਮਪਲ ਹੈ A knowing that B has murdered Z, ਇਹਨੂੰ ਪਤਾ ਹੈ ਵੀ ਜਿਹੜਾ B ਨੇ Z ਦਾ ਮਰਡਰ ਕੀਤਾ ਹੈ, ਠੀਕ ਹੈ। assist B to hide the body with the intention of screening B from the punishment, Z ਦੀ ਬੋਡੀ ਨੂੰ ਲੁਕਾਉਣ ਦੇ ਵਿੱਚ B ਦੀ ਮਦਦ ਕਰਦਾ ਹੈ। ਇਹਨੂੰ ਪਤਾ ਹੈ ਵੀ B ਨੇ Z ਦਾ ਮਰਡਰ ਕੀਤਾ ਹੈ, ਠੀਕ ਹੈ। ਹੁਣ B ਦੀ ਹੈਲਪ ਕਰਦਾ ਕਾਹਦੇ ਲਈ? Z ਦੀ ਬੋਡੀ ਨੂੰ ਲੁਕਾਉਣ ਦੀ ਖਾਤਰ, ਤਾਂ ਕਿ ਜਿਹੜਾ B ਹੈਗਾ ਉਹਨੂੰ ਕੋਈ ਸਜ਼ਾ ਨਾ ਹੋ ਜਾਵੇ, ਉਹਨੂੰ ਕੋਈ ਪਨਿਸ਼ਮੈਂਟ ਨਾ ਹੋ ਜਾਵੇ, ਇਸ ਦੇ ਲਈ B ਦੀ ਹੈਲਪ ਕਰਦਾ ਹੈਗਾ, Z ਦੀ ਬੋਡੀ ਨੂੰ ਲੁਕਾਉਣ ਦੇ ਵਿੱਚ ਮਦਦ ਕਰਦਾ ਹੈ। B ਦੀ is liable to the imprisonment of either description for 7 years and also to fine, ਇੱਥੇ ਇਸ ਨੂੰ ਜਿਹੜਾ ਹੈਗਾ ਇਹ ਹੈਗਾ ਉਸ ਨੂੰ 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਨੈਕਸਟ ਹੈ ਇੰਟੈਂਸ਼ਨਲ ਓਮਿਸ਼ਨ। ਓਮਿਸ਼ਨ ਕੀ ਹੁੰਦਾ ਹੈ? ਇੱਕ ਹੁੰਦਾ ਐਕਟ, ਦੂਜਾ ਹੁੰਦਾ ਅਮਿਸ਼ਨ। ਐਕਟ ਹੁੰਦਾ ਕੰਮ ਕਰਨਾ, ਅਮਿਸ਼ਨ ਹੁੰਦਾ ਕੰਮ ਨਾ ਕਰਨਾ, ਠੀਕ ਹੈ। ਇੰਟੈਂਸ਼ਨਲ ਅਮਿਸ਼ਨ ਟੂ ਗਿਵ ਇਨਫੋਰਮੇਸ਼ਨ ਆਫ ਅਫੈਂਸ ਬਾਈ ਪਰਸਨ ਬਾਉਂਡ ਟੂ ਇਨਫੋਰਮ, ਕੋਈ ਵਿਅਕਤੀ ਹੈਗਾ ਉਹਦੀ ਜ਼ਿੰਮੇਵਾਰੀ ਬਣਦੀ ਹੈ, ਕੋਈ ਅਫੈਂਸ ਹੋ ਰਿਹਾ ਉਸ ਦੀ ਇਨਫੋਰਮੇਸ਼ਨ ਦੇਣਾ, ਠੀਕ ਹੈ, ਪਰ ਉਹ ਲੀਗਲੀ ਤੌਰ ਤੇ ਬਾਉਂਡ ਹੈ। ਇੰਟੈਂਸ਼ਨਲ ਓਮਿਸ਼ਨ ਟੂ ਗਿਵ ਇਨਫੋਰਮੇਸ਼ਨ ਆਫ ਅਫੈਂਸ ਬਾਈ ਪਰਸਨ ਬਾਉਂਡ ਟੂ ਇਨਫੋਰਮ, ਕੋਈ ਵਿਅਕਤੀ ਹੈ, ਜਿਵੇਂ ਕੋਈ ਚੌਕੀਦਾਰ ਦੀ ਗੱਲ ਕਰ ਲਈਏ ਜਾਂ ਕੋਈ ਹੋਰ ਵਿਅਕਤੀ ਕੋਈ ਕਿਸੇ ਆਫਿਸ ਦੇ ਵਿੱਚ ਲੱਗਿਆ ਹੋਇਆ ਹੈਗਾ, ਉਹਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਵੀ ਉਹਨੇ ਇਨਫੋਰਮੇਸ਼ਨ ਦੇਣੀ ਹੁੰਦੀ ਹੈ ਕੰਸਰਨਡ ਆਫਿਸਰਸ ਨੂੰ, ਠੀਕ ਹੈ, ਪਰ ਜਾਣਬੁੱਝ ਕੇ ਉਹ ਚੁੱਪ ਕਰ ਜਾਂਦਾ ਹੈ, ਇਨਫੋਰਮੇਸ਼ਨ ਨਹੀਂ ਦਿੰਦਾ ਹੈਗਾ, ਠੀਕ ਹੈ ਜੀ। ਤਾਂ ਉਹਦੇ ਵਿੱਚ ਕੀ ਹੋਏਗਾ? ਸ਼ੈਲ ਬੀ ਪੁਨਿਸ਼ਡ ਵਿਦ ਇੰਪ੍ਰਿਜ਼ਨਮੈਂਟ ਆਫ ਆਈਦਰ ਡਿਸਕ੍ਰਿਪਸ਼ਨ ਫਾਰ ਏ ਟਰਮ 6 months ਔਰ ਫਾਈਨ ਔਰ ਬੋਥ। ਇਨਫੋਰਮੇਸ਼ਨ ਦੇਣ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਇਨਫੋਰਮੇਸ਼ਨ ਨਹੀਂ ਦਿੰਦਾ, ਜਾਣਬੁੱਝ ਕੇ ਇਨਫੋਰਮੇਸ਼ਨ ਨਹੀਂ ਦਿੰਦਾ, ਤਾਂ ਇੱਥੇ ਉਹ ਵਿਅਕਤੀ ਜਿਹੜਾ ਜ਼ਿੰਮੇਵਾਰ ਹੈਗਾ ਉਹਨੂੰ 6 ਮਹੀਨੇ ਤੱਕ ਦੀ ਸਜ਼ਾ ਹੋ ਸਕਦੀ ਹੈ ਤੇ ਫਾਈਨ ਵੀ ਹੋ ਸਕਦਾ ਹੈ। ਸੈਕਸ਼ਨ 203 ਹੈ ਜੀ। 203 ਚ ਕੀ ਹੈ? ਗਿਵਿੰਗ ਫਾਲਸ ਇਨਫੋਰਮੇਸ਼ਨ। ਹੁਣ 202 ਚ ਅਸੀਂ ਪੜ੍ਹਿਆ ਸੀ ਇਨਫੋਰਮੇਸ਼ਨ ਦਿੰਦਾ ਨਹੀਂ ਹੈਗਾ, ਉੱਥੇ ਸਜ਼ਾ ਕਿੰਨੀ ਸੀ? 6 ਮਹੀਨਿਆਂ ਦੀ, ਠੀਕ ਹੈ। 203 ਚ ਅਸੀਂ ਪੜ੍ਹਦੇ ਹਾਂ ਇਨਫੋਰਮੇਸ਼ਨ ਦਿੰਦਾ ਹੈ ਪਰ ਫਾਲਸ ਦਿੰਦਾ ਹੈ। ਸੈਕਸ਼ਨ 203 ਗਿਵਿੰਗ ਫਾਲਸ ਇਨਫੋਰਮੇਸ਼ਨ ਰਿਸਪੈਕਟਿੰਗ ਐਨ ਅਫੈਂਸ ਕਮਿਟਡ, ਕੋਈ ਅਫੈਂਸ ਕਮਿਟ ਹੋਇਆ ਉਹਦੇ ਰਿਗਾਰਡਿੰਗ ਜਿਹੜੀ ਇਨਫੋਰਮੇਸ਼ਨ ਦੇਣੀ ਸੀ ਸਹੀ ਇਨਫੋਰਮੇਸ਼ਨ ਦੇਣ ਦੀ ਬਜਾਏ ਗਲਤ ਇਨਫੋਰਮੇਸ਼ਨ ਦਿੰਦਾ ਹੈਗਾ ਕੰਸਰਨਡ ਅਥਾਰਟੀ ਨੂੰ, ਜਿੱਥੇ ਚਾਹੇ ਪੁਲਿਸ ਨੂੰ ਇਨਫੋਰਮੇਸ਼ਨ ਦੇਣੀ ਸੀ, ਚਾਹੇ ਕਿਸੇ ਹੋਰ ਅਧਿਕਾਰੀ ਨੂੰ ਇਨਫੋਰਮੇਸ਼ਨ ਦੇਣੀ ਸੀਗੀ, ਪਰ ਇਨਫੋਰਮੇਸ਼ਨ ਗਲਤ ਦਿੰਦਾ ਹੈਗਾ, ਤਾਂ ਉੱਥੇ ਕੀ ਹੋਏਗਾ? ਜਿਹੜਾ ਵਿਅਕਤੀ ਹੈ ਇਹਨੂੰ 2 ਸਾਲ ਤੱਕ ਦੀ ਜਿਹੜੀ ਸਜ਼ਾ ਹੈ ਕੀਤੀ ਜਾ ਸਕਦੀ ਹੈ ਔਰ ਫਾਈਨ ਵੀ ਹੋ ਸਕਦਾ ਹੈ ਅੰਡਰ ਦਿਸ ਸੈਕਸ਼ਨ। ਨੈਕਸਟ ਸੈਕਸ਼ਨ 204। Section 204 destruction of document or electronic record to prevent its production as evidence। ਹੁਣ ਦੇਖੋ ਕੋਈ ਕੋਰਟ ਪਤਾ ਕਿਸੇ ਵਿਅਕਤੀ ਨੂੰ ਵੀ ਇਹ ਜਿਹੜਾ ਰਿਕਾਰਡ ਹੈਗਾ ਮੈਂ ਕੋਰਟ 'ਚ ਪੇਸ਼ ਕਰਨਾ ਪਏਗਾ, ਮੈਨੂੰ ਕੋਈ ਐਸਾ offense commit ਹੋ ਗਿਆ, ठीक है, कोई रिकॉर्ड है अकाउंट्स का कोई रिकॉर्ड है
ਜਾਂ ਕੋਈ ਹੋਰ ਰਿਕਾर्ड ਹੈ ਕਿਸੇ ਦਫ਼ਤਰ ਦਾ, ਕੋਈ offense ਕਮਿਟ ਹੋ ਗਿਆ, ਕੋਈ ਜਿਸ ਦਾ ਪਤਾ ਹੈਗਾ ਕੰਸਰਨਡ ਅਥਾਰਟੀ ਨੂੰ, ਜਿਹਦੇ ਕੋਲ ਰਿਕਾर्ड ਹੈਗਾ ਵੀ ਇਹ ਜਿਹੜਾ ਰਿਕਾर्ड ਹੈ ਮੈਨੂੰ ਕੁਝ ਟਾਈਮ ਬਾਅਦ ਕੇ ਤੁਹਾਨੂੰ ਕਿਸੇ ਕ੍ਰਿਮੀਨਲ ਕੋਰਟ ਦੇ ਵਿੱਚ ਜਾਂ ਕਿਸੇ ਸਿਵਲ ਕੋਰਟ ਦੇ ਵਿੱਚ ਪੇਸ਼ ਕਰਨਾ ਪੈ ਸਕਦਾ ਹੈਗਾ। ਤਾਂ ਅਜਿਹੇ ਕੇਸ ਦੇ ਵਿੱਚ ਕੀ ਹੈਗਾ, ਉਹ ਰਿਕਾर्ड ਨੂੰ ਡਿਸਟਰਕਟ ਕੀਤਾ ਜਾਵੇ, ਖਰਾਬ ਕੀਤਾ ਜਾਵੇ। ਠੀਕ ਹੈ, ਡਾਕੂਮੈਂਟ ਨੂੰ ਡਿਸਟਰਕਸ਼ਨ ਆਫ ਡਾਕੂਮੈਂਟ, ਕੋਈ ਡਾਕੂਮੈਂਟ ਉਹਦੇ ਵਿੱਚ ਹੈਗੇ ਨੇ ਉਹਨੂੰ ਮਤਲਬ ਖਰਾਬ ਕਰਤਾ ਜਾਵੇ, ਛਪਾ ਦਿੱਤਾ ਜਾਵੇ, ਇਲੈਕਟ੍ਰੋਨਿਕ ਰਿਕਾर्ड ਹੈ ਚਾਹੇ, ਉਹਨੂੰ ਉਹਦੇ ਵਿੱਚ ਵੀ ਕੋਈ ਨਾ ਕੋਈ ਹੇਰਾਫੇਰੀ ਕਰ ਦਿੱਤੀ ਜਾਵੇ ਟੂ ਪ੍ਰੀਵੈਂਟ ਇਟਸ ਪ੍ਰੋਡਕਸ਼ਨ, ਤਾਂ ਕਿ ਇਹ ਕੰਸਰਨ ਕੋਰਟ ਦੇ ਵਿੱਚ ਐਜ਼ ਏ ਗਵਾਹੀ ਪੇਸ਼ ਨਾ ਹੋ ਸਕੇ। ਠੀਕ ਹੈ, ਅਜਿਹੇ ਕੇਸ ਦੇ ਵਿੱਚ ਕੀ ਹੋਏਗਾ, ਅਜਿਹੇ ਕੇਸ ਦੇ ਵਿੱਚ ਲਾਫੁਲੀ ਸਮਨਡ ਔਰ ਰਿਕੁਆਇਰਡ ਟੂ ਪ੍ਰੋਡਿਊਸ ਦਾ ਸੇਮ, ਜਦੋਂ ਕਿ ਉਹਦੇ ਕੋਲ ਸਮਨ ਆਉਂਦਾ ਹੈ ਉਹ ਉੱਥੇ ਜਾ ਕੇ ਕਹੇ ਵੀ ਹਾਂ ਇਹ ਤਾਂ ਡਾਕੂਮੈਂਟ ਹੈ ਨਹੀਂ ਗਿਆ ਜੀ, ਰਿਕਾर्ड 'ਚ ਨਹੀਂ ਹੈਗਾ ਜੀ, ਸ਼ੈਲ ਵੀ ਕੋਈ ਜੇ ਸਾਬਤ ਹੋ ਜਾਂਦਾ ਵੀ ਹਾਂ ਇਹ ਜਾਣਬੁੱਝ ਕੇ ਰਿਕਾर्ड ਜਿਹੜਾ ਇਸ ਨੇ ਖਰਾਬ ਕੀਤਾ ਗਿਆ ਹੈਗਾ ਜਾਂ ਛਪਾਇਆ ਗਿਆ ਹੈਗਾ, punished with the imprisonment 2 years ਸਕਦੀ, 2 ਸਾਲ ਤੱਕ ਦੀ ਸਜ਼ਾ ਉਸ ਵਿਅਕਤੀ ਨੂੰ ਹੋ ਸਕਦੀ ਹੈ ਜਿਹੜਾ ਡਾਕੂਮੈਂਟ ਨੂੰ ਖਰਾਬ ਕਰਦਾ ਹੈ, ਚਾਹੇ ਉਹ ਡਾਕੂਮੈਂਟ ਪੇਪਰ ਪੇ ਕੋਈ ਬੁੱਕਸ ਦੇ ਵਿੱਚ ਕੋਈ ਪੇਪਰ ਹੈਗੇ ਆ, ਚਾਹੇ ਕੋਈ ਫਾਈਲ ਦੇ ਵਿੱਚ ਪੇਪਰ ਹੈਗੇ ਆ, ਚਾਹੇ ਕੋਈ ਇਲੈਕਟ੍ਰੋਨਿਕ ਰਿਕਾर्ड ਹੈਗਾ, ਚਾਹੇ ਕੋਈ ਸੀਰੀਜ਼ ਹੈ, ਚਾਹੇ ਕੋਈ ਪੈਨ ਡਰਾਈਵ ਹੈ, ਚਾਹੇ ਕੁਝ ਵੀ ਹੈਗਾ, ਜਿਹੜਾ ਵੀ ਡਾਕੂਮੈਂਟ ਹੈਗਾ ਉਹ ਕਿਸੇ ਵੀ ਸ਼ੇਪ 'ਚ ਹੋ ਸਕਦਾ ਹੈ, ਉਹਦੀ ਕੋਈ ਡਿਸਟ੍ਰਕਸ਼ਨ ਕਰਦਾ ਹੈ ਤਾਂ ਉਹਨੂੰ 2 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਤੇ ਫਾਈਨ ਵੀ ਹੋ ਸਕਦਾ ਹੈ, ਦੋਨੋਂ ਵੀ ਹੋ ਸਕਦੇ ਨੇ। ਨੈਕਸਟ ਹੈ ਸੈਕਸ਼ਨ 205 ਫਾਲਸ ਪਰਸੋਨੇਸ਼ਨ। ਫਾਲਸ ਪਰਸੋਨੇਸ਼ਨ, ਪਰਸੋਨੇਸ਼ਨ ਕਿਸੇ ਵਿਅਕਤੀ ਨੂੰ ਜਾਣਬੁੱਝ ਕੇ ਗਲਤ ਕਹਿ ਦੇਣਾ, ਬੰਦਾ ਕੋਈ ਹੋਰ ਹੈ ਪਰ ਕਹਿ ਦੇਣਾ ਕਿ ਕੋਈ ਹੋਰ ਹੈ, ਕਿਸੇ ਨੂੰ ਨਾ ਪਹਿਚਾਨਣਾ, ਜਾਣਦੇ ਹੋਏ ਵੀ ਨਾ ਪਹਿਚਾਨਣਾ। ਠੀਕ ਹੈ, A ਨੂੰ B ਕਹਿਣਾ, B ਨੂੰ C ਕਹਿਣਾ, ਇਹਨੂੰ ਕਹਿੰਦੇ ਫਾਲਸ ਪਰਸੋਨੇਸ਼ਨ ਫॉर द पर्पस ऑफ एक्ट और प्रोसीडिंग इन सूट और प्रोसिक्यूशन, ਕੋਈ ਪ੍ਰੋਸੀਕਿਊਸ਼ਨ ਦੀ ਕਾਰਵਾਈ ਚੱਲ ਰਹੀ ਹੈ, ਕਿਸੇ ਵਿਅਕਤੀ ਦੇ ਖਿਲਾਫ ਕੋਈ ਕ੍ਰਿਮੀਨਲ ਦਾਵਾ ਚੱਲਦਾ ਹੈਗਾ, ਉਹਦੀ ਪ੍ਰੋਸੀਡਿੰਗ ਚੱਲ ਰਹੀਆਂ ਨੇ। ਠੀਕ ਹੈ, ਉੱਥੇ ਕੋਰਟ ਦੇ ਵਿੱਚ ਕੋਈ ਵਿਅਕਤੀ ਜਾ ਕੇ ਐਵੀਡੈਂਸ ਦਿੰਦਾ ਹੈ, ਪੇਸ਼ ਹੁੰਦਾ ਹੈਗਾ, ਉੱਥੇ A ਪਰਸਨ ਨੂੰ B ਕਹਿੰਦਾ ਹੈ ਵੀ ਤਾਂ ਮੈਂ ਨਹੀਂ ਇਹਨੂੰ ਜਾਣਦਾ, ਇਹ ਤਾਂ B ਪਰਸਨ ਹੈਗਾ। ਠੀਕ ਹੈ, ਹੂਐਵਰ ਫਾਲਸਲੀ ਪਰਸੋਨੇਟਸ ਐਨਦਰ, ਕਿਸੇ ਹੋਰ ਵਿਅਕਤੀ ਨੂੰ ਕੁਝ ਹੋਰ ਦੱਸਦਾ ਹੈਗਾ। ਅਜਿਹੇ ਕੇਸ ਦੇ ਵਿੱਚ ਕੀ ਹੈਗਾ, ਜਿਹੜਾ ਬੰਦਾ ਹੈਗਾ ਜੇ ਉਹ ਸਾਬਤ ਹੋ ਜਾਂਦਾ ਵੀ ਇਸਨੇ ਜਾਣਬੁੱਝ ਕੇ ਇਹਨੂੰ ਪਤਾ ਸੀਗਾ ਵੀ ਇਹਦਾ ਨਾਮ ਕੀ ਹੈਗਾ, ਇਹ ਵਿਅਕਤੀ ਕੌਣ ਹੈ, ਇਹਦਾ ਨਾਮ ਕੀ ਹੈ, ਪਤਾ ਹੈ ਇਸਨੂੰ, ਪਰ ਫਿਰ ਵੀ ਉਹ ਜਾਣਬੁੱਝ ਕੇ ਗਲਤ ਸਟੇਟਮੈਂਟ ਦਿੰਦਾ ਹੈ, ਗਲਤ ਗਵਾਹੀ ਦਿੰਦਾ ਹੈਗਾ, ਤਾਂ ਇਸ ਦੇ ਕੇਸ ਦੇ ਵਿੱਚ ਜਿਹੜੀ ਸਜ਼ਾ ਇਸ ਵਿਅਕਤੀ ਨੂੰ ਕਿੰਨੀ ਹੋ ਸਕਦੀ ਹੈ, 3 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ, ਫਾਈਨ ਵੀ ਹੋ ਸਕਦਾ ਹੈ, ਦੋਨੋਂ ਵੀ ਹੋ ਸਕਦਾ ਹੈ। ਨੈਕਸਟ ਸੈਕਸ਼ਨ 206 ਹੈ ਜੀ, fraudulent removal or concealment of property to prevent its seizure as forfeited or in execution। ਕੋਈ ਪ੍ਰਾਪਰਟੀ ਦੀ ਕੋਈ ਡਿਗਰੀ ਆ ਗਈ, ਕਿਸੇ ਪ੍ਰਾਪਰਟੀ ਦੇ ਖਿਲਾਫ ਕੋਈ ਡਿਗਰੀ ਹੈ, ਕਿਸੇ ਵਿਅਕਤੀ ਦੇ ਕੋਲ ਕੋਈ ਡਿਗਰੀ ਹੈ, ਉਹਦੀ ਐਗਜੀਕਿਊਸ਼ਨ ਹੋਣੀ ਹੈ, ਉਸ ਪ੍ਰਾਪਰਟੀ ਦੀ ਸੇਲ ਹੋਣੀ ਹੈ। ਠੀਕ ਹੈ, ਬੋਲੀ ਹੋਣੀ ਹੈ, ਆਕਸ਼ਨ ਹੋਣੀ ਹੈ, ਤਾਂ ਵਿਅਕਤੀ ਨੂੰ ਪਤਾ ਲੱਗ ਜਾਂਦਾ ਪਹਿਲਾਂ ਹੀ ਵੀ ਮੇਰੀ ਇਹ ਪ੍ਰਾਪਰਟੀ ਦੇ ਅਗੇਂਸਟ ਕੋਈ ਡਿਗਰੀ ਆਈ ਹੈ, ਕੋਈ ਡਿਗਰੀ ਪਾਸ ਹੋ ਗਈ ਹੈ, ਜਿਹਦੇ ਅਗੇਂਸਟ ਜਿਹੜੀ ਮੇਰੀ ਪ੍ਰਾਪਰਟੀ ਹੈ ਉਹ ਸੇਲ ਹੋ ਜਾਣੀ ਹੈ, ਉਹਦੀ ਬੋਲੀ ਹੋਣੀ ਹੈ। ਤਾਂ ਅਜਿਹੇ ਕੇਸ ਦੇ ਵਿੱਚ ਜਾਣਬੁੱਝ ਕੇ ਫਰਾਡੂਲੈਂਟਲੀ ਝੂਠੇ ਤਰੀਕੇ ਦੇ ਨਾਲ ਰਿਮੂਵ ਕਰ ਲੈਂਦਾ ਉਸ ਨੂੰ, ਪ੍ਰਾਪਰਟੀ ਨੂੰ, ਰਿਮੂਵਲ ਔਰ ਕੰਸੀਲਮੈਂਟ ਆਫ ਦਾ ਪ੍ਰਾਪਰਟੀ ਨੂੰ ਛੁਪਾ ਲੈਂਦਾ ਹੈ। ਠੀਕ ਹੈ, ਟੂ ਪ੍ਰੀਵੈਂਟ ਇਟਸ ਸੀਜ਼ਰ, ਤਾਂ ਕਿ ਉਹ ਜ਼ਬਤ ਨਾ ਹੋ ਜਾਵੇ, ਬੋਲੀ ਦੇ ਵਿੱਚ ਅਟੈਚ ਨਾ ਹੋ ਜਾਵੇ, ਕਿਸੇ ਡਿਗਰੀ ਦੇ ਵਿੱਚ ਅਟੈਚ ਨਾ ਹੋ ਜਾਵੇ, ਔਰ ਫॉरफिट ਨਾ ਹੋ ਜਾਵੇ, ਜ਼ਬਤ ਨਾ ਹੋ ਜਾਵੇ, ਔਰ ਇਨ ਐਗਜੀਕਿਊਸ਼ਨ 'ਚ ਉਹਦੀ ਨਾਮੀ ਨਾ ਹੋ ਜਾਵੇ, ਉਹਦੀ ਬੋਲੀ ਨਾ ਹੋ ਜਾਵੇ, ਕੋਈ ਅਟੈਚ ਨਾ ਹੋ ਜਾਵੇ। ਠੀਕ ਹੈ, ਅਜਿਹੇ ਕੇਸ ਦੇ ਵਿੱਚ ਕੀ ਹੈਗਾ, ਉਹ ਜਿਹੜਾ ਮਾਲਕ ਹੈ, ਜਿਹੜਾ ਬੰਦਾ ਆਪਣੀ ਪ੍ਰਾਪਰਟੀ ਨੂੰ ਛੁਪਾਉਂਦਾ ਹੈਗਾ, ਤਾਂ ਉਸ ਵਿਅਕਤੀ ਨੂੰ ਜਿਹੜੀ ਸਜ਼ਾ ਕਿੰਨੀ ਹੋ ਸਕਦੀ ਹੈ, 2 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ, ਤੇ ਫਾਈਨ ਵੀ ਹੋ ਸਕਦਾ ਹੈ, ਤੇ ਦੋਨੋਂ ਵੀ ਹੋ ਸਕਦੇ ਨੇ। ਜਿਵੇਂ ਕੋਈ ਮੂਵੇਬਲ ਪ੍ਰਾਪਰਟੀ ਦੀ ਗੱਲ ਕਰਦੇ ਆਪਾਂ ਇੱਥੇ, ਕਿਉਂਕਿ ਜਿਹੜੀ ਇਮੂਵੇਬਲ ਪ੍ਰਾਪਰਟੀ ਹੈ ਉਹਨੂੰ ਤਾਂ ਤੁਸੀਂ ਛੁਪਾ ਨਹੀਂ ਸਕੋਗੇ। ਕੋਈ ਕਾਰ ਦੀ ਬੋਲੀ ਆ ਗਈ, ਕੋਈ ਟਰੱਕ ਹੈ, ਕੋਈ ਬੱਸ ਹੈ, ਉਹਦੀ ਬੋਲੀ ਆ ਗਈ। ਠੀਕ ਹੈ, ਪਤਾ ਹੈ ਉਸਨੂੰ ਕੋਈ ਵਿਅਕਤੀ ਡਿਗਰੀ ਹੋਲਡਰ ਹੈ, ਕੋਈ ਉਹ ਲੈ ਕੇ ਆ ਗਿਆ, ਉਹਦੇ ਅਗੇਂਸਟ ਵੀ ਹੁਣ ਇਹ ਨਿਲਾਮੀ ਹੋਣੀ ਹੈ ਜਾਂ ਜ਼ਬਤ ਹੋਣੀ ਹੈ ਜਾਂ ਸੀਜ਼ਰ ਹੋਣੀ ਹੈ, ਤਾਂ ਉਹ ਵਿਅਕਤੀ ਜਿਹੜਾ ਹੈਗਾ ਫਰਾਡੂਲੈਂਟਲੀ ਜਾਣਬੁੱਝ ਕੇ ਉਸ ਆਪਦੀ ਵਹੀਕਲ ਨੂੰ ਜਾਂ ਕਿਸੇ ਮੂਵੇਬਲ ਪ੍ਰਾਪਰਟੀ ਨੂੰ ਇੱਧਰ ਉੱਧਰ ਛੁਪਾ ਦਿੰਦਾ ਹੈਗਾ। ਠੀਕ ਹੈ, ਤਾਂ ਅਜਿਹੇ ਕੇਸ ਜਿਹੜੀ ਸਜ਼ਾ ਹੈਗੀ ਉਹਨੂੰ 2 ਸਾਲ ਤੱਕ ਦੀ ਹੋ ਸਕਦੀ ਹੈ। ਸੈਕਸ਼ਨ 207 ਕੀ ਹੈ ਜੀ, ਫਰਾਡੂਲੈਂਟਲੀ ਕਲੇਮ ਟੂ ਦਾ ਪ੍ਰਾਪਰਟੀ ਟੂ ਪ੍ਰੀਵੈਂਟ ਇਟਸ ਸੀਜ਼ਰ ਐਜ਼ ਫॉरफिटेड ਔਰ ਇਨ ਐਗਜੀਕਿਊਸ਼ਨ। ਇਸੇ ਤਰੀਕੇ ਜਿਵੇਂ ਉੱਪਰਲਾ ਕੇਸ ਸੀਗਾ, ਉੱਪਰਲੇ ਕੇਸ ਦੇ ਵਿੱਚ ਤਾਂ ਜਿਹੜਾ ਵਿਅਕਤੀ ਸੀਗਾ ਉਹ ਜਾਣਬੁੱਝ ਕੇ ਆਪ ਪ੍ਰਾਪਰਟੀ ਨੂੰ ਛੁਪਾ ਦਿੰਦਾ ਹੈ। ਇਸ ਕੇਸ 'ਚ ਕੀ ਹੈਗਾ, ਕੋਈ ਥਰਡ ਪਰਸਨ ਆ ਕੇ ਕਹਿੰਦਾ ਇਹ ਤਾਂ ਪ੍ਰਾਪਰਟੀ ਮੇਰੀ ਹੈ,
क्लेम करता उस प्रॉपर्टी ਨੂੰ क्यों क्लेम कर रहा है इस करके क्लेम करता है कि ਇਹ ਜ਼ਬਤ ਨਾ ਹੋ ਜਾਵੇ ठीक है ਜਾਂ ਇਹਦੀ auction ਨਾ ਹੋ ਜਾਵੇ ਬੋਲੀ ਨਾ ਹੋ ਜਾਵੇ ਅਟੈਚ ਨਾ ਹੋ ਜਾਵੇ ਇਸ ਗੱਲ ਨੂੰ ਦੇਖਦੇ ਹੋਏ ਜਾਣਬੁੱਝ ਕੇ ਉਹ ਮਤਲਬ ਕਿ ਝੂਠ ਬੋਲ ਕੇ ਕਹਿੰਦਾ ਤਾਂ ਪ੍ਰਾਪਰਟੀ ਹੈ ਹੀ ਮੇਰੀ ਠੀਕ ਹੈ ਤੇ ਬਾਅਦ ਦੇ ਵਿੱਚ ਉਹ ਸਾਬਤ ਹੋ ਜਾਵੇ ਵੀ ਇਹ ਨਹੀਂ ਤਾਂ ਜਾਣਬੁੱਝ ਕੇ ਕਹਿ ਰਿਹਾ ਸੀਗਾ ਇਹਦੀ ਨਹੀਂ ਹੈਗੀ ਠੀਕ ਹੈ ਅਜਿਹੇ ਵਿਅਕਤੀ ਨੂੰ ਜਿਹੜਾ ਝੂਠ ਬੋਲ ਕੇ ਉਸ ਪ੍ਰਾਪਰਟੀ ਨੂੰ ਸੀਜ਼ਰ ਹੋਣ ਤੋਂ ਬਚਾਉਣ ਦੀ ਖਾਤਰ ਉਸਦਾ auction ਹੋਣ ਤੋਂ ਬਚਾਉਣ ਦੀ ਖਾਤਰ ਗਲਤ ਬਿਆਨੀ ਕਰਕੇ ਕਹਿੰਦਾ ਵੀ ਪ੍ਰਾਪਰਟੀ ਮੇਰੀ ਹੈ ਐਗਜ਼ੀਕਿਊਟਿੰਗ ਆਫੀਸਰ ਨੂੰ ਜਿਹੜਾ ਆਫੀਸਰ ਜਾ ਕੇ ਡਿਗਰੀ ਲੈ ਕੇ ਗਿਆ ਉਹ ਬੋਲੀ ਨੂੰ ਨਿਲਾਮ ਉਹਨੂੰ ਪ੍ਰਾਪਰਟੀ ਨੂੰ ਨਿਲਾਮ ਕਰਨ ਦੇ ਖਾਤੇ ਗਿਆ ਜਾਂ ਉਸ ਨੂੰ ਜ਼ਬਤ ਕਰਨ ਦੇ ਲਈ ਗਿਆ ਹੈਗਾ ਉਸ ਨੂੰ ਝੂਠ ਬੋਲਦਾ ਹੈ ਅਜਿਹੇ ਕੇਸ ਜਿਹੜਾ ਵਿਅਕਤੀ ਹੈਗਾ ਉਹ ਵਿਅਕਤੀ ਜਿਹੜਾ ਆ ਕੇ ਝੂਠ ਬੋਲਦਾ ਕਿ ਇਹ ਪ੍ਰਾਪਰਟੀ ਮੇਰੀ ਹੈਗੀ ਹੈ ਕਲੇਮ ਕਰਦਾ ਹੈ ਠੀਕ ਹੈ ਉਹਨੂੰ ਵੀ 2 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਤੇ ਫਾਈਨ ਵੀ ਹੋ ਸਕਦਾ ਹੈ ਤੇ ਦੋਨੋਂ ਵੀ ਹੋ ਸਕਦੇ ਨੇ ਸੈਕਸ਼ਨ 208 ਕੀ ਹੈਗਾ ਜੀ fraudulently suffering decree for sum not due ਜਾਣਬੁੱਝ ਕੇ ਕੋਈ ਡਿਗਰੀ ਪਾਸ ਕਰਵਾ ਲੈਂਦਾ ਹੈ ਉਹਨੇ ਪੈਸੇ ਦੀ ਜਿੰਨੇ ਪੈਸੇ ਡਿਊ ਨਹੀਂ ਹੈਗੇ ਉਹਦੇ ਵੱਲ ਇਹ ਕੀ ਹੈਗਾ whoever fraudulently causes or suffers a decree or order to be passed against him ਆਪਣੇ ਖਿਲਾਫ ਮੰਨ ਲਓ ਜਿਵੇਂ ਕਿ ਇਹ ਪਰਸਨ ਹੈਗਾ ਇਹਦੀ ਕੋਈ ਪ੍ਰਾਪਰਟੀ ਹੈ ਇਹਦੀ ਕੋਈ ਪ੍ਰਾਪਰਟੀ ਹੈਗੀ ਹੈ ਠੀਕ ਹੈ ਇਹਦੇ ਖਿਲਾਫ ਕੋਈ ਡਿਗਰੀ ਪਾਸ ਹੋ ਗਈ ਬੀ ਨੇ ਕੋਈ ਡਿਗਰੀ ਲੈ ਲਈ ਉਹਨੂੰ ਪਤਾ ਵੀ ਇਹਨੂੰ ਪਤਾ ਵੀ ਡਿਗਰੀ ਬੀ ਨੇ ਮੇਰੇ ਖਿਲਾਫ 2 ਲੱਖ ਰੁਪਏ ਦੀ ਡਿਗਰੀ ਲੈ ਲਈ ਠੀਕ ਹੈ ਅਜੇ ਡਿਗਰੀ ਐਗਜ਼ੀਕਿਊਸ਼ਨ ਵਾਸਤੇ ਨਹੀਂ ਆਈ ਪਰ ਉਹਨੂੰ ਪਤਾ ਵੀ ਡਿਗਰੀ ਮੇਰੇ ਖਿਲਾਫ ਐਗਜ਼ੀਕਿਊਸ਼ਨ ਦੇ ਲਈ ਆਣੀ ਹੈ ਕਿਸੇ ਪ੍ਰਾਪਰਟੀ ਦੇ ਅਗੇਂਸਟ ਲੈ ਡਿਗਰੀ ਚਾਹੇ ਕਿਸੇ ਦੀ ਅਗੇਂਸਟ ਉਹਨੇ ਡਿਗਰੀ ਲੈ ਲਈ ਬੀ ਨੇ ਏ ਦੇ ਅਗੇਂਸਟ ਡਿਗਰੀ ਲੈ ਲਈ ਹੁਣ ਇਹ ਚਲਾਕੀ ਕਰਦਾ ਹੈ ਇਹ ਸ਼ਰਾਰਤ ਦੇ ਨਾਲ ਕਿਸੇ ਸੀ ਨਾਮ ਦੇ ਬੰਦੇ ਨੂੰ ਜਾਂ ਡੀ ਨਾਮ ਦੇ ਬੰਦੇ ਨੂੰ ਕਹਿੰਦਾ ਹੈ ਵੀ ਤੂੰ ਕੋਰਟ 'ਚ ਦਾਅਵਾ ਦਾਇਰ ਕਰ ਮੇਰੇ ਖਿਲਾਫ ਠੀਕ ਹੈ ਵੀ ਮੈਂ ਤੇਰੇ ਤੋਂ ਪੈਸੇ ਲੈਣੇ ਨੇ ਸੀ ਨੂੰ ਕਹਿੰਦਾ ਵੀ ਤੂੰ ਸੀ ਨੂੰ ਕਹਿੰਦਾ ਵੀ ਤੂੰ ਮੇਰੇ ਖਿਲਾਫ ਦਾਅਵਾ ਪਾ ਕੇ ਡਿਗਰੀ ਲੈ ਲੈ ਮਿਲੀ ਭੁਗਤ ਦੇ ਨਾਲ ਤਾਂ ਕਿ ਜਿਹੜੀ ਬੀ ਦੀ ਜਿਹੜੀ ਡਿਗਰੀ ਹੈ ਉਹ ਐਗਜ਼ੀਕਿਊਟ ਨਾ ਹੋ ਪਾਏ ਹੁਣ ਜਦੋਂ ਸੀ ਡਿਗਰੀ ਲੈ ਲੈਂਦਾ ਹੈ ਇਹਦੇ ਖਿਲਾਫ ਉਨੀ ਅਮਾਊਂਟ ਦੀ ਜਦੋਂ ਕਿ ਉਹਨੇ ਕੋਈ ਅਮਾਊਂਟ ਡਿਊ ਨਹੀਂ ਸੀਗੀ ਔਰ ਇਹਦੇ ਵੱਲ ਸੀ ਦੀ ਕੋਈ ਅਮਾਊਂਟ ਡਿਊ ਨਹੀਂ ਸੀ ਇਹਦੇ ਵੱਲ ਪਰ ਸੀ ਕੋਰਟ ਦਾਅਵਾ ਪਾਉਂਦਾ ਹੈ ਪੈਰਲਲ ਵੀ ਉਹਨੂੰ ਨਹੀਂ ਪਤਾ ਲੱਗਦਾ ਠੀਕ ਹੈ ਸੀ ਦਾਅਵਾ ਪਾ ਕੇ ਇਹਦੇ ਖਿਲਾਫ ਡਿਗਰੀ ਪਾਸ ਕਰਵਾ ਲੈਂਦਾ ਹੈ ਬੇਸ਼ੱਕ ਇਹ ਜਾਂਦਾ ਨਹੀਂ ਜਾਣਬੁੱਝ ਕੇ ਨਹੀਂ ਜਾਂਦਾ ਪਤਾ ਹੋਣ ਦੇ ਬਾਵਜੂਦ ਨਹੀਂ ਜਾਂਦਾ ਐਕਸਪਰਟੀ ਹੋ ਜਾਂਦਾ ਹੈ ਠੀਕ ਹੈ ਸੀ ਡਿਗਰੀ ਪਾਸ ਕਰਵਾ ਲੈਂਦਾ ਹੈ ਤਾਂ ਫਿਰ ਜਦੋਂ ਬੀ ਡਿਗਰੀ ਲੈ ਕੇ ਆਉਂਦਾ ਹੈ ਇਹਦੇ ਖਿਲਾਫ ਕੋਈ ਆਫੀਸਰ ਐਗਜ਼ੀਕਿਊਸ਼ਨ ਦੇ ਲਈ ਆਉਂਦਾ ਹੈ ਉੱਥੇ ਆ ਕੇ ਸੀ ਖੜਾ ਹੋ ਜਾਂਦਾ ਡਿਗਰੀ ਲੈ ਕੇ ਵੀ ਆਹ ਡਿਗਰੀ ਤਾਂ ਮੇਰੇ ਕੋਲ ਵੀ ਹੈਗੀ ਇਹਦੇ ਖਿਲਾਫ ਮੈਂ ਇਹਨੂੰ ਇੰਨੇ ਪੈਸੇ ਲੈਣੇ ਨੇ ਜੇ ਤੁਸੀਂ 2 ਲੱਖ ਰੁਪਏ ਲੈਣਾ ਮੈਂ 3 ਲੱਖ ਰੁਪਏ ਲੈਣਾ ਹੈ ਠੀਕ ਹੈ ਇਦਾਂ ਦੇ ਕੇਸ ਦੇ ਵਿੱਚ ਇਹ ਫਰਾਡੂਲੈਂਟਲੀ ਸਫਰਿੰਗ ਡਿਗਰੀ ਕਹਿੰਦੇ ਇਸ ਨੂੰ ਆਪਾਂ ਫਰਾਡੂਲੈਂਟਲੀ ਸਫਰਿੰਗ ਡਿਗਰੀ ਫਾਰ ਸਮ ਨਾਟ ਡਿਊ ਜਦੋਂ ਕਿ ਸੀ ਦਾ ਏ ਦੇ ਵੱਲ ਕੋਈ ਸਮ ਡਿਊ ਨਹੀਂ ਸੀਗਾ ਠੀਕ ਹੈ ਪਰ ਸੀ ਨੇ ਡਿਗਰੀ ਲੈ ਲਈ ਡਿਗਰੀ ਲਈ ਕਿਵੇਂ ਹੈ ਇਹਦੀ ਮਿਲੀ ਭੁਗਤ ਨਾਲ ਲਈ ਹੈ ਅਜਿਹੇ ਕੇਸ ਦੇ ਵਿੱਚ ਜਿਹੜੇ ਵਿਅਕਤੀ ਹੈਗੇ ਆ ਪਰਸਨ ਹੈਗੇ ਆ 2 ਸਾਲ ਤੱਕ ਦੀ ਸਜ਼ਾ ਉਹਨੂੰ ਹੋ ਸਕਦੀ ਹੈਗੀ ਹੈ ਠੀਕ ਹੈ ਜਿਹਦੀ ਮਿਲੀ ਭੁਗਤ ਕਿਹਦੀ ਹੈ ਉਹ ਇਹ ਵਿਅਕਤੀ ਨੇ ਹੀ ਆਪਦੇ ਖਿਲਾਫ ਡਿਗਰੀ ਪਾਸ ਕਰਵਾ ਲਈ ਹੋਰ ਠੀਕ ਹੈ ਆਪਦੇ ਹੀ ਕਿਸੇ ਐਗਜ਼ੀਕਿਊਟ ਕਿਹੜੀ ਹੋਵੇਗੀ ਐਗਜ਼ੀਕਿਊਟ ਜਦੋਂ ਹੋਣਗੀਆਂ ਐਗਜ਼ੀਕਿਊਟ ਦੋਨੋਂ ਹੋਣਗੀਆਂ ਦੋਨੋਂ ਨੂੰ ਪੈਰਲਲ ਮੰਨਿਆ ਜਾਏਗਾ ਦੋਹਾਂ 'ਚ ਪੈਸੇ ਵੰਡੇ ਜਾਣਗੇ ਜਿਹੜੀ ਗਲਤ ਹੈਗੀ ਆ ਉਹ ਜਦੋਂ ਸਾਬਤ ਹੋ ਜਾਂਦੀ ਹੈ ਗਲਤ ਤਾਂ ਫਿਰ ਡਿਸਪਿਊਟ ਤਾਂ ਉਸ ਵੇਲੇ ਪਊਗਾ ਨਾ ਜੀ ਜਿਸ ਵੇਲੇ ਐਗਜ਼ੀਕਿਊਟ ਹੋਣਗੇ ਡਿਸਪਿਊਟ ਤਾਂ ਉਸ ਵੇਲੇ ਪੈਣਾ ਉਦਾਂ ਤਾਂ ਅਦਰਵਾਈਜ਼ ਡਿਗਰੀ ਲੈ ਜਜਮੈਂਟ ਤੇ ਡਿਗਰੀ ਕਰਾ ਕੇ ਰੱਖੀ ਆ ਉਸ ਵੇਲੇ ਤਾਂ ਇੱਕ ਮਿੰਟ ਸਰ 35 ਸੁਣੋ ਜਿਸ ਵੇਲੇ ਐਗਜ਼ੀਕਿਊਸ਼ਨ ਹੋਣੀ ਤੋਂ ਨਾ ਰੌਲਾ ਤਾਂ ਉਸ ਵੇਲੇ ਪੈਣਾ ਉਸ ਵੇਲੇ ਪਤਾ ਲੱਗਣਾ ਵੀ ਫਰਾਡ ਹੈ ਜਾਂ ਨਹੀਂ ਹੈ ਉਸ ਵੇਲੇ ਕੋਈ ਸਾਇਲੈਂਟ ਹੀ ਹੈ ਨਾ ਨਹੀਂ ਉਸ ਵੇਲੇ ਕੀ ਪਤਾ ਨਹੀਂ ਪਤਾ ਲੱਗੇ ਉਸ ਵੇਲੇ ਕੀ ਪਤਾ ਲੱਗੇ ਉਸ ਵੇਲੇ ਤਾਂ ਨਹੀਂ ਪਤਾ ਲੱਗਦਾ ਜਿਸ ਵੇਲੇ ਐਗਜ਼ੀਕਿਊਸ਼ਨ ਹੋਣੀ ਤਾਂ ਅਗਲਾ ਪਤਾ ਹੋਊ ਜੀ ਪ੍ਰਾਪਰਟੀ ਇਹਦੀ ਨਹੀਂ ਮੇਰੀ ਆ ਜਿੱਦਾਂ ਕੋਈ ਤਹਿਸੀਲਦਾਰ ਜਾਂ ਕੋਈ ਗਰਦਾਵਰ ਮੌਕੇ ਤੇ ਚਲ ਜਾਂਦਾ ਉਹਦੀ ਇੱਕ ਦੀ ਡਿਗਰੀ ਦੀ ਐਗਜ਼ੀਕਿਊਸ਼ਨ ਕਰਨ ਚਲ ਜਾਂਦਾ ਦੂਜਾ ਬੰਦਾ ਕਹੂ ਨਹੀਂ ਜੀ ਇਹ ਤਾਂ ਮੈਂ ਵੀ ਡਿਗਰੀ ਲਈ ਹੋਇਆ ਜੀ ਰੌਲਾ ਤਾਂ ਉਸ ਵੇਲੇ ਪੈਣਾ ਨਾ ਜੀ ਉਦਾਂ ਤਾਂ ਸਾਇਲੈਂਟਲੀ ਡਿਗਰੀ ਇੱਕ ਦੂਏ ਨਾਲ ਚੋਰੀ ਛੁਪੇ ਲੈ ਕੇ ਰੱਖੀ ਹੋ ਤਾਂ ਕਿ ਜਿਸ ਵੇਲੇ ਇਹ ਮੌਕਾ ਹੋਊਗਾ ਉਸ ਵੇਲੇ ਵਰਤਾਂਗੇ ਸੁਣੋ ਇਦਾਂ ਠੀਕ ਨਹੀਂ ਸੁਣੋ ਇੱਕ ਮਿੰਟ ਧਿਆਨ ਨਾਲ ਸੁਣੋ ਡਿਗਰੀ ਇੱਕ ਨਹੀਂ ਡਿਗਰੀਆਂ 3 ਜੈਨੂਇਨ ਵੀ ਹੋ ਸਕਦੀਆਂ ਨੇ ਕੋਈ ਜ਼ਰੂਰੀ ਤਾਂ ਨਹੀਂ ਵੀ ਫਰਾਡੂਲੈਂਟ ਡਿਗਰੀ ਹੋਵੇ
ਕਿਸੇ ਵਿਅਕਤੀ ਕੋਲੇ ਇੱਕ ਬੰਦੇ ਦੇ ਖਿਲਾਫ 2 ਜਾਂ 3 ਡਿਗਰੀਆਂ ਵੀ, ਜਿਵੇਂ ਇੱਕ ਬੰਦੇ ਦੇ ਖਿਲਾਫ 3 ਬੈਂਕਾਂ ਦੇ ਪੈਸੇ ਹੁੰਦੇ ਨੇ, 4 ਬੈਂਕਾਂ ਦੇ ਪੈਸੇ ਹੁੰਦੇ ਨੇ, ਜਦੋਂ ਕਿਤੇ ਉਹ ਪ੍ਰਾਪਰਟੀ ਆਕਸ਼ਨ ਹੁੰਦੀ ਹੈ ਤਾਂ ਜਿਹੜਾ ਉਹ ਹੈਗੇ ਪ੍ਰਪੋਰਸ਼ਨਲ ਜਿਹੜੇ ਫੰਡਸ ਹੁੰਦੇ ਨੇ ਉਹ ਵੰਡੇ ਜਾਂਦੇ ਨੇ ਕ੍ਰੈਡੀਟਰ ਦੇ ਵਿਚਕਾਰ। ਇਸ ਕਰਕੇ ਜਦੋਂ ਇਹ ਡਿਗਰੀ ਦੋਹਾਂ ਬੰਦਿਆਂ ਕੋਲੇ ਹੈਗੀ ਹੈ ਤਾਂ ਇਹ ਡਿਗਰੀ ਜਦੋਂ ਤੱਕ ਇਹ ਨਹੀਂ ਪਤਾ ਚੱਲ ਜਾਂਦਾ ਵੀ ਇਹ ਡਿਗਰੀ ਫਰਾਡੂਲੈਂਟ ਹੈਗੀ ਹੈ, ਜਿਹਦਾ ਫਰਾਡੂਲੈਂਟ ਹੈ ਫਿਰ ਤਾਂ ਗੱਲੇ ਵੱਖਰੀ ਹੋ ਗਈ, ਫਿਰ ਤਾਂ ਉੱਥੇ ਐਗਜ਼ੀਕਿਊਸ਼ਨ ਹੀ ਨਹੀਂ ਹੋਏਗੀ, ਠੀਕ ਹੈ। ਪਰ ਇਨ ਰੂਟੀਨ ਦੇ ਵਿੱਚ ਕੀ ਹੋਏਗਾ, ਦੋਨੇ ਡਿਗਰੀਆਂ ਪ੍ਰੋਪਰ ਦੀ ਆਕਸ਼ਨ ਹੋਏਗੀ, ਪ੍ਰੋਪਰ ਦੀ ਆਕਸ਼ਨ ਹੋ ਕੇ ਜੋ ਪੈਸਾ ਹੋਏਗਾ ਦੋਨੋਂ ਡਿਗਰੀਆਂ ਵਿਚਕਾਰ ਵੰਡਿਆ ਜਾਏਗਾ, ਠੀਕ ਹੈ। ਜਦੋਂ ਕੋਈ ਵਿਅਕਤੀ ਇਹ ਸਾਬਤ ਕਰੇਗਾ ਵੀ ਇਹ ਡਿਗਰੀ ਗਲਤ ਸੀਗੀ ਤਾਂ ਉੱਥੇ ਉਹਨੂੰ ਸਜ਼ਾ ਵੀ ਹੋਏਗੀ, ਡਿਗਰੀ ਦੇ ਪੈਸੇ ਤਾਂ ਵਾਪਸ ਹੋਣੇ ਹੀ ਹੋਣੇ ਨੇ ਤੇ ਨਾਲ ਸਜ਼ਾ ਵੀ ਹੋਏਗੀ, ਪਨਿਸ਼ਮੈਂਟ ਵੀ ਹੋਏਗੀ, ਠੀਕ ਹੈ। ਹੁਣ ਜਦੋਂ ਕ੍ਰੈਡੀਟਰਸ ਹੁੰਦੇ ਆ, ਕੋਈ ਬੈਂਕ ਹੁੰਦੇ ਨੇ, ਬੈਂਕਾਂ ਦੇ 3-3 4-4 ਬੈਂਕਾਂ ਦੇ ਲੋਨ ਹੁੰਦੇ ਨੇ, ਜਦੋਂ ਕਦੇ ਉਹ ਪ੍ਰਾਪਰਟੀ ਸੇਲ ਹੁੰਦੀ ਹੈ ਤਾਂ ਇਹ ਥੋੜਾ ਵੀ ਇੱਕੋ ਬੈਂਕ ਪੈਸੇ ਲੈ ਜਾਂਦਾ ਹੈ, ਨਹੀਂ, ਸਾਰੇ ਬੈਂਕਾਂ ਦਾ ਜਿਹੜਾ ਲੀਨ ਹੁੰਦਾ ਹੈ ਬਰਾਬਰ ਹੁੰਦਾ ਹੈ, ਜਿੰਨਾ ਵੀ ਲੀਨ ਹੁੰਦਾ ਹੈ ਉਸ ਬੈਂਕ ਦਾ ਫਸਟ ਪ੍ਰੈਫਰੈਂਸ, ਸੈਕੰਡ ਪ੍ਰੈਫਰੈਂਸ, ਥਰਡ ਪ੍ਰੈਫਰੈਂਸ ਇਹ ਡਿਸਾਈਡ ਕਰਦਾ ਹੈ, ਡਿਸਾਈਡ ਕੀਤਾ ਜਾਂਦਾ ਹੈ, ਕੋਰਟ ਵੱਲੋਂ ਡਿਸੀਜਨ ਕੀਤਾ ਜਾਂਦਾ ਵੀ ਕਿਹੜੇ ਬੈਂਕ ਨੂੰ ਇਹ ਪ੍ਰਾਪਰਟੀ ਕਿੰਨੇ ਦੀ ਹੈਗੀ ਹੈ, ਕਿੰਨਾ ਇਹਦੇ ਤੇ ਲੋਨ ਖੜਾ ਹੈਗਾ, ਕਿਸ ਬੈਂਕ ਦੀ ਲਾਇਬਿਲਿਟੀ ਕਿੰਨੀ ਬਣਦੀ ਹੈ। ਸਾਰੇ ਬੈਂਕਾਂ ਨੂੰ ਇਹ ਅਕੋਮੋਡੇਟ ਕੀਤਾ ਜਾਂਦਾ, ਮਤਲਬ ਕਹਿਣ ਦਾ ਭਾਵ ਇਹ ਹੈਗਾ ਵੀ ਇਹ ਨਹੀਂ ਹੈ ਵੀ ਇੱਕੋ ਬੈਂਕ ਨੂੰ ਪੈਸੇ ਦੇ ਕੇ ਖਤਮ ਕਰ ਦਿੱਤਾ, ਸਾਰਿਆਂ ਨੂੰ ਹੀ, ਜਿੰਨੇ ਵੀ ਕ੍ਰੈਡੀਟਰ ਹੁੰਦੇ ਨੇ ਸਾਰਿਆਂ ਨੂੰ ਹੀ ਅਕੋਮੋਡੇਟ ਕੀਤਾ ਜਾਂਦਾ ਹੈ। ਇਸ ਕੇਸ ਦੇ ਵਿੱਚ ਡਿਗਰੀਆਂ ਦੋਨੋਂ, ਜਦੋਂ ਡਿਗਰੀ ਆ ਗਈ ਤਾਂ ਦੋਨੋਂ ਡਿਗਰੀਆਂ ਚਾਹੇ 3 ਡਿਗਰੀਆਂ ਨੇ, ਸਾਰੀਆਂ ਡਿਗਰੀਆਂ ਐਗਜ਼ੀਕਿਊਟ ਹੋਣਗੀਆਂ ਤੇ ਜਿਹੜੀ ਪ੍ਰਾਪਰਟੀ ਹੈ ਉਹ ਸੇਲ ਹੋਏਗੀ, ਜਿਹੜੀ ਪ੍ਰੋਪੋਰਸ਼ਨਲ ਅਮਾਉਂਟ ਹੈਗੀ ਹੈ ਡਿਗਰੀਆਂ ਦੇ ਵਿਚਕਾਰ ਵੰਡੀ ਜਾਏਗੀ। ਪਰ ਜਦੋਂ ਕਿਤੇ ਇਹ ਡਿਗਰੀ ਸਾਬਤ ਹੋ ਜਾਂਦੀ ਹੈ ਵੀ ਇਹ ਡਿਗਰੀ ਜਾਲੀ ਸੀਗੀ, ਫਿਰ ਉਸ ਵੇਲੇ ਡਿਗਰੀ ਦੀ ਅਮਾਉਂਟ ਤਾਂ ਵਾਪਸ ਹੋਣੀ ਹੈ ਤੇ ਨਾਲ ਪਨਿਸ਼ਮੈਂਟ ਵੀ ਹੋਏਗੀ, ਠੀਕ ਹੈ ਜੀ। ਇਹ ਇੰਸਟੀਟਿਊਟ ਇਹਦੀ ਆਪਾਂ ਐਗਜ਼ਾਮਪਲ ਪੜ੍ਹਦੇ ਹਾਂ, ਤੁਹਾਨੂੰ ਹੋਰ ਕਲੀਅਰ ਹੋ ਜਾਏਗਾ। ਇਹ ਇੰਸਟੀਟਿਊਟ ਸੂਟ ਅਗੇਂਸਟ ਜੈਟ, ठीक है, जट knowing that A is likely to obtain a degree against him, ये दावा कर रहा है जट के खिलाफ। A इंस्टीट्यूट से सूट अगेंस्ट जट knowing that A is likely to obtain a degree against him, भी जट ਨੂੰ पता है, जट knowing that A is likely to obtain a degree against him fraudulently suffers a judgment to pass against him for a larger amount at the suit of B। B ਦੇ ਦਾਅਵੇ ਦੇ ਬਾਅਦ, B ਦੇ ਦਾਅਵੇ ਦੇ ਵਿੱਚ ਜਦ ਨੂੰ ਪਤਾ ਲੱਗ ਗਿਆ ਇਸ ਗੱਲ ਦਾ ਵੀ B ਨੇ ਕੋਈ ਦਾਅਵਾ ਕੀਤਾ ਸੀ A ਦੇ ਖਿਲਾਫ, ਠੀਕ ਹੈ। ਉਹਦੇ ਵਿੱਚ ਕੀ ਹੋਇਆ, ਇਹਦੇ ਜਿਹੜੀ ਡਿਗਰੀ ਹੈਗੀ ਹੈ, B ਨੇ ਡਿਗਰੀ ਲੈ ਲਈ A ਦੇ ਖਿਲਾਫ ਲਾਰਜਰ ਅਮਾਉਂਟ ਦੀ, ਲਾਰਜਰ ਕਿਵੇਂ, ਜਿੰਨੇ ਪੈਸੇ ਜੱਟ ਨੇ ਲੈਣੇ ਸੀਗੇ ਉਸ ਤੋਂ ਵੱਧ ਅਮਾਉਂਟ ਦੀ ਜਿਹੜੀ ਡਿਗਰੀ ਹੈਗੀ ਪਾਸ ਹੋ ਗਈ। Who has no just claim against him, ਉਹਦਾ ਅਸਲ ਦੇ ਵਿੱਚ ਕੋਈ ਕਲੇਮ ਨਹੀਂ ਸੀ ਬਣਦਾ A ਦੇ ਖਿਲਾਫ, B ਦਾ, ਜੱਟ ਦਾ ਕਲੇਮ ਬਣਦਾ ਸੀ ਪਰ B ਦਾ ਕੋਈ ਕਲੇਮ ਨਹੀਂ ਸੀ ਬਣਦਾ। ਪਰ ਜੱਟ ਦੀ ਜਿੰਨੀ ਅਮਾਉਂਟ ਸੀ ਉਸ ਤੋਂ ਵੀ ਜ਼ਿਆਦਾ ਅਮਾਉਂਟ ਦੀ ਜਿਹੜੀ ਡਿਗਰੀ ਹੈਗੀ ਹੈ ਉਹ B ਨੇ ਲੈ ਲਈ A ਦੇ ਅਗੇਂਸਟ, in order that B either on his own account or for the benefit of Jet may share in the proceeds of any sale। ਇੱਥੇ ਅੱਗੇ ਸ਼ੇਅਰ ਦੀ ਗੱਲ ਆ ਗਈ, ਦੇਖੋ, that B either on his own account or for the benefit of Jed may share in the proceeds of any sale of Jed's property। ਜਿਹੜੀ Jed ਦੀ ਪ੍ਰਾਪਰਟੀ ਹੋਏਗੀ ਉਹਦੇ ਵਿੱਚ ਸ਼ੇਅਰਿੰਗ ਹੋਏਗੀ ਤੇ A ਤੇ ਪ੍ਰੋਪਰਟੀ ਜੱਟ ਦੀ, ਸੌਰੀ ਹਾਂ, ਪ੍ਰੋਪਰਟੀ ਜੱਟ ਦੀ ਹੈਗੀ ਹੈ। ਇਹੀ ਗੱਲ ਮੈਂ ਕਹਿ ਰਿਹਾ ਸੀਗਾ ਵੀ ਜੇ ਸਰ ਇੱਕ ਮਿੰਟ ਜੀ, ਮੈਂ ਇਹੀ ਗੱਲ ਕਹਿ ਰਿਹਾ ਕਿ ਜੇ ਜੈਟ ਦੇ ਬੈਨੀਫਿਟ ਲਈ ਉਹ B ਜਿਹੜਾ ਡਿਗਰੀ ਲੈਂਦਾ ਤਾਂ B ਵੀ ਉਨਾ ਹੀ ਪਨਿਸ਼ੇਬਲ ਉਸ ਚੀਜ਼ ਦਾ ਹੋਇਆ, ਇਹ ਤਾਂ ਮਿਲੀ ਭੁਗਤ ਹੋ ਗਈ ਦੋਨਾਂ। ਇੱਥੇ ਜਿਹੜੀ ਸਜ਼ਾ ਹੋਏਗੀ A ਨੇ ਲਈ ਹੈ, ਇਹ ਮਤਲਬ ਕਿ A ਇੰਸਟੀਟਿਊਟ ਦੇ ਸੂਟ ਅਗੇਂਸਟ ਜੈਟ ਨੇ ਜਿਹੜੀ ਡਿਗਰੀ ਲਈ ਹੈ, ਜੈਟ ਨੇ ਲਈ ਹੈ B ਨੂੰ ਆਪਣੇ ਕਿਸੇ ਰਿਸ਼ਤਾ ਨੂੰ ਖੜਾ ਕਰਕੇ, ਜੈਟ ਨੇ ਡਿਗਰੀ ਲਈ ਹੈ। ਇਨਫੈਕਟ ਉਹ ਜਿਹੜਾ ਬੰਦਾ ਜਿਹਦੀ ਪ੍ਰਾਪਰਟੀ ਹੈ ਉਹਨੇ ਡਿਗਰੀ ਲਈ ਹੈ, ਇਹ ਆਪਦੇ ਖਿਲਾਫ ਲਈ ਹੈ, ਅਗੇਂਸਟ ਹਿਮ। देखो वर्ड पढ़ो, अगेंस्ट हिम, suffer the judgment to pass against him for a larger amount at the suit of B, ठीक है, who has no just claim against him, in order that B either on his own motion, on account or for the benefit of Jet may share in proceeds of any sale। ਜਿਹੜੀ ਕੋਈ ਸੇਲ ਹੈਗੀ ਹੈ ਉਹਦੀ ਜਿਹੜੀ ਅਮਾਉਂਟ ਹੈ, ਉਹਦੇ ਜਿਹੜੇ ਪ੍ਰੋਸੀਡਸ ਨੇ, ਕਿੰਨੀ ਦੀ ਉਹ ਪ੍ਰਾਪਰਟੀ ਵਿਕੀ ਹੈਗੀ ਹੈ, Jet's property which may be made under A's degree, Jet has committed an offence under this section। ਇੱਥੇ ਜਿਹੜਾ B ਹੈ, B ਨੂੰ offence ਦੀ ਗੱਲ ਨਹੀਂ ਕੀਤੀ ਗਈ, ਇੱਥੇ Jet ਦੀ ਪਲੈਨਿੰਗ ਹੈ ਸਾਰੀ ਬਣਾਈ ਵੀ
ਜੱਟ ਨੇ ਪਲਾਨ ਕਰਕੇ ਸਾਰਾ ਕੁਝ ਕਰਾ ਕੇ ਜੱਟ ਨੇ ਜਿਹੜੀ ਡਿਗਰੀ ਲਈ ਹੈ ਆਪਦੇ ਖਿਲਾਫ ਆਪੇ ਡਿਗਰੀ ਲੈ ਲਈ ਇੱਕ ਤਰ੍ਹਾਂ ਦੀ, ਬੀ ਨੂੰ ਕਹਿ ਕੇ ਡਿਗਰੀ ਲੈ ਲਈ, ਆਪਦੇ ਕਿਸੇ ਰਿਸ਼ਤੇਦਾਰ ਨੂੰ ਖੜਾ ਕਰਕੇ ਆਪਦੇ ਖਿਲਾਫ ਡਿਗਰੀ ਲੈ ਲਈ। ਇੱਥੇ ਫਿਰ ਹੋਇਆ ਸ਼ੇਅਰਿੰਗ ਹੋ ਜਾਏਗੀ ਉਹਦੀ ਪੇਮੈਂਟ ਦੀ, ਮਤਲਬ ਕਿ ਉਹਦੇ ਅੱਧੇ ਪੈਸੇ ਬਚ ਗਏ ਆਪਾਂ ਇਹ ਗੱਲ ਕਹਿ ਲਈਏ। ਜਾਂ ਉਹਦੇ ਵੱਧ ਅਮਾਊਂਟ ਦੀ ਡਿਗਰੀ ਲੈ ਲਈ ਤਾਂ ਉਹਦੀ 60 40 30 70 30 ਦੀ ਰੇਸ਼ੋ ਬਣ ਗਈ। ਠੀਕ ਹੈ, ਜਿਹੜਾ ਇਹ ਹੈਗਾ ਉਹਨੂੰ 30 ਪੈਸੇ ਮਿਲੇ, 70 ਪੈਸੇ ਉਹ ਲੈ ਗਿਆ, ਇਨਫੈਕਟ ਜੱਟ ਨੂੰ ਹੀ ਮਿਲ ਗਏ, ਇਹ ਕਹਿ ਲਈਏ ਆਪਾਂ। ਨੈਕਸਟ ਗਿਆ ਹੈ ਸੈਕਸ਼ਨ 209। ਇਹ ਥੋੜਾ ਟੇਢਾ ਜਿਹਾ ਕੁਐਸਚਨ ਹੈਗਾ। ਠੀਕ ਹੈ, ਜੇ ਤੁਸੀਂ ਪੜੋਗੇ ਤਾਂ ਇਦਾਂ ਪੜ੍ਹ ਕੇ ਐਗਜ਼ਾਮਪਲ ਪੜ੍ਹ ਕੇ ਥੋੜਾ ਸਮਝ ਲੱਗ ਜਾਂਦਾ ਹੈ, ਅਦਰਵਾਈਜ਼ ਇਹ ਥੋੜਾ ਸਮਝਣਾ ਔਖਾ ਲੱਗਦਾ ਹੈ। Section 209 dishonestly making false claim in court। dishonestly making false claim in the court। ਕੋਰਟ ਦੇ ਵਿੱਚ ਜਾ ਕੇ ਕੋਈ ਫਾਲਸ ਕਲੇਮ ਕਰਦਾ ਹੈ dishonestly, ਜਾਣਬੁੱਝ ਕੇ ਗਲਤ ਤਰੀਕੇ ਦੇ ਨਾਲ। ਠੀਕ ਹੈ, makes in a court for justice any claim which he knows to be false। ਪਤਾ ਹੈ ਵੀ ਗਲਤ ਹੈ ਇਹ, ਪਰ ਫਿਰ ਵੀ ਕਲੇਮ ਕਰਦਾ ਹੈਗਾ। ਐਸੇ ਕਲੇਮ ਦੇ ਵਿੱਚ ਜੋ ਕੋਈ ਵਿਅਕਤੀ ਕਰਦਾ ਹੈ ਕਲੇਮ ਐਦਾਂ ਦਾ, shall be punished with imprisonment। 2 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਉਸ ਵਿਅਕਤੀ ਨੂੰ ਜਿਹੜਾ ਗਲਤ ਕਲੇਮ ਕਰਦਾ ਹੈ ਕਿਸੇ ਕੋਰਟ ਦੇ ਵਿੱਚ ਜਾ ਕੇ। ਸੈਕਸ਼ਨ 210 ਕੀ ਹੈਗਾ? fraudulently obtaining degree for some not due। ਲਗਭਗ ਉਦਾਂ ਦਾ ਕੇਸ ਹੀ ਹੈ ਪਹਿਲੇ ਵਰਗਾ ਜਿਹੜਾ ਪਹਿਲਾਂ ਪੜ੍ਹਿਆ ਸੀ ਆਪਾਂ ਨੇ। ਗਲਤ ਤਰੀਕੇ ਨਾਲ ਡਿਗਰੀ ਲੈ ਲੈਂਦਾ ਹੈ, obtaining degree for some not due। ਇੱਥੇ ਕੌਣ ਹੈ? ਇੱਥੇ ਉਹ ਬੰਦਾ, ਇੱਕੋ ਹੀ ਬੰਦਾ ਹੈਗਾ ਜਿਹੜਾ ਡਿਗਰੀ ਲੈਂਦਾ ਹੈਗਾ। ਉੱਥੇ 2 ਡਿਗਰੀਆਂ ਹੋ ਗਈਆਂ ਸੀਗੀਆਂ, ਇੱਥੇ ਇੱਕੋ ਡਿਗਰੀ ਦੀ ਗੱਲ ਕੀਤੀ ਗਈ ਹੈ। ਜਿਹੜਾ ਬੰਦਾ ਡਿਗਰੀ ਲੈ ਰਿਹਾ ਹੈ ਉਹ ਡਿਗਰੀ ਗਲਤ ਲੈ ਰਿਹਾ ਹੈ, ਇੰਨੀ ਉਹਦੀ ਅਮਾਊਂਟ ਨਹੀਂ ਸੀ ਜਿੰਨੀ ਦੀ ਡਿਗਰੀ ਉਹਨੇ ਪਾਸ ਕਰਵਾ ਲਈ। whoever fraudulently obtains a degree or order against any person for a sum not due or for a larger sum than is due। ਪੈਸਾ ਤਾਂ ਦੇਣਾ ਸੀ ਲੱਖ ਰੁਪਈਆ, ਠੀਕ ਹੈ, ਡਿਗਰੀ ਪਾਸ ਕਰਾ ਲਈ 2 ਲੱਖ ਰੁਪਏ ਦੀ, ਜਾਂ ਕੁਝ ਵੀ ਨਹੀਂ ਸੀ ਦੇਣਾ ਤਦ ਵੀ ਡਿਗਰੀ ਲੈ ਲਈ ਲੱਖ ਰੁਪਏ ਦੀ। ਠੀਕ ਹੈ, ਔਰ ਫॉर ਐਨੀ ਪ੍ਰੋਪਰਟੀ ਔਰ ਇੰਟਰਸਟ ਇਨ ਦਾ ਪ੍ਰੋਪਰਟੀ, ਜਾਂ ਕਿਸੇ ਪ੍ਰੋਪਰਟੀ ਦੇ ਸੰਬੰਧ ਵਿੱਚ ਟੂ ਵਿਚ ਹੀ ਇਜ਼ ਨਾਟ ਇੰਟਾਈਟਲਡ। ਔਰ ਫਰਾਡੂਲੈਂਟਲੀ ਕਾਜ਼ ਏ ਡਿਗਰੀ ਪਾਸ ਕਰਵਾ ਲੈਂਦਾ ਕੋਈ ਵਿਅਕਤੀ, ਉਸ ਬੰਦੇ ਦੇ ਪੈਸੇ ਦੇਣੇ ਨਹੀਂ ਹੈਗੇ ਉਹਦੀ ਪ੍ਰੋਪਰਟੀ ਦੇ ਅਗੇਂਸਟ, ਜਾਂ ਕੋਈ ਡਿਗਰੀ ਪੈਸਿਆਂ ਦੀ ਪਾਸ ਕਰਵਾ ਲੈਂਦਾ ਹੈ ਜਦੋਂ ਕਿ ਉਹਨੇ ਉਹਦੀ ਨਾ ਤਾਂ ਉਹਨੀ ਅਮਾਊਂਟ ਦੇਣੀ ਹੈ, ਜੇ ਦੇਣੀ ਹੈ ਤਾਂ ਵੱਧ ਡਿਗਰੀ ਪਾਸ ਕਰਵਾ ਲੈਂਦਾ ਹੈ, ਜਾਂ ਬਿਲਕੁਲ ਨਹੀਂ ਦੇਣੀ ਤਾਂ ਡਿਗਰੀ ਪਾਸ ਕਰਵਾ ਲੈਂਦਾ ਹੈ। ਅਜਿਹੇ ਕੇਸ ਦੇ ਵਿੱਚ ਜਿਹੜੀ ਹੈਗਾ ਇਹ ਗਲਤ ਡਿਗਰੀ ਫਰਾਡੂਲੈਂਟ ਤਰੀਕੇ ਨਾਲ ਉਹਨੇ ਡਿਗਰੀ ਪਾਸ ਕਰਵਾ ਲਈ, ਝੂਠਾ ਪਰੋਟ ਭਰ ਕੇ ਕਰਵਾ ਲਈ, ਜਾਂ ਝੂਠਾ ਬਿਆਨਾ ਕਰਕੇ ਕਰਵਾ ਲਈ, ਮਤਲਬ ਇਹ ਗੱਲ ਕਹਿ ਲਈ ਆਪਾਂ। ਠੀਕ ਹੈ, ਅਜਿਹੇ ਕੇਸਾਂ ਦੇ ਵਿੱਚ ਜਿਹੜਾ ਬੰਦਾ ਝੂਠੀ ਡਿਗਰੀ ਪਾਸ ਕਰਵਾਉਂਦਾ ਹੈਗਾ ਉਹਨੂੰ ਜਿਹੜੀ 2 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ, ਫਾਈਨ ਵੀ ਹੋ ਸਕਦਾ ਹੈ, ਦੋਨੋਂ ਵੀ ਹੋ ਸਕਦੇ ਆ। ਸਰ ਜੀ 208 9 10 ਇੱਕੋ ਜਿਹੀ ਕੇਸ ਆਇਆ ਹੈ ਨਾ? ਇੱਕੋ ਜਿਹੀ ਨਹੀਂ, ਫਰਕ ਹੈ ਇਹਨਾਂ ਦੇ ਵਿੱਚ, ਫਰਕ ਹੈ ਸਾਰਿਆਂ 'ਚ ਫਰਕ ਹੈ। ਹਾਂ, ਸਾਰੇ ਫਰਕ ਹੈ। 208 ਦੇ ਵਿੱਚ ਤਾਂ 2 ਡਿਗਰੀਆਂ ਹੋ ਗਈਆਂ, 208 'ਚ 2 ਡਿਗਰੀਆਂ ਹੋ ਗਈਆਂ, 208 'ਚ 2 ਡਿਗਰੀਆਂ ਹੋ ਗਈਆਂ। ਇੱਕ ਡਿਗਰੀ ਕਿਸੇ ਬੰਦੇ ਨੇ ਲਈ ਵੀ ਸੀਗੀ, ਫਿਰ ਇੱਕ ਡਿਗਰੀ ਉਹਨੇ ਆਪਦੇ ਖਿਲਾਫ ਹੀ ਪਾਸ ਕਰਵਾ ਲਈ, ਹੋਰ ਕਰਵਾ ਲਈ ਬਾਹਰ ਦੀ ਬਾਹਰ। ਜਿਸ ਬੰਦੇ ਨੇ ਪੈਸੇ ਦੇਣੇ ਸੀਗੇ ਉਹਨੇ ਆਪਦੇ ਖਿਲਾਫ ਇੱਕ ਡਿਗਰੀ ਹੋਰ ਪਾਸ ਕਰਵਾ ਲਈ, ਆਪਦੇ ਕਿਸੇ ਰਿਸ਼ਤੇਦਾਰ ਰਾਹੀਂ, ਆਪਦੇ ਕਿਸੇ ਸੱਕੇ ਸੰਬੰਧੀ ਰਾਹੀਂ, ਆਪਦੇ ਕਿਸੇ ਭੈਣ ਭਰਾ ਰਾਹੀਂ, ਜਾਂ ਆਪਦੇ ਕਿਸੇ ਯਾਰ ਦੋਸਤ ਦੇ ਹੱਕ ਦੇ ਵਿੱਚ ਡਿਗਰੀ ਹੋ ਗਈ ਆਪਦੇ ਖਿਲਾਫ। ਠੀਕ ਹੈ, 2 ਡਿਗਰੀਆਂ ਹੋ ਗਿਆ, ਤਾਂ ਕਿ ਜਿਹੜੀ ਡਿਗਰੀ ਉਹਦੇ ਖਿਲਾਫ ਅਸਲ 'ਚ ਡਿਗਰੀ ਪਾਸ ਹੋਈ ਵੀ ਹੈ ਤਾਂ ਕਿ ਉਹ ਪ੍ਰੋਪਰ ਐਗਜ਼ੀਕਿਊਟ ਨਾ ਹੋ ਪਾਵੇ। ਜੇ ਐਗਜ਼ੀਕਿਊਟ ਹੋ ਪਾਵੇ ਤਾਂ ਉਹ ਸਾਰੇ ਪੈਸੇ ਉਹਨੂੰ ਨਾ ਮਿਲਣ ਬੰਦੇ ਨੂੰ। ਮੇਰਾ ਸਰ ਮੈਨੂੰ ਜਿਹੜੀ ਗੱਲ 208 ਦੇ ਵਿੱਚ ਨਹੀਂ ਕਲੀਅਰ ਹੋਈ, ਪਲੀਜ਼ ਇੱਕ ਵਾਰੀ ਹੈ ਤਾਂ 1 ਮਿੰਟ ਲਈ ਸਿਰਫ ਮੈਨੂੰ ਟਾਈਮ ਦੇ ਦਿਓ। ਹਾਂ, ਇਹ ਮੇਰਾ ਪੁਆਇੰਟ ਇਹੀ ਸੀਗਾ ਜਿਹੜਾ ਮੈਨੂੰ ਕਲੀਅਰ ਨਹੀਂ ਹੋਇਆ ਕਿ ਜਿਹੜਾ ਬੀ ਆ, ਜਦ ਉਹਨੂੰ ਇਸ ਗੱਲ ਦਾ ਪਤਾ ਸੀ ਕਿ ਜੱਟ ਜਿਹੜਾ ਮੈਂ ਉਹਦੇ ਕਲੇਮ ਅਗੇਂਸਟ ਗਲਤ ਲੈ ਰਿਹਾ ਨੋਇੰਗਲੀ, ਫਿਰ ਤਾਂ ਉਹ ਵੀ ਉਨਾ ਹੀ ਪਨਿਸ਼ੇਬਲ ਉਹਨੂੰ ਉਹਦੇ ਵਿੱਚ ਕਿਉਂ ਨਹੀਂ ਲਿਖਿਆ ਵੀ ਉਹਨੇ ਵੀ ਅਫੈਂਸ ਕੀਤਾ ਇਸ ਸੈਕਸ਼ਨ ਦੇ ਤਹਿਤ? ਇਹ ਚੀਜ਼ ਹੈ। ਦੇਖੋ, ਅਸੀਂ ਨਹੀਂ ਇਹਦੇ ਵਿੱਚ ਕਹਿ ਸਕਦੇ ਲਾਅ ਦੇ ਅਗੇਂਸਟ ਅਸੀਂ ਨਹੀਂ ਜਾ ਸਕਦੇ। ਇਹਦੇ ਵਿੱਚ ਹੈ ਜੱਟ ਬੰਦੇ ਨੇ ਪੈਸੇ ਦੇਣੇ ਸੀਗੇ ਏ ਦੇ। ਠੀਕ ਹੈ, ਜੱਟ ਨੂੰ ਪਤਾ ਲੱਗਿਆ, ਸੁਣੋ ਪਹਿਲਾਂ, ਜੱਟ ਨੂੰ ਪਤਾ ਲੱਗ ਗਿਆ ਵੀ ਮੇਰੇ ਅਗੇਂਸਟ ਡਿਗਰੀ ਪਾਸ ਹੋ ਗਈ, ਏ ਨੇ ਮੇਰੇ ਖਿਲਾਫ ਡਿਗਰੀ ਪਾਸ ਕਰਵਾ ਲਈ। ਜੱਟ ਨੂੰ ਪਤਾ ਲੱਗਾ ਮੇਰੇ ਖਿਲਾਫ ਕੋਈ ਡਿਗਰੀ ਪਾਸ ਹੋ ਗਈ 2 ਲੱਖ ਰੁਪਏ ਦੀ ਜਾਂ 5 ਲੱਖ ਰੁਪਏ ਦੀ, ਮੇਰੇ ਖਿਲਾਫ ਡਿਗਰੀ ਪਾਸ ਹੋ ਗਈ, ਕੇਸ ਚੱਲਦਾ ਸੀ, ਉਹਨੂੰ ਪਤਾ ਹੈ ਵੀ ਮੇਰੇ ਖਿਲਾਫ ਡਿਗਰੀ ਪਾਸ ਹੋ ਗਈ ਜਾਂ ਹੋਣ ਵਾਲੀ ਹੈ। ਠੀਕ ਹੈ, ਵੀ ਏ ਨੇ ਮੇਰੇ ਤੋਂ ਪਾਸ ਪੈਸੇ ਲੈਣੇ ਨੇ ਤੇ ਜੱਟ ਦੇ ਅਗੇਂਸਟ ਡਿਗਰੀ ਪਾਸ ਹੋ ਚੁੱਕੀ ਜਾਂ ਹੋਣੀ ਹੈ, ਜੇ ਉਹਨੂੰ ਪਤਾ ਲੱਗ ਗਿਆ ਆਲਰੇਡੀ।
ਠੀਕ ਹੈ ਜੀ। ਉਹ ਉਸ ਏ ਦੀ ਡਿਗਰੀ ਨੂੰ ਫੋਰਫਿਟ ਕਰਨ ਦੀ ਖਾਤਰ ਜਾਂ ਉਹਨੂੰ ਅਨਸੈਟੀਸਫਾਈ ਕਰਨ ਦੀ ਖਾਤਰ ਜਾਂ ਉਹਨੂੰ ਸੈਟੀਸਫਾਈ ਕਰਨ ਦੀ ਖਾਤਰ, ਤਾਂ ਕਿ ਉਹ ਪੂਰੀ ਸੈਟੀਸਫਾਈ ਨਾ ਹੋ ਪਾਵੇ, ਠੀਕ ਹੈ ਜੀ। ਪੂਰੀ ਸੈਟੀਸਫਾਈ ਨਾ ਹੋ ਜਾਵੇ। ਇਸ ਕਰਕੇ ਉਹ ਕੀ ਕਹਿੰਦਾ ਹੈ, ਉਹ ਕੋਈ ਝੂਠਾ ਨੋਟ ਬਣਾ ਲੈਂਦਾ ਹੈ ਆਪਣੇ ਕਿਸੇ ਬੰਦੇ ਨੂੰ ਰਾਹੀਂ। ਉਹਨੂੰ ਮੈਂ ਇਹੀ ਸਰ ਸੀਗਾ ਵੀ ਜਿਸ ਬੰਦੇ ਨੇ ਝੂਠਾ ਖੜਾ ਕਰਦਾ ਉਹਨੇ ਵੀ ਤਾਂ ਅਫੈਂਸ ਕੀਤਾ ਹੀ ਹੈ ਨਾ। ਚਲੋ ਕੀਤਾ, ਹੁਣ ਲਾਅ ਤਾਂ ਕਹਿੰਦਾ ਵੀ ਪਲੈਨਿੰਗ ਸਾਰੀ ਉਹਦੀ ਹੈ, ਜਿਸ ਬੰਦੇ ਨੇ ਪੈਸੇ ਦੇਣੇ ਨੇ। ਉਹਦਾ ਤਾਂ ਕੀ ਇੰਟਰਸਟ ਹੈ, ਉਹਦਾ ਕੀ ਇੰਟਰਸਟ ਹੈ, ਬੀ ਦਾ ਕੀ ਇੰਟਰਸਟ ਹੈ? ਬੀ ਦਾ ਤਾਂ ਕੋਈ ਇੰਟਰਸਟ ਨਹੀਂ, ਨਾ ਤਾਂ ਉਹਨੇ ਪੈਸੇ ਦੇਣੇ ਨਾ ਲੈਣੇ ਹੈ, ਨਾ ਉਹਨੂੰ ਪੈਸੇ ਮਿਲਣੇ ਹੈ ਡਿਗਰੀ ਪਾਸ ਕਰਵਾ ਕੇ। ਠੀਕ ਹੈ, ਇੰਟਰਸਟ ਤਾਂ ਇਹਦਾ ਸੀਗਾ ਜਿਹਦੀ ਪ੍ਰਾਪਰਟੀ ਸੀ, ਜਿਹਦੀ ਪ੍ਰਾਪਰਟੀ ਜ਼ਬਤ ਹੋ ਰਹੀ ਸੀਗੀ, ਜਾਂ ਜਿਹਨੇ ਪੈਸੇ ਦੇਣੇ ਸੀ, ਇੰਟਰਸਟ ਤਾਂ ਇਹਦਾ ਸੀਗਾ। ਇਸ ਕਰਕੇ ਲਾਅ ਦੇ ਵਿੱਚ ਦੇਖੋ, ਹੁਣ ਆਪਾਂ ਲਾਅ ਦੇ ਅਗੇਂਸਟ ਨਹੀਂ ਕਹਿ ਸਕਦੇ ਕੁਝ ਵੀ, ਕਿਉਂ ਨਹੀਂ ਕੀਤਾ ਉਸਨੂੰ। ਬਟ ਵੀ ਇਹ ਵੀ ਗੱਲ ਵੀ ਪਤਾ ਹੀ ਹੈ, ਜੋ ਮਾਲਕ ਨੂੰ ਪਤਾ ਲੱਗ ਜਾਂਦੇ ਮੇਰੀ ਕੋਲ ਹੈ ਗਾਂ ਆਪਣੇ ਮੁੰਡੇ ਨਾਲ ਟ੍ਰਾਂਸਫਰ ਕਰ ਦਿੰਦਾ ਜਾਂ ਕੋਈ ਕਿਸੇ ਹਾਂ, ਇਹ ਸੇਮ ਚੀਜ਼ ਹੈਗੀ ਹੈ। ਉਹ ਮੁੰਡੇ ਨਾਲ ਟ੍ਰਾਂਸਫਰ ਕਰ ਦਿੰਦਾ, ਚਾਹੇ ਜਾਂ ਆਪਣੇ ਕਿਸੇ ਰਿਸ਼ਤੇਦਾਰ ਨੂੰ ਖੜਾ ਕਰਕੇ ਉਦੋਂ ਡਿਗਰੀ ਉਹਦੇ ਹੱਕ 'ਚ ਕਰਵਾ ਦਿੰਦਾ ਹੈ। ਠੀਕ ਹੈ, ਇਦਾਂ ਦੇ ਜੇ ਦੇਖੋ, ਜਿਹੜਾ ਟ੍ਰਾਂਸਫਰ ਕਰਨਾ ਤਾਂ ਬੇਸ਼ੱਕ ਕਰਦੇ, ਪਰ ਜਦੋਂ ਡਿਊਰਿੰਗ ਪੈਂਡੈਂਸੀ ਉਹਦਾ ਸੂਟ ਜੇ ਕੋਈ ਟ੍ਰਾਂਸਫਰ ਹੁੰਦੀ ਹੈ ਤਾਂ ਦੈਟ ਇਜ਼ ਨਾਟ ਟ੍ਰਾਂਸਫਰ, ਉਹ ਟ੍ਰਾਂਸਫਰ ਨਹੀਂ ਮੰਨੀ ਜਾਂਦੀ ਹੁੰਦੀ। ਠੀਕ ਹੈ, ਪਰ ਇਹ ਜਿਹੜੀ ਡਿਗਰੀ ਹੈ ਇੱਕ ਹੋਰ ਚੀਜ਼ ਹੈਗੀ ਹੈ। ਇਹ ਤਾਂ ਡਿਗਰੀ ਜੇ ਪਤਾ ਲੱਗੇ, ਕਿਉਂਕਿ ਇਹ ਕੋਰਟ ਆਫ ਜਸਟਿਸ ਵੱਲੋਂ ਪਾਸ ਕੀਤੀ ਗਈ ਡਿਗਰੀ ਹੁੰਦੀ ਹੈ। ਜੇ ਏ ਦੇ ਖਿਲਾਫ, ਜੇ ਏ ਦੇ ਹੱਕ 'ਚ ਡਿਗਰੀ ਹੈਗੀ ਐਗਜ਼ੀਕਿਊਟ ਹੋ ਸਕਦੀ ਹੈ, ਤਾਂ ਬੀ ਦੇ ਹੱਕ 'ਚ ਵੀ ਜਿਹੜੀ ਡਿਗਰੀ ਹੈ ਉਹ ਇਹ ਵੀ ਕਿਸੇ ਕੋਰਟ ਵੱਲੋਂ ਪਾਸ ਕੀਤੀ ਹੈ, ਤਾਂ ਇਹ ਵੀ ਉਨੀ ਹੀ ਵੈਲਿਊ ਰੱਖਦੀ ਹੈ ਜਦੋਂ ਤੱਕ ਇਸ ਨੂੰ ਅਸੀਂ ਐਵੀਡੈਂਸ ਦੇ ਆਧਾਰ ਤੇ ਇਸ ਨੂੰ ਅਸੀਂ ਫਰਾਡੂਲੈਂਟਲੀ ਡਿਕਲੇਅਰ ਨਾ ਕਰ ਦੇਵੇ ਕੋਈ ਬੰਦਾ। ਠੀਕ ਹੈ, ਜਦੋਂ ਤੱਕ ਫਰਾਡੂਲੈਂਟਲੀ ਡਿਕਲੇਅਰ ਨਾ ਹੋ ਸਕੇ, ਉਹ ਵੱਖਰੇ ਤੌਰ ਤੇ ਦਾਵਾ ਚੱਲੇਗਾ। ਜਦੋਂ ਉਸ ਨੂੰ ਡਿਗਰੀ ਨੂੰ ਅਸੀਂ ਡਿਕਲੇਅਰ ਕਰਾਂਗੇ ਵੀ ਇਹ ਗਲਤ ਹੈ, ਝੂਠੀ ਹੈ, ਜਦ ਤੱਕ ਉਹ ਝੂਠੀ ਸਾਬਤ ਨਹੀਂ ਹੋ ਜਾਂਦੀ ਉਦੋਂ ਤੱਕ ਉਹ ਡਿਗਰੀ ਹੈ, ਕੋਰਟ ਵੱਲੋਂ ਪਾਸ ਕੀਤੀ ਗਈ ਡਿਗਰੀ ਹੈ, ਉਹਦੀ ਜਿਹੜੀ ਐਗਜ਼ੀਕਿਊਸ਼ਨ ਹੈ ਉਹਦੇ ਜਿਹੜੀ ਜੱਜ ਦੇ ਖਿਲਾਫ ਹੋਣੀ ਹੈ। ਜਿਵੇਂ ਏ ਦੀ ਡਿਗਰੀ ਐਗਜ਼ੀਕਿਊਸ਼ਨ ਹੋਏਗੀ, ਏਦਾਂ ਬੀ ਦੀ ਡਿਗਰੀ ਦੀ ਐਗਜ਼ੀਕਿਊਸ਼ਨ ਹੋਏਗੀ। ਠੀਕ ਹੈ ਜੀ। ਸੈਕਸ਼ਨ 209 ਚ ਹੈਗਾ ਕਲੇਮ ਦੀ ਗੱਲ ਆਈ ਸੀਗੀ। ਸੈਕਸ਼ਨ 210 ਚ ਹੈਗਾ ਫਰਾਡੂਲੈਂਟਲੀ ਓਬਟੇਨਿੰਗ ਡਿਗਰੀ। ਸੈਕਸ਼ਨ 10 ਦੇ ਵਿੱਚ ਇੱਕੋ ਹੀ ਡਿਗਰੀ ਹੈ, ਇੱਕੋ ਹੀ ਵਿਅਕਤੀ ਲੈਂਦਾ ਹੈਗਾ। ਜਿਵੇਂ ਏ ਡਿਗਰੀ ਲੈਂਦਾ ਬੀ ਦੇ ਖਿਲਾਫ, ਏ ਨੇ ਲੈਣਾ ਸੀ, ਕੋਈ ਪੈਸਾ ਨਹੀਂ ਸੀ ਲੈਣਾ ਬੀ ਤੋਂ, ਪਰ ਡਿਗਰੀ ਝੂਠੀ ਮੂਠੀ ਕਰਕੇ ਲੈ ਲਈ, ਕੋਈ ਝੂਠਾ ਨੋਟ ਬਣਾ ਲਿਆ ਜਾਂ ਝੂਠਾ ਕੋਈ ਇਕਰਾਰਨਾਮਾ ਬਣਾ ਲਿਆ, ਪ੍ਰੋਪਰਟੀ ਦੀ ਡਿਗਰੀ ਲੈ ਲਈ, ਉਹਦੇ ਖਿਲਾਫ ਬਿਆਨਾ ਕਰ ਲਿਆ ਉਹ ਝੂਠਾ। ਠੀਕ ਹੈ, ਜਾਂ ਲੈਣਾ ਦਾ ਲੱਖ ਰੁਪਇਆ ਸੀਗਾ, ਡਿਗਰੀ ਪਾਸ ਕਰਾ ਲਈ, ਉਹਦੇ 'ਚ ਜਿਹੜਾ ਨੋਟ ਦੇ ਵਿੱਚ ਝੂਠ ਮੂਠ ਕਰਕੇ ਜਾਂ ਕੋਈ ਚੇਂਜ ਫੇਜ ਕਰਕੇ ਡਿਗਰੀ ਪਾਸ ਕਰਾ ਲਈ 2 ਲੱਖ ਰੁਪਏ ਦੀ। ਇਹ 210 ਸੈਕਸ਼ਨ ਇਸ ਗੱਲ ਦੇ ਨਾਲ ਡੀਲ ਕਰਦਾ ਹੈਗਾ। ਇਹਦੇ ਵਿੱਚ ਜਿਹੜੀ ਸਜ਼ਾ ਹੈ ਲਗਭਗ ਸੇਮ ਹੀ ਹੈ, 2 ਸਾਲ ਦੀ, ਇੱਥੇ ਵੀ 2 ਸਾਲ ਦੀ, ਉੱਥੇ ਵੀ 2 ਸਾਲ ਦੀ ਹੈ, 208 ਚ ਵੀ 2 ਸਾਲ ਦੀ ਹੈ, 209 ਚ ਵੀ 2 ਸਾਲ ਦੀ ਹੈ, 210 ਚ ਵੀ 2 ਸਾਲ ਦੀ ਸਜ਼ਾ ਹੈਗੀ ਹੈ। ਨੈਕਸਟ ਹੈ ਸੈਕਸ਼ਨ 211 ਫਾਲਸ ਚਾਰਜ ਆਫ ਅਫੈਂਸ ਮੇਡ ਵਿਦ ਇੰਟੈਂਟ ਟੂ ਇੰਜਰ। ਫਾਲਸ ਚਾਰਜ ਆਫ ਅਫੈਂਸ ਮੇਡ ਵਿਦ ਇੰਟੈਂਟ ਟੂ ਇੰਜਰ, ਕਿਸੇ ਵਿਅਕਤੀ ਨੂੰ ਜਾਣਬੁੱਝ ਕੇ false charge of offense made with intent to injure whoever with intent to cause injury to any person institutes or cause to be instituted any criminal proceeding against that person। ਜਿਵੇਂ ਕਿ ਆਪਾਂ ਪੁਲਿਸ ਦੀ ਗੱਲ ਕਰ ਲਈਏ, ਕੋਈ ਪੁਲਿਸ ਆਫੀਸਰ ਜਾਣਬੁੱਝ ਕੇ ਕਿਸੇ ਵਿਅਕਤੀ ਦੇ ਖਿਲਾਫ ਕੋਈ ਝੂਠੀਆਂ ਪ੍ਰੋਸੀਡਿੰਗ ਸਟਾਰਟ ਕਰ ਲੈਂਦਾ ਜਾਂ ਕੋਈ ਝੂਠੀ FIR ਲੌਂਚ ਕਰ ਦਿੰਦਾ ਹੈ ਜਾਣਬੁੱਝ ਕੇ, ਉਸਨੂੰ ਨੁਕਸਾਨ ਪਹੁੰਚਾਉਣ ਦੀ ਖਾਤਰ ਫਾਸਲੀ ਚਾਰਜਸ ਉਹਦੇ ਤੇ ਕੋਈ ਦੋਸ਼ ਲਗਾਉਂਦਾ ਹੈ, ਚਾਰਜ ਲਗਾਉਂਦਾ ਹੈ, ਗਲਤ ਚਾਰਜ ਲਗਾਉਂਦਾ ਹੈ। ਐਸੇ ਕੇਸ ਦੇ ਵਿੱਚ ਜੇ ਕੋਈ ਸਾਬਤ ਹੋ ਜਾਂਦਾ ਹੈ ਉਸ ਵਿਅਕਤੀ ਕੋਈ ਮਤਲਬ ਕਿ ਤਾਂ ਜਿਹੜਾ ਆਫੀਸਰ ਹੈ ਜਿਸ ਨੇ ਗਲਤ ਚਾਰਜ ਲਗਾਏ ਹੈ, ਜਿਸ ਨੇ ਝੂਠਾ ਪਰਚਾ ਦਰਜ ਕੀਤਾ ਹੈ ਜਾਂ ਕ੍ਰਿਮੀਨਲ ਕਾਰਵਾਈ ਗਲਤ ਕੀਤੀ ਹੈਗੀ ਹੈ, ਅਜਿਹੇ ਕੇਸ ਦੇ ਵਿੱਚ ਉਸ ਨੂੰ ਵੀ ਜਿਹੜੀ ਸਜ਼ਾ ਹੋ ਸਕਦੀ ਹੈ 2 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਜੇ ਕੋਈ ਵਿਅਕਤੀ ਇਹ ਸਾਬਤ ਕਰ ਦੇਵੇ ਸਾਰਾ ਕੁਝ। ਐਂਡ ਇਫ ਸੱਚ ਕ੍ਰਿਮੀਨਲ ਪ੍ਰੋਸੀਡਿੰਗ ਬੀ ਇੰਸਟੀਟਿਊਟਡ ਔਨ ਏ ਫਾਲਸ ਚਾਰਜ an offense punishable with death, imprisonment for life or imprisonment for 7 years। ਜੇ ਕੋਈ ਐਸਾ ਦੋਸ਼ ਲੱਗ ਜਾਂਦਾ ਹੈ, ਲਗਾ ਦਿੱਤਾ ਜਾਂਦਾ ਹੈ ਗਲਤ, ਕ੍ਰਿਮੀਨਲ ਪ੍ਰੋਸੀਡਿੰਗ ਐਸੀਆਂ ਸਟਾਰਟ ਕਰ ਦਿੱਤੀਆਂ ਜਾਂਦੀਆਂ ਨੇ ਜਿਹਦੇ ਵਿੱਚ ਜਿਹੜਾ ਦੋਸ਼ ਹੈਗਾ ਉਹਦੇ ਵਿੱਚ ਉਹਨੂੰ ਉਮਰ ਕੈਦ ਹੋ ਸਕਦੀ ਹੈ ਜਾਂ ਮੌਤ ਦੀ ਸਜ਼ਾ ਵੀ ਹੋ ਸਕਦੀ ਹੈ, ਜਾਂ ਉਮਰ ਕੈਦ ਵੀ ਹੋ ਸਕਦੀ ਹੈ, ਜਾਂ 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਉਸ ਵਿਅਕਤੀ ਨੂੰ ਜਿਹਦੇ ਖਿਲਾਫ ਇਹ ਜਿਹੜੀ ਹੈਗੀ ਹੈ ਝੂਠਾ ਪ੍ਰੋਸੀਡਿੰਗ ਸਟਾਰਟ ਕੀਤੀਆਂ ਨੇ। 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਜਾਂ 7 ਤੋਂ ਵੱਧ ਵੀ ਸਜ਼ਾ ਹੋ ਕੀਤੀ ਜਾ ਸਕਦੀ ਹੈ। ਤਾਂ ਅਜਿਹੇ ਕੇਸ ਦੇ ਵਿੱਚ ਜਿਸ ਵਿਅਕਤੀ ਨੇ ਇਹ ਗਲਤ ਪ੍ਰੋਸੀਡਿੰਗ ਕੀਤੀ ਹੈ ਤਾਂ ਉਹਨੂੰ ਵੀ ਜਿਹੜੀ ਸਜ਼ਾ ਹੈਗੀ ਆ 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ।
ਜਾਂ ਫਿਰ ਫਾਈਨ ਵੀ ਹੋ ਸਕਦਾ ਹੈ। सेक्शन 212 हार्बरिंग ऑफेंडर। हार्बरिंग ऑफ ऑफेंडर, जे कोई ऑफेंडर किसी मुजरम ਨੂੰ ਠੀਕ ਹੈ ਹਾਰਬਰਿੰਗ ਕਰਦਾ ਹੈ। ਹਾਰਬਰਿੰਗ ਮਤਲਬ ਕੰਸੀਲ ਉਹਨੂੰ ਉਹ ਦਿੰਦਾ ਹੈਗਾ, ਕੋਈ ਉਸ ਨੂੰ ਸ਼ਰਮ ਦਿੰਦਾ ਹੈ, ਲੁਕਾਉਂਦਾ ਹੈ, ਛੁਪਾਉਂਦਾ ਹੈ। ਠੀਕ ਹੈ, ਤਾਂ ਅਜਿਹੇ ਕੇਸ ਦੇ ਵਿੱਚ ਉਸ ਵਿਅਕਤੀ ਨੂੰ ਹੈਗੀ ਹੈ ਜਿਹੜੀ ਆਫੈਂਸ ਕਮਿਟਡ, ਕੋਈ ਆਫੈਂਸ ਕਮਿਟ ਕਰਦਾ ਕੋਈ ਵਿਅਕਤੀ, ਕੋਈ ਆਫੈਂਡਰ ਜਿਹੜਾ ਹੈਗਾ ਉਹਨੂੰ ਕੰਸੀਲ ਕਰਦਾ ਪਰਸਨ whom he knows or has reason to believe to be offender, ਪਤਾ ਉਸ ਨੂੰ ਜਾਣਬੁੱਝ ਕੇ ਫਿਰ ਵੀ ਜਾਣਦੇ ਹੋਏ ਵੀ ਇਹ offender ਹੈਗਾ, ਇਹਨੇ ਕੋਈ ਜੁਰਮ ਕਮਿਟ ਕੀਤਾ ਹੈਗਾ, ਵਿਦ ਟੈਂਸ਼ਨ ਆਫ ਸਕਰੀਨਿੰਗ ਹਿਮ, ਉਹਨੂੰ ਬਚਾਉਣ ਦੀ ਖਾਤਰ, ਤਾਂ ਕਿ ਉਹਦੇ ਖਿਲਾਫ ਕੋਈ ਜਿਹੜੀ ਪਨਿਸ਼ਮੈਂਟ ਨਾ ਉਹਨੂੰ ਹੋ ਜਾਵੇ, ਕੋਈ ਸਜ਼ਾ ਨਾ ਹੋ ਜਾਵੇ, ਪਰਚਾ ਨਾ ਦਰਜ ਹੋ ਜਾਵੇ। ਅਜਿਹੇ ਕੇਸ ਦੇ ਵਿੱਚ ਕੋਈ ਵਿਅਕਤੀ ਨੂੰ ਛੁਪਾਉਂਦਾ ਹੈਗਾ, ਜਾਣਬੁੱਝ ਕੇ ਉਹਨੂੰ ਪਨਾਹ ਦਿੰਦਾ ਹੈ, ਸ਼ਰਨ ਦਿੰਦਾ ਹੈ ਕਿਸੇ offender ਨੂੰ। ਠੀਕ ਹੈ, ਤਾਂ ਉਸ ਸਜ਼ਾ ਦਾ ਭਾਗੀ ਹੋਏਗਾ। ਫਿਰ ਅੱਗੇ ਦੇਖੋ ਇਹਦੀਆਂ ਕਲੌਜ਼ ਦਿੱਤੀਆਂ ਹੈਗੀਆਂ ਨੇ, ਜੇਕਰ ਐਸਾ offense ਹੈ ਉਸ ਬੰਦੇ ਨੇ ਕੀਤਾ, offender ਨੇ ਐਸਾ offense ਕੀਤਾ, ਕੋਈ ਕੈਪੀਟਲ offense ਕੀਤਾ ਹੈਗਾ ਜਿਹਦੇ ਵਿੱਚ ਉਸ ਵਿਅਕਤੀ ਨੂੰ ਜਿਹੜੀ ਮੌਤ ਤੱਕ ਦੀ ਸਜ਼ਾ ਹੋ ਸਕਦੀ ਹੈ। ਠੀਕ ਹੈ, ਮੌਤ ਤੱਕ ਦੀ ਸਜ਼ਾ ਹੋ ਸਕਦੀ ਹੈ ਉਸ offender ਨੂੰ ਲੁਕਾਉਂਦਾ ਹੈ ਕੋਈ ਵਿਅਕਤੀ, ਜਿਹੜਾ ਵਿਅਕਤੀ ਉਸ ਨੂੰ ਪਨਾਹ ਦਿੰਦਾ ਹੈ ਤਾਂ ਉਸ ਨੂੰ 5 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਫਿਰ ਅੱਗੇ ਜਾ ਕੇ ਜੇਕਰ ਐਸਾ offense ਹੈ ਜਿਹਦੇ ਵਿੱਚ ਜਿਹੜੀ ਸਜ਼ਾ ਹੈ ਉਹ ਉਮਰ ਕੈਦ ਹੋ ਸਕਦੀ ਹੈ, ਉਮਰ ਕੈਦ ਔਰ ਵਿਦ ਇੰਪ੍ਰਿਜ਼ਨਮੈਂਟ, ਜਾਂ 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ offender ਨੂੰ, ਜਿਸ offender ਨੂੰ ਕੋਈ ਵਿਅਕਤੀ ਅੱਗੇ ਪਨਾਹ ਦੇ ਰਿਹਾ ਹੈ। ਠੀਕ ਹੈ, ਪਨਾਹ ਦੇਣ ਵਾਲੇ ਵਿਅਕਤੀ ਨੂੰ ਫਿਰ ਕਿੰਨੀ ਸਜ਼ਾ ਹੋ ਸਕਦੀ ਹੈ? 3 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਜੇ offender ਨੂੰ ਉਮਰ ਕੈਦ ਜਾਂ 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ, ਤਾਂ ਪਨਾਹ ਦੇਣ ਵਾਲੇ ਵਿਅਕਤੀ ਨੂੰ 3 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਉੱਪਰਲੇ ਕੇਸ ਦੀ ਗੱਲ ਕੀਤੀ, ਉੱਪਰਲੇ ਪੈਰੇ 'ਚ ਜੇਕਰ offender ਨੂੰ, ਮੁਜਰਮ ਨੂੰ ਉਮਰ ਕੈਦ ਹੋ ਸਕਦੀ ਹੈ ਜਾਂ ਮਤਲਬ ਕਿ ਮੌਤ ਦੀ ਸਜ਼ਾ ਹੋ ਸਕਦੀ ਹੈ ਜਾਂ ਉਮਰ ਕੈਦ ਹੋ ਸਕਦੀ ਹੈ, ਤਾਂ ਜਿਹੜਾ ਹੈਗਾ ਪਨਾਹ ਦੇਣ ਵਾਲਾ ਵਿਅਕਤੀ ਹੈ ਤਾਂ ਉਸ ਨੂੰ 5 ਸਾਲ ਤੱਕ ਦੀ ਸਜ਼ਾ ਹੁੰਦੀ ਹੈ। ਪਰ ਜੇਕਰ offender ਨੂੰ imprisonment for life or with imprisonment ਵਿੱਚ ਵੀ 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਜੇ ਪਨਿਸ਼ਮੈਂਟ ਦੇ ਵਿੱਚ ਉਸ offender ਨੂੰ, ਤਾਂ ਜਿਹੜੀ ਸਜ਼ਾ ਹੋਏਗੀ ਪਨਾਹ ਦੇਣ ਵਾਲੇ ਵਿਅਕਤੀ ਨੂੰ 3 ਸਾਲ ਤੱਕ ਦੀ ਹੋ ਸਕਦੀ ਹੈ। ਪਰ ਜੇਕਰ ਕਹਿੰਦੇ ਸਜ਼ਾ ਹੈਗੀ ਹੈ 1 ਸਾਲ ਤੱਕ ਦੀ ਹੋਵੇ, not the 10 year, offender ਨੂੰ 1 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੋਵੇ ਜੋ ਜੁਰਮ ਉਸਨੇ ਕੀਤਾ ਹੈ offender ਨੇ, ਜਿਸ offender ਨੂੰ ਕਿਸੇ ਵਿਅਕਤੀ ਨੇ ਉਹਨੂੰ ਛੁਪਾਇਆ ਜਾਂ ਪਨਾਹ ਦਿੱਤੀ ਹੈ, ਤਾਂ ਪਨਾਹ ਦੇਣ ਵਾਲੇ ਵਿਅਕਤੀ ਨੂੰ ਜਿਹੜੀ ਸਜ਼ਾ ਹੋਈ ਹੈ, offender ਨੂੰ ਜੇ ਸਜ਼ਾ 1 ਸਾਲ ਤੱਕ ਦੀ ਹੋ ਸਕਦੀ ਹੈ, ਤਾਂ ਜਿਹੜਾ ਪਨਾਹ ਦੇਣ ਵਾਲਾ ਵਿਅਕਤੀ ਹੈ ਉਸ ਨੂੰ 1/4 ਆਫ ਦਾ offense, ਜਿੰਨੀ offense ਦੀ ਜਿੰਨੀ ਵੱਧ ਤੋਂ ਵੱਧ ਸਜ਼ਾ ਹੋਏਗੀ ਉਹਦਾ ਚੌਥਾ ਹਿੱਸਾ ਜਿਹੜੀ ਸਜ਼ਾ ਹੈਗੀ ਹੈ ਉਸ ਵਿਅਕਤੀ ਨੂੰ ਜਿਹਨੇ ਪਨਾਹ ਦਿੱਤੀ ਹੈ ਉਹਨੂੰ ਹੋ ਸਕਦੀ ਹੈ। ਇੱਥੇ ਅੱਗੇ ਇੱਕ ਇੰਪੋਰਟੈਂਟ ਸੈਕਸ਼ਨ ਹੈਗੀ ਹੈ, ਇੰਪੋਰਟੈਂਟ ਐਕਸੈਪਸ਼ਨ ਜਿਹੜੀ ਇੰਪੋਰਟੈਂਟ ਹੈਗੀ ਹੈ। ਹੁਣ ਦੇਖੋ, ਕਿਸੇ ਹਸਬੈਂਡ ਨੇ ਕੋਈ ਮੁਜਰਮ ਉਹ ਕਰ ਦਿੱਤਾ, offense commit ਕਰ ਦਿੱਤਾ, ਕਿਸੇ ਹਸਬੈਂਡ ਨੇ ਕੋਈ offense commit ਕਰ ਦਿੱਤਾ, ਉੱਥੇ ਆ ਕੇ ਆਪਾਂ ਜੇ ਕਹੀਏ ਵੀ ਉਹਦੀ ਜਿਹੜੀ ਵਾਈਫ ਹੈਗੀ ਹੈ ਉਹ ਤਾਂ ਆਪਣੇ ਹਸਬੈਂਡ ਨੂੰ ਲੁਕੋਏਗੀ ਨਾ, ਉਹਨੂੰ ਕੰਸੀਲ ਵੀ ਕਰੇਗੀ, ਛੁਪਾਏਗੀ, ਉਹਨੂੰ ਪਨਾਹ ਵੀ ਦੇਗੀ। ਠੀਕ ਹੈ, ਕਿਉਂਕਿ ਉਹਦੀ ਵਾਈਫ ਹੈਗੀ ਹੈ। ਇਸ ਕੇਸ ਦੇ ਵਿੱਚ ਜੇ ਤੁਸੀਂ ਕਹੋ ਵੀ ਜਿਹੜਾ ਲਾਅ ਹੈਗਾ ਵੀ ਵਾਈਫ ਨੂੰ ਵੀ ਸਜ਼ਾ ਦੀ ਭਾਗੀ ਹੋਏਗੀ ਉੱਪਰਲੇ ਸੈਕਸ਼ਨ ਦੇ ਮੁਤਾਬਿਕ, ਠੀਕ ਹੈ, ਇੱਥੇ ਕਿ ਵਾਈਫ ਨੂੰ ਐਗਜ਼ੈਂਪਟ ਕੀਤਾ ਗਿਆ ਇਸ ਦੇ ਵਿੱਚ। ਇਸੇ ਤਰੀਕੇ ਨਾਲ ਜੇਕਰ ਕਿਸੇ ਵਾਈਫ ਨੇ offense commit ਕੀਤਾ ਹੈ, ਠੀਕ ਹੈ, ਹਸਬੈਂਡ ਉਹਦੀ ਹੈਲਪ ਕਰ ਰਿਹਾ ਹੈ, ਹਸਬੈਂਡ ਨੂੰ ਛੁਪਾ ਰਿਹਾ ਜਾਂ ਉਹਨੂੰ ਪਨਾਹ ਦੇ ਰਿਹਾ, ਲੁਕੋ ਰਿਹਾ, ਤਾਂ ਜਿਹੜਾ ਹਸਬੈਂਡ ਹੈ ਉਹ ਵੀ ਐਗਜ਼ੈਂਪਟ ਹੋਏਗਾ, ਉਹਨੂੰ ਵੀ ਜਿਹੜੀ ਹੈਗੀ ਹੈ ਹਾਰਬਰਿੰਗ ਦੇ ਵਿੱਚ ਜਿਹੜੀ ਹੈਗੀ ਹੈ ਸਜ਼ਾ ਨਾ ਹਸਬੈਂਡ ਨੂੰ ਮਿਲਣੀ ਹੈ ਤੇ ਨਾ ਵਾਈਫ ਨੂੰ ਮਿਲਣੀ ਹੈਗੀ। ਇਹਦੀ ਇੱਕ ਐਗਜ਼ਾਮਪਲ ਹੈਗੀ ਹੈ, A knowing that B has committed ਡਕੈਤੀ, ਇਹਨੂੰ ਪਤਾ ਹੈ ਵੀ B ਨੇ ਡਕੈਤੀ ਕਮਿਟ ਕੀਤੀ ਹੈ, knowingly conceals B in order to screen him from the legal punishment, B ਨੂੰ ਛੁਪਾ ਲੈਂਦਾ ਹੈ ਤਾਂ ਕਿ ਉਹਨੂੰ ਜਿਹੜੀ ਕਾਨੂੰਨੀ ਤੌਰ ਤੇ ਜਿਹੜੀ ਸਜ਼ਾ ਨਾ ਮਿਲੇ। ਠੀਕ ਹੈ, here as B is liable to imprisonment for life, ਇੱਥੇ ਜਿਹੜਾ ਡਕੈਤੀ ਦੇ ਕੇਸ ਦੇ ਵਿੱਚ
ਕਿੰਨੀ ਸਜ਼ਾ ਹੁੰਦੀ ਹੈ, ਆਪਾਂ ਪਿੱਛੇ ਪੜ੍ਹ ਕੇ ਗਏ ਹਾਂ, ਡਕੈਤੀ ਦੇ ਕੇਸ ਦੇ ਵਿੱਚ ਜਿਹੜੀ ਉਮਰ ਕੈਦ ਹੋ ਸਕਦੀ ਹੈ। ਠੀਕ ਹੈ, ਤੇ ਇੱਥੇ ਫਿਰ ਜਿਹੜਾ A ਹੈਗਾ, is liable to the imprisonment exceeding 3 years, 3 ਸਾਲ ਤੋਂ ਵੱਧ ਨਹੀਂ ਹੋ ਸਕਦੀ ਉਸ ਨੂੰ। ਤਾਂ ਇੱਥੇ A ਨੂੰ ਜਿਹੜੀ ਸਜ਼ਾ ਹੋਏਗੀ ਉਹ 3 ਸਾਲ ਤੋਂ 3 ਸਾਲ ਤੱਕ ਸਜ਼ਾ ਹੋ ਸਕਦੀ ਹੈ। ਔਰ ਐਂਡ ਇਜ਼ ਆਲਸੋ ਲਾਇਬਲ ਟੂ ਫॉर ਫਾਈਨ, ਤੇ ਜੁਰਮਾਨਾ ਵੀ ਕੀਤਾ ਜਾ ਸਕਦਾ ਉਸ ਨੂੰ। ਨੈਕਸਟ ਅਸੀਂ ਪੜਾਂਗੇ ਜੀ ਟੇਕਿੰਗ ਗਿਫਟ ਐਟਸੈਟਰਾ, ਸੈਕਸ਼ਨ 213, ਟੇਕਿੰਗ ਗਿਫਟ ਐਕਸਟਰਾ ਟੂ ਸਕਰੀਨ ਐਨ ਅਫੈਂਡਰ ਫਰੋਮ ਦਾ ਪਨਿਸ਼ਮੈਂਟ। ਕਿਸੇ ਮੁਜਰਮ ਨੂੰ ਛੁਪਾਉਣ ਦੀ ਖਾਤਰ ਕੋਈ ਗਿਫਟ ਲੈ ਲੈਣਾ, ਕੋਈ ਪੈਸੇ ਲੈ ਲੈਣੇ, ਕੋਈ ਅਮਾਊਂਟ ਲੈਣੀ, ਕੋਈ ਉਹ ਚੀਜ਼ ਲੈ ਲੈਣੀ ਕਿਸੇ ਵਿਅਕਤੀ ਤੋਂ। ਠੀਕ ਹੈ, ਜਿਹੜਾ ਵਿਅਕਤੀ ਕੋਈ ਗਿਫਟ ਲੈਂਦਾ ਇਦਾਂ ਦੀ, ਅਸੈਪਟ ਕਰਦਾ ਹੈ ਔਰ ਅਟੈਂਪਟ ਟੂ ਓਬਟੇਨ ਜਾਂ ਲੈਣ ਦੀ ਕੋਸ਼ਿਸ਼ ਕਰਦਾ ਹੈ ਜਾਂ ਐਗਰੀ ਹੋ ਜਾਂਦਾ ਅਸੈਪਟ ਕਰਨ ਦੀ ਖਾਤਰ ਐਨੀ ਗ੍ਰੈਟੀਫਿਕੇਸ਼ਨ for himself or any other person or any institution property। ठीक है, ਅਜਿਹੇ ਕੇਸ ਦੇ ਵਿੱਚ in consideration of his concealing an offense, ਕਾਹਦੇ ਲਈ? ਉਸ ਵਿਅਕਤੀ ਨੂੰ ਛੁਪਾਉਣ ਦੀ ਖਾਤਰ ਗਿਫਟ ਲੈਂਦਾ, ਕੋਈ ਕਿਸ ਨੂੰ ਛੁਪਾਉਣ ਦੀ ਖਾਤਰ? ਜਿਸ ਬੰਦੇ ਨੇ ਕੋਈ ਜੁਰਮ ਕੀਤਾ ਹੈਗਾ, ਕੋਈ ਮੁਜਰਮ ਹੈਗਾ, ਉਹਨੂੰ ਛੁਪਾਉਣ ਦੀ ਖਾਤਰ, ਤਾਂ ਕਿ ਉਸ ਨੂੰ ਸਜ਼ਾ ਨਾ ਹੋ ਜਾਵੇ, ਉਹਦੀ ਪਨਿਸ਼ਮੈਂਟ ਨਾ ਹੋਵੇ। ਅਜਿਹੇ ਕੇਸ ਦੇ ਵਿੱਚ ਜੇਕਰ ਉਹ ਸਜ਼ਾ ਜੇਕਰ ਉਹਨੇ ਮੁਜਰਮ ਕੀਤਾ ਹੈ, ਜੋ ਮੁਜਰਮ ਦੀ ਜਿਹੜੀ ਅਫੈਂਸ ਹੈਗਾ, ਜੇਕਰ ਅਫੈਂਸ ਦੇ ਵਿੱਚ ਜਿਹੜਾ ਮੁਜਰਮ ਹੈ ਉਸ ਨੂੰ ਸਜ਼ਾ ਮੌਤ ਤੱਕ ਦੀ ਜੇ ਹੁੰਦੀ ਹੋਵੇ, ਤਾਂ ਇਸ ਕੇਸ ਦੇ ਵਿੱਚ ਜਿਹੜਾ ਬੰਦਾ ਗਿਫਟ ਲੈਂਦਾ ਹੈ ਤਾਂ ਉਹਨੂੰ ਜਿਹੜੀ ਸਜ਼ਾ 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ, ਤੇ ਫਾਈਨ ਵੀ ਨਾਲ ਹੋ ਸਕਦਾ ਹੈ। ਠੀਕ ਹੈ, ਪਰ ਜੇਕਰ ਉਹ ਜਿਹੜਾ ਮੁਜਰਮ ਹੈ ਜਿਹਦੇ ਅਗੇਂਸਟ ਜਿਹਨੂੰ ਛੁਪਾਉਣ ਦੀ ਖਾਤਰ ਉਸਨੇ ਗਿਫਟ ਲਈ ਹੈ ਕਿਸੇ ਵਿਅਕਤੀ ਨੇ, ਜੇਕਰ ਉਹ ਮੁਜਰਮ ਹੈ ਤਾਂ ਉਸ ਨੂੰ ਜਿਹੜੀ ਉਮਰ ਕੈਦ ਹੋ ਸਕਦੀ ਹੋਵੇ। ਜੇਕਰ ਉਹ ਜੁਰਮ ਹੈ, ਉਹਨੂੰ ਉਸ ਜੁਰਮ ਦੀ ਜਿਹੜੀ ਸਜ਼ਾ ਹੈਗੀ ਆ, ਉਸ ਮੁਜਰਮ ਨੂੰ ਉਮਰ ਦੀ ਕੈਦ ਹੋ ਸਕਦੀ ਹੋਵੇ, ਉਮਰ ਕੈਦ ਹੋ ਸਕਦੀ ਹੋਵੇ, ਜਾਂ 10 ਸਾਲ ਤੱਕ ਦੀ ਕੈਦ ਹੋ ਸਕਦੀ ਹੋਵੇ ਮੈਕਸਿਮਮ। ਠੀਕ ਹੈ, ਅਜਿਹੇ ਕੇਸ ਦੇ ਵਿੱਚ ਜਿਹੜੀ ਸਜ਼ਾ ਹੋਏਗੀ ਉਸ ਵਿਅਕਤੀ ਨੂੰ ਜਿਹਨੇ ਗ੍ਰੈਟੀਫਿਕੇਸ਼ਨ ਲਈ ਹੈ, ਜਿਹਨੇ ਗਿਫਟ ਲਈ ਹੈਗੀ ਹੈ, ਤਾਂ ਉਸ ਨੂੰ 3 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਮਤਲਬ ਇਹ ਹੈਗਾ ਜੇ ਤਾਂ ਕੈਪੀਟਲ ਅਫੈਂਸ ਹੈਗਾ, ਕੈਪੀਟਲ ਅਫੈਂਸ ਦੇ ਵਿੱਚ ਮੁਜਰਮ ਨੂੰ ਮੌਤ ਦੀ ਸਜ਼ਾ ਹੋ ਸਕਦੀ ਹੈ, ਤਾਂ ਗਿਫਟ ਲੈਣ ਵਾਲੇ ਵਿਅਕਤੀ ਨੂੰ 7 ਸਾਲ ਦੀ ਸਜ਼ਾ ਹੋਏਗੀ ਤੇ ਨਾਲ ਹੀ ਫਾਈਨ ਹੋ ਸਕਦਾ ਹੈ। ਜੇਕਰ ਜਿਹੜਾ ਜੁਰਮ ਹੈ ਉਹ ਜੁਰਮ ਇਹੋ ਜਿਹਾ ਜਿਹਦੇ ਵਿੱਚ ਉਮਰ ਕੈਦ ਹੋਵੇਗੀ, ਪਨਿਸ਼ੇਬਲ ਵਿਦ ਇੰਪ੍ਰਿਜ਼ਨਮੈਂਟ ਫਾਰ ਲਾਈਫ ਔਰ ਵਿਦ ਇੰਪ੍ਰਿਜ਼ਨਮੈਂਟ, ਜਾਂ 10 ਸਾਲ ਤੱਕ ਦੀ ਸਜ਼ਾ ਹੋਵੇ, ਜਿਹਦੇ ਵਿੱਚ 10 ਸਾਲ ਤੱਕ ਦੀ ਸਜ਼ਾ ਜਾਂ ਉਮਰ ਕੈਦ ਹੋਵੇ, ਤਾਂ ਅਜਿਹੇ ਕੇਸ ਦੇ ਵਿੱਚ ਉਸ ਵਿਅਕਤੀ ਨੂੰ ਜਿਸਨੇ ਗ੍ਰੈਟੀਫਿਕੇਸ਼ਨ ਲਈ ਹੈ ਜਾਂ ਰਿਸ਼ਵਤ ਲਈ ਹੈ ਜਾਂ ਕੋਈ ਗਿਫਟ ਲਈ ਹੈ, ਉਹਦੇ ਵਿੱਚ ਉਸ ਵਿਅਕਤੀ ਨੂੰ 3 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਤੇ ਨਾਲ ਫਾਈਨ ਵੀ ਹੋ ਸਕਦਾ ਹੈਗਾ। ਪਰ ਅੱਗੇ ਜਾ ਕੇ ਫਿਰ ਕਿਹਾ ਹੈ, ਜੇਕਰ ਜਿਹੜੀ ਸਜ਼ਾ ਹੈਗੀ ਹੈ ਉਸ ਪੁਨਿਸ਼ਮੈਂਟ ਦੀ, ਜੇ ਸਜ਼ਾ ਮੁਜਰਮ ਨੂੰ ਹੋਣੀ ਹੈ, ਜੇਕਰ 10 ਸਾਲ ਤੋਂ ਥੱਲੇ ਹੋਏ, ਨਾਟ ਐਕਸੀਡਿੰਗ 10 ਈਅਰ, 10 ਸਾਲ ਤੋਂ ਥੱਲੇ ਹੋਵੇ, ਤਾਂ ਜਿੰਨੀ ਸਜ਼ਾ ਉਹਨੂੰ ਹੋਏਗੀ ਤਾਂ ਉਹਦਾ 1/4 ਪਾਰਟ ਹੈ ਜਿਹੜਾ ਉਸ ਵਿਅਕਤੀ ਨੂੰ ਵੀ ਹੋਏਗਾ ਜਿਸ ਵਿਅਕਤੀ ਨੇ ਮਤਲਬ ਕਿ ਗਿਫਟ ਲਈ ਹੈਗੀ ਹੈ, ਉਸ ਨੂੰ ਲੁਕਾਉਣ ਦੀ ਖਾਤਰ ਮੁਜਰਮ ਨੂੰ। ਠੀਕ ਹੈ, ਹੁਣ 4 ਕੇਸ ਹੋ ਗਏ ਇਹਦੇ ਵਿੱਚ। ਲਾਸਟ ਵਾਲਾ ਕੇਸ ਜਿੱਥੇ ਘੱਟ ਤੋਂ ਘੱਟ ਸਜ਼ਾ ਦੱਸੀ ਗਈ ਹੈ, ਉੱਥੇ ਵਿੱਚ ਹੈਗੀ ਹੈ 1/4 ਆਫ ਦਾ offense, ਜਿੰਨੀ offense ਦੀ ਸਜ਼ਾ ਹੋਏਗੀ ਉਹਦਾ ਚੌਥਾ ਹਿੱਸਾ ਹੋਏਗੀ। ਤਿੰਨ ਤਰ੍ਹਾਂ ਦੇ ਹੈਗੇ ਆ। ਜਾਂ ਦੂਜੇ ਕੇਸ ਦੇ ਵਿੱਚ ਜਿੱਥੇ ਉਮਰ ਕੈਦ ਜਾਂ 10 ਸਾਲ ਤੱਕ ਦੀ ਸਜ਼ਾ ਹੋ ਜਾਵੇ ਤਾਂ 3 ਸਾਲ ਦੀ ਸਜ਼ਾ ਹੋਏਗੀ। ਜਿੱਥੇ ਕੇਸ ਦੇ ਵਿੱਚ ਮੌਤ ਦੀ ਸਜ਼ਾ ਹੋਵੇ ਤਾਂ ਉੱਥੇ ਜਿਹੜੀ ਸਜ਼ਾ ਹੈਗੀ ਹੈ 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਗਿਫਟ ਲੈਣ ਵਾਲੇ ਵਿਅਕਤੀ ਨੂੰ 7 ਸਾਲ ਤੱਕ ਦੀ ਸਜ਼ਾ, 7 ਸਾਲ ਦੀ, 3 ਸਾਲ ਦੀ ਔਰ 1/4 ਆਫ ਦਾ offense। Next is section 214, offering gift or restoration of the property in consideration of screening offender। Offering gift, ਕਿਸੇ ਨੂੰ gift offer ਕਰਨਾ। 213 ਚ ਅਸੀਂ ਪੜਿਆ ਸੀ gift ਲੈਣਾ। 213 ਚ ਅਸੀਂ ਪੜਿਆ ਸੀਗਾ taking gift, gift ਲੈਣਾ। 214 ਚ ਅਸੀਂ ਪੜ੍ਹ ਰਹੇ ਹਾਂ ਆਫਰ ਕਰਨਾ ਕਿਸੇ ਨੂੰ ਗਿਫਟ ਜਾਂ ਕੋਈ ਪ੍ਰਾਪਰਟੀ
इन कंसीडरेशन ऑफ स्क्रीनिंग ऑफेंडर भी तू ਜਿਹੜਾ ਮੁਜਰਮ ਹੈਗਾ ਇਹਨੂੰ ਛੁਪਾਣਾ ਹੈ, ਇਹ ਡਿਸਕਲੋਜ਼ ਨਹੀਂ ਹੋਣਾ ਚਾਹੀਦਾ। ਜੇ ਜੁਰਮ ਕੀਤਾ ਹੈਗਾ ਇਸਨੇ ਇਹ ਡਿਸਕਲੋਜ਼ ਨਹੀਂ ਹੋਣਾ ਚਾਹੀਦਾ। ਇਹਦੇ ਇਵਜ਼ ਦੇ ਵਿੱਚੋਂ ਕਿਸੇ ਵਿਅਕਤੀ ਨੂੰ ਗਿਫਟ ਦੇਣਾ ਜਾਂ ਕੋਈ ਪ੍ਰਾਪਰਟੀ ਛੱਡ ਦੇਣਾ ਉਹਦੇ ਕੋਲੇ, ਠੀਕ ਹੈ। ਅਜਿਹੇ ਕੇਸ ਦੇ ਵਿੱਚ ਜਿਹੜੀ ਸਜ਼ਾ ਹੋਏਗੀ, ਜੇ ਆਫੈਂਸ ਉਹਨੇ ਕਮਿਟ ਕੀਤਾ ਹੈ ਮੁਜਰਮ ਨੇ, ਜੇਕਰ ਆਫੈਂਸ ਉਹਨੇ ਐਡਾ ਕੀਤਾ ਜਿਹਦੇ 'ਚ ਮੌਤ ਦੀ ਸਜ਼ਾ ਉਹਨੂੰ ਹੋ ਸਕਦੀ ਹੋਵੇ, ਤਾਂ ਜਿਹੜੀ ਜਿਹੜਾ ਬੰਦਾ ਆਫਰ ਕਰ ਰਿਹਾ ਹੈ ਉਹਨੂੰ 7 ਸਾਲ ਦੀ ਸਜ਼ਾ ਹੋਏਗੀ, ਠੀਕ ਹੈ। ਜੇਕਰ ਆਫੈਂਸ ਜਿਹੜਾ ਜਿਸ ਵਿਅਕਤੀ ਨੂੰ ਛੁਪਾਉਣ ਦੀ ਗੱਲ ਕੀਤੀ ਗਈ ਹੈ ਗਿਫਟ ਦੇ ਕੇ, ਆਫੈਂਸ ਨੂੰ ਲੁਕਾਉਣ ਦੀ ਗੱਲ ਕੀਤੀ ਗਈ ਹੈ ਗਿਫਟ ਦੇ ਕੇ, ਅਜਿਹੇ ਕੇਸ ਦੇ ਵਿੱਚ ਜੇ ਉਸ ਜਿਹੜਾ ਅਫੈਂਡਰ ਹੈਗਾ ਜਿਹਨੇ ਆਫੈਂਸ ਕਮਿਟ ਕੀਤਾ ਹੈ, ਜੇ ਕੋਈ ਐਸਾ ਆਫੈਂਸ ਕਮਿਟ ਕੀਤਾ ਜਿਹਦੇ ਵਿੱਚ ਸਜ਼ਾ ਮੌਤ ਦੀ ਹੋ ਜਾਵੇ ਉਸ ਵਿਅਕਤੀ ਨੂੰ, ਠੀਕ ਹੈ। ਜੇ ਮੌਤ ਦੀ ਸਜ਼ਾ ਹੋਏਗੀ ਤਾਂ ਜਿਹੜਾ ਵਿਅਕਤੀ ਹੈਗਾ ਜਿਹੜਾ ਉਹਨੂੰ ਗਿਫਟ ਪ੍ਰੋਵਾਈਡ ਕਰਨ ਦੀ ਗੱਲ ਕਰਦਾ ਹੈ, ਗਿਫਟ ਆਫਰ ਕਰ ਰਿਹਾ ਹੈਗਾ ਦੂਜੇ ਕਿਸੇ ਵਿਅਕਤੀ ਨੂੰ ਜਿਹਦੇ ਹੱਥ ਦੇ ਵਿੱਚ ਹੈਗੀ ਆ ਉਹ ਆਫੈਂਸ ਨੂੰ ਡਿਸਕਲੋਜ਼ ਕਰਨਾ ਜਾਂ ਅਫੈਂਡਰ ਨੂੰ ਡਿਸਕਲੋਜ਼ ਕਰਨਾ, ਤਾਂ ਉਹਦੇ ਵਿੱਚ ਜਿਹੜੀ ਸਜ਼ਾ ਹੈਗੀ ਆ ਉਸਨੂੰ ਗਿਫਟ ਆਫਰ ਕਰਨ ਵਾਲੇ ਵਿਅਕਤੀ ਨੂੰ 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਦੂਜੀ ਗੱਲ ਹੈਗੀ ਹੈ ਜੇਕਰ ਉਹ ਜਿਹੜਾ ਅਫੈਂਸ ਹੈ ਉਹ ਅਫੈਂਸ ਇਹੋ ਜਿਹਾ ਜਿਹਦੇ ਵਿੱਚ ਉਮਰ ਕੈਦ ਹੋਵੇਗੀ ਜਾਂ ਫਿਰ 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੋਵੇ ਉਸ ਅਫੈਂਡਰ ਨੂੰ, ਤਾਂ ਗਿਫਟ ਆਫਰ ਕਰਨ ਵਾਲੇ ਵਿਅਕਤੀ ਨੂੰ 3 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਇਸੇ ਤਰ੍ਹਾਂ ਜੇਕਰ if the offence is punishable with imprisonment not exceeding 10 year, ਜੇਕਰ ਜਿਹੜਾ ਅਫੈਂਸ ਹੈਗਾ ਉਹ 10 ਸਾਲ ਤੋਂ ਥੱਲੇ ਤੱਕ ਦੀ ਸਜ਼ਾ ਹੋਵੇ, ਉਸ ਦੇ ਵਿੱਚ ਹੋ ਸਕਦੀ ਹੋਵੇ 2 ਸਾਲ ਦੀ, 4 ਸਾਲ ਦੀ, 6 ਸਾਲ ਦੀ, 8 ਸਾਲ ਦੀ, 1 ਸਾਲ ਦੀ, ਠੀਕ ਹੈ। ਜੇਕਰ ਐਸਾ ਅਫੈਂਸ ਕਮਿਟ ਕੀਤਾ ਹੈਗਾ ਉਸ ਅਫੈਂਸ ਨੂੰ ਛੁਪਾਉਣ ਦੀ ਖਾਤਰ ਕੋਈ ਬੰਦਾ ਗਿਫਟ ਆਫਰ ਕਰ ਰਿਹਾ ਹੈ, ਠੀਕ ਹੈ, ਤਾਂ ਜਿੰਨੀ ਸਜ਼ਾ 10 ਸਾਲ ਤੋਂ ਘੱਟ ਜਿੰਨੀ ਸਜ਼ਾ ਹੋਏਗੀ, ਜੇਕਰ 4 ਸਾਲ ਦੀ ਸਜ਼ਾ ਹੁੰਦੀ ਆ ਉਸ ਅਫੈਂਸ ਦੀ, ਤਾਂ ਉਹਦਾ ਚੌਥਾ ਹਿੱਸਾ ਜਿਹੜਾ ਸਜ਼ਾ ਹੈਗੀ ਹੈ ਉਸ ਵਿਅਕਤੀ ਨੂੰ ਹੋ ਸਕਦੀ ਹੈ ਜਿਸਨੇ ਅਫੈਂਸ ਕਮਿਟ ਕੀਤਾ ਹੈ। ਕਾਹਦਾ ਅਫੈਂਸ ਕਮਿਟ ਕੀਤਾ ਹੈ? ਜਿਸਨੇ, ਦੇਖੋ ਅਫੈਂਡਰ ਨੂੰ ਤਾਂ ਸਜ਼ਾ ਹੋਣੀ ਹੈ, ਵੱਖਰੀ ਗੱਲ ਹੈ। ਇੱਥੇ ਜਿਹੜਾ ਹੈਗਾ ਬੰਦਾ ਆਫਰ ਕਰ ਰਿਹਾ ਗਿਫਟ, ਉਸ ਵਿਅਕਤੀ ਦੀ ਗੱਲ ਕਰ ਰਹੇ ਹਾਂ ਅਸੀਂ, ਉਹਨੂੰ ਚੌਥਾ ਹਿੱਸਾ ਜਿਹੜੀ ਸਜ਼ਾ ਹੋ ਸਕਦੀ ਹੈ, 1/4 ਪਾਰਟ। ਨਾਲ ਫਾਈਨ ਵੀ ਹੋ ਸਕਦਾ ਹੈ, ਦੋਨੋਂ ਵੀ ਹੋ ਸਕਦੇ हैं। एक्सेप्शंस प्रोविजंस सेक्शन 213(14) डू नॉट एक्सटेंड टू एनी केस इन विच द ऑफेंस मे लॉफुली बी कंपाउंडेड। देखो इतने गल की है, थोड़ा ध्यान दिओ इत्थे आके। ਅਸੀਂ सेक्शन 213 पढ़े ते 213 ते 214 पढ़े ऊपर। दो सौ 13 ਗਿਫਟ ਲੈਣ ਦੀ ਗੱਲ ਕੀਤੀ ਗਈ ਸੀਗੀ, ਠੀਕ ਹੈ ਜੀ। 214 ਦੇ ਵਿੱਚ ਕੀਤੀ ਸੀਗੀ ਗਿਫਟ ਦੇਣ ਦੀ ਗੱਲ। ਹੁਣ ਇਹ ਜਿਹੜੇ ਕੇਸ ਸੀਗੇ ਇਹ ਕੇਸ ਨਾਨ ਕੰਪਾਊਂਡੇਬਲ ਸੀਗੇ। ਹੁਣ ਆ ਕੇ ਇੱਥੇ ਐਕਸੈਪਸ਼ਨ ਦੇ ਰਿਹਾ ਹੈਗਾ 214 ਦੇ ਵਿੱਚ, ਕਹਿੰਦਾ ਜੇਕਰ 213 ਤੇ 14 ਤੇ ਕੇਸਾਂ ਦੀ ਅਸੀਂ ਗੱਲ ਕੀਤੀ ਹੈ, ਡੋਂਟ ਐਕਸਟੈਂਡ ਟੂ ਐਨੀ ਕੇਸ ਇਨ ਵਿਚ ਦ ਆਫੈਂਸ may lawfully be compounded। ਜੇਕਰ ਕਹਿੰਦਾ ਕੋਈ ਕੇਸ ਕੰਪਾਊਂਡੇਬਲ ਹੈਗਾ ਤਾਂ ਜਿਹੜੀਆਂ 213 ਤੇ 214 ਜਿਹੜੀਆਂ ਸੈਕਸ਼ਨ ਨੇ ਉੱਥੇ ਐਪਲੀਕੇਬਲ ਨਹੀਂ ਹੋਣਗੀਆਂ ਉਸ ਕੇਸ ਦੇ ਵਿੱਚ। ਮਤਲਬ ਜਿਸ ਕੇਸ ਨੂੰ, ਜਿਸ ਕ੍ਰਿਮੀਨਲ ਦਾਅਵੇ ਨੂੰ ਅਸੀਂ ਬਾਹਰ ਦੀ ਬਾਹਰ ਦੋ ਪਾਰਟੀਆਂ ਸਮਝੌਤਾ ਕਰਕੇ ਨਿਬੇੜ ਸਕਦੀਆਂ ਹੋਣ, ਠੀਕ ਹੈ, ਉਹ ਜਿਹੇ ਕੇਸਾਂ ਦੇ ਵਿੱਚ ਗਿਫਟ ਦੇਣ ਦੀ ਤੇ ਗਿਫਟ ਲੈਣ ਦੀ ਜਿਹੜੀ ਗੱਲ ਹੈਗੀ ਹੈ, ਜਿਹੜਾ ਆਫੈਂਸ ਹੈਗਾ ਉਹ ਉੱਥੇ ਲਾਗੂ ਨਹੀਂ ਹੁੰਦਾ ਹੈਗਾ, ਜਿੱਥੇ ਜਿਹੜਾ ਕੇਸ ਹੈਗਾ ਕੰਪਾਊਂਡ ਹੋ ਸਕਦਾ ਹੋਵੇ, ਦੋ ਪਾਰਟੀਆਂ ਵਿੱਚ ਆਪਸੀ ਸਮਝੌਤਾ ਹੋ ਸਕਦਾ ਹੋਵੇ, ਉੱਥੇ 213 ਤੇ 214 ਦੀ ਜਿਹੜੀ ਸੈਕਸ਼ਨਸ ਨੇ ਤੇ ਉਹ ਲਾਗੂ ਨਹੀਂ ਹੁੰਦੀਆਂ। ਸੈਕਸ਼ਨ 215 ਟੇਕਿੰਗ ਗਿਫਟ ਟੂ ਹੈਲਪ ਟੂ ਰਿਕਵਰ ਸਟੋਲਨ ਪ੍ਰੋਪਰਟੀ। ਕੋਈ ਪ੍ਰੋਪਰਟੀ ਕਿਸੇ ਦੀ ਗਵਾਚ ਗਈ, ਉਸ ਪ੍ਰੋਪਰਟੀ ਨੂੰ ਰਿਕਵਰ ਕਰਨ ਦੀ ਖਾਤਰ ਕੋਈ ਗਿਫਟ ਲੈਂਦਾ ਹੈਗਾ, ਠੀਕ ਹੈ, ਵੀ ਮੈਂ ਤੇਰੀ ਪ੍ਰੋਪਰਟੀ ਨੂੰ ਲੱਭਣ 'ਚ ਹੈਲਪ ਕਰਦਾ ਨਾ। ਕੋਈ ਵਿਅਕਤੀ ਜਿਹਦੀ ਡਿਊਟੀ ਬਣਦੀ ਹੈ, ਮੇ ਵੀ ਕੋਈ ਵੀ ਵਿਅਕਤੀ ਹੋ ਸਕਦਾ ਜਿਹਦੀ ਡਿਊਟੀ ਹੋਵੇ, ਉਹ ਕੋਈ ਪੁਲਿਸ ਆਫੀਸਰ ਜਾਂ ਕੋਈ ਹੋਰ ਆਫੀਸਰ ਜਿਹਦੀ ਡਿਊਟੀ ਬਣਦੀ ਹੋਵੇ, ਕੋਈ ਪਬਲਿਕ ਸਰਵੈਂਟ ਬਣਦਾ ਹੋਵੇ ਜਿਹਦੀ ਡਿਊਟੀ ਬਣਦੀ ਹੋਵੇ ਵੀ ਉਹਦੀ ਜਿਹੜੀ ਪ੍ਰੋਪਰਟੀ ਹੈ ਕੋਈ ਗੁੰਮ ਹੋ ਗਈ,
ਠੀਕ ਹੈ, ਉਹਨੂੰ ਰਿਕਵਰ ਕਰਨ ਦੀ ਖਾਤਰ ਕੋਈ ਗ੍ਰੈਟੀਫਿਕੇਸ਼ਨ ਲੈਂਦਾ ਹੈਗਾ ਤਾਂ ਉਸ ਕੇਸ ਦੇ ਵਿੱਚ ਹੈਗਾ ਜਿਹੜਾ ਉਹ ਵਿਅਕਤੀ ਹੈਗਾ ਉਹਨੂੰ 2 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ, ਫਾਈਨ ਵੀ ਹੋ ਸਕਦਾ ਹੈ ਤੇ ਦੋਨੋਂ ਵੀ ਹੋ ਸਕਦੇ ਹਨ ਜੇ ਸਾਬਤ ਹੋ ਜਾਏ ਵੀ ਉਸਨੇ ਗਲਤ ਤਰੀਕੇ ਨਾਲ ਜਿਹੜੀ ਹੈਗੀ ਹੈ ਇਹ ਗਿਫਟ ਲਈ ਹੈਗੀ ਹੈ। ਨੈਕਸਟ ਹੈ ਸੈਕਸ਼ਨ 216 harboring offender who has escaped from the custody or whose apprehension has been ordered। ਹਾਰਬਰਿੰਗ ਅਫੈਂਡਰ ਕੋਈ ਅਫੈਂਡਰ ਹੈਗਾ ਉਹ ਪੁਲਿਸ ਦੀ ਕਸਟਡੀ ਵਿੱਚ ਸੀਗਾ, ਠੀਕ ਹੈ, ਉਹ ਐਸਕੇਪ ਹੋ ਗਿਆ, ਭੱਜ ਗਿਆ ਪੁਲਿਸ ਦੇ ਕਬਜ਼ੇ ਵਿੱਚੋਂ, ਭੱਜੇ ਵਿਅਕਤੀ ਨੂੰ ਅੱਗੇ ਜਾ ਕੇ ਕਿਸੇ ਨੇ ਪਨਾਹ ਦਿੱਤੀ ਹੈ, ਠੀਕ ਹੈ, ਹਾਰਬਰਿੰਗ ਕੀਤੀ ਹੈ, ਪਨਾਹ ਦਿੱਤੀ ਹੈ, ਸ਼ਰਨ ਦਿੱਤੀ ਹੈ, ਲੁਕੋਇਆ ਉਸਨੂੰ। ਜਿਹੜਾ ਵਿਅਕਤੀ ਕੋਈ ਪੁਲਿਸ ਦੀ ਕਸਟਡੀ ਦੇ ਵਿੱਚ ਸੀਗਾ ਉਹ ਦੌੜ ਗਿਆ, ਦੌੜੇ ਵਿਅਕਤੀ ਨੂੰ ਕੋਈ ਵਿਅਕਤੀ ਅੱਗੇ ਜਾ ਕੇ ਪਨਾਹ ਦਿੰਦਾ ਹੈ, ਉਹਨੂੰ ਪਤਾ ਹੈ ਇਸ ਗੱਲ ਦਾ ਵੀ ਇਹ ਪੁਲਿਸ ਦੀ ਕਸਟਡੀ 'ਚੋਂ ਦੌੜ ਕੇ ਗਿਆ ਹੈਗਾ, ਠੀਕ ਹੈ, ਇਹ ਸਾਰਾ ਕੁਝ ਜਾਣਦੇ ਹੋਏ ਤਾਂ ਕਿ ਇਹ ਦੁਬਾਰਾ ਪਕੜਿਆ ਨਾ ਜਾਵੇ ਉਸਨੂੰ ਫਿਰ ਜਾ ਕੇ ਪਨਾਹ ਦਿੰਦਾ ਹੈਗਾ। ਇਹੋ ਜਿਹੇ ਕੇਸ ਦੇ ਵਿੱਚ when any person convicted of or charged with an offence ਜੋ ਉਹਨੂੰ ਕਨਵਿਕਸ਼ਨ ਹੋ ਚੁੱਕੀ ਹੋਵੇ ਜਾਂ ਉਹਦੇ ਤੇ ਕੋਈ ਚਾਰਜ ਲੱਗਿਆ ਹੋਵੇ, being in lawful custody ਦੇ ਵਿੱਚ ਹੋਵੇ, for that offence escapes from such custody ਉਸ ਕਸਟਡੀ ਦੇ ਵਿੱਚੋਂ escape ਹੋ ਜਾਵੇ, ਠੀਕ ਹੈ, ਜਾਂ ਫਿਰ or whenever a public servant in the exercise of the lawful powers ਕੋਈ ਪਬਲਿਕ ਸਰਵੈਂਟ ਹੈਗਾ ਲਾਫੁਲੀ ਤਰੀਕੇ ਦੇ ਨਾਲ ਉਹ ਕਹਿੰਦਾ ਉਸ ਵਿਅਕਤੀ ਕਿਸੇ ਵਿਅਕਤੀ ਨੂੰ ਪਬਲਿਕ ਸਰਵੈਂਟ ਆਰਡਰ ਅ ਸਰਟਨ ਪਰਸਨ ਟੂ ਬੀ ਐਪਰੀਹੈਂਡ ਕਿਸੇ ਵਿਅਕਤੀ ਨੂੰ ਆਰਡਰ ਕਰਦਾ ਹੈ ਵੀ ਇਹਨੂੰ ਪਕੜ ਕੇ ਰੱਖਣਾ ਹੈ, ਠੀਕ ਹੈ, ਕੋਈ ਵਿਅਕਤੀ ਜਿਹਨੂੰ ਪਤਾ ਇਸ ਗੱਲ ਦਾ ਨੋਇੰਗਲੀ ਆਫ ਸੱਚ ਐਸਕੇਪ ਉਹਨੂੰ ਇਸ ਪੁਲਿਸ ਦੇ ਕਬਜ਼ੇ ਚੋਂ ਭੱਜ ਕੇ ਨਿਕਲਣਾ ਪਤਾ ਹੈ, ਉਹਨੂੰ ਇਹ ਵੀ ਪਤਾ ਹੈ ਇਸ ਵਿਅਕਤੀ ਨੂੰ ਪਕੜ ਕੇ ਰੱਖਣ ਦੇ ਲਈ ਆਰਡਰ ਹੋਇਆ ਹੋਇਆ ਹੈ, ਠੀਕ ਹੈ, ਦੋਨੋਂ ਗੱਲਾਂ ਦੀ ਉਹਨੂੰ ਜਾਣਕਾਰੀ ਹੈ ਕਿਸੇ ਵਿਅਕਤੀ ਨੂੰ ਕਿਸੇ ਅਫੈਂਡਰ ਦੇ ਸੰਬੰਧ ਵਿੱਚ ਜੋ ਅਫੈਂਡਰ ਨੂੰ ਕੋਈ ਕਨਵਿਕਸ਼ਨ ਹੋਈ ਵੀ ਹੈ ਜਾਂ ਚਾਰਜ ਲੱਗਿਆ ਹੋਇਆ ਉੱਤੇ, ਠੀਕ ਹੈ, ਉਹ ਦੌੜ ਗਿਆ ਪੁਲਿਸ ਦੇ ਕਬਜ਼ੇ ਵਿੱਚੋਂ ਲਾਫੁਲ ਕਸਟਡੀ 'ਚੋਂ ਦੌੜ ਗਿਆ, ਜਾਂ ਫਿਰ ਕਿਸੇ ਵਿਅਕਤੀ ਨੂੰ ਕਿਸੇ ਪਬਲਿਕ ਸਰਵੈਂਟ ਨੇ ਪਕੜ ਕੇ ਰੱਖਣ ਦੇ ਲਈ ਲਾਫੁਲੀ ਜਿਹਦੇ ਕੋਲ ਪਾਵਰ ਸੀਗੀ ਉਸ ਨੂੰ ਕਿਹਾ ਵੀ ਪਕੜ ਕੇ ਰੱਖੋ, ਪਕੜ ਕੇ ਰੱਖਣ ਦਾ ਉਹਨੂੰ ਆਰਡਰ ਕੀਤਾ ਹੋਇਆ ਕਿਸੇ ਪਬਲਿਕ ਆਫੀਸਰ ਨੇ, ਠੀਕ ਹੈ, ਉਹ ਉਹਦੇ ਵਿੱਚੋਂ ਦੌੜ ਜਾਂਦਾ ਹੈ। ਇਹਨਾਂ ਦੋਨੋਂ ਹੀ ਗੱਲਾਂ ਦਾ ਉਸ ਵਿਅਕਤੀ ਨੂੰ ਪਤਾ ਹੈ, ਫਿਰ ਵੀ ਜਾਣਦੇ ਹੋਏ ਜਾਣਬੁੱਝ ਕੇ ਉਹ ਵਿਅਕਤੀ ਜਿਹੜਾ ਹੈਗਾ ਉਸ ਅਫੈਂਡਰ ਨੂੰ ਹਾਰਬਰਿੰਗ ਕਰਦਾ ਹੈ, ਪਨਾਹ ਦਿੰਦਾ ਹੈ, ਸ਼ਰਨ ਦਿੰਦਾ ਹੈ, ਠੀਕ ਹੈ, ਕੰਸੀਲ ਕਰਦਾ ਹੈ, ਛੁਪਾਉਂਦਾ ਉਸ ਵਿਅਕਤੀ ਨੂੰ that person with the intention of preventing him from the apprehended ਵੀ ਦੁਬਾਰਾ ਨੂੰ ਕਿਤੇ ਪਕੜ ਨਾ ਲਵੇ, ਕੋਈ ਪੁਲਿਸ ਵਾਲੇ ਪਕੜ ਨਾ ਲੈਣ, ਠੀਕ ਹੈ, ਅਜਿਹੇ ਕੇਸ ਦੇ ਵਿੱਚ ਕੀ ਹੋਏਗਾ shall be punished in the manner following that to say ਤਾਂ ਇਸ ਕੇਸ ਜਿਹੜਾ ਹੈਗਾ ਉਹ ਵਿਅਕਤੀ ਜਿਹੜਾ ਹਾਰਬਰਿੰਗ ਕਰਦਾ ਹੈ ਐਸੇ ਅਫੈਂਡਰ ਦੀ, ਐਸੇ ਐਸਕੇਪ ਹੋਏ ਵਿਅਕਤੀ ਦੀ, ਭੱਜ ਕੇ ਜਿਹੜਾ ਪਕੜੇ ਹੋਏ ਪੁਲਿਸ ਦੀ ਪਕੜ ਚੋਂ ਨਿਕਲ ਕੇ ਚਲਾ ਗਿਆ, ਉਸ ਕੇਸ ਦੇ ਵਿੱਚ ਸਜ਼ਾ ਕਿੰਨੀ ਹੋਏਗੀ? ਸਜ਼ਾ ਦੇ ਉਹੀ 2-3 ਤਰੀਕੇ ਹੈਗੇ। ਜੇ ਤਾਂ ਉਹ ਜਿਹੜਾ ਅਫੈਂਡਰ ਹੈਗਾ ਉਹਨੂੰ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੋਵੇ, ਉਹਨੇ ਕੋਈ ਐਸਾ ਜ਼ੁਲਮ ਕੀਤਾ ਹੋਵੇ ਉਹਨੂੰ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੋਵੇ, ਤਾਂ ਜਿਹੜਾ ਇਹ ਪਨਾਹ ਦੇਣ ਵਾਲਾ ਵਿਅਕਤੀ ਹੈ ਇਹਨੂੰ 7 ਸਾਲ ਦੀ ਸਜ਼ਾ ਹੋਏਗੀ। ਜੇਕਰ ਜਿਹੜਾ ਮੁਜਰਮ ਹੈਗਾ ਉਹਨੂੰ ਉਮਰ ਕੈਦ ਹੋ ਸਕਦੀ ਹੋਵੇ ਜਦ ਸਜ਼ਾ ਹੋ ਸਕਦੀ ਹੋਵੇ ਕਿ ਨਹੀਂ 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੋਵੇ, ਠੀਕ ਹੈ, ਤਾਂ ਜਿਹੜਾ ਪਨਾਹ ਦੇਣ ਵਾਲਾ ਵਿਅਕਤੀ ਹੈਗਾ ਤਾਂ ਉਹਨੂੰ ਸਜ਼ਾ ਹੋ ਸਕਦੀ ਹੈ 3 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ, ਵਿਦ ਔਰ ਵਿਦਆਊਟ ਫਾਈਨ, ਜੁਰਮਾਨਾ ਵੀ ਨਾਲ ਕੀਤਾ ਜਾ ਸਕਦਾ ਹੈ। ਜੇਕਰ offense ਕਰਨ ਵਾਲਾ ਜਿਹੜਾ ਵਿਅਕਤੀ ਹੈ offense is punishable with imprisonment which may extend to 1 year and not the 10 year, ਮਤਲਬ 1 ਸਾਲ ਤੋਂ 10 ਸਾਲ ਦੇ ਵਿਚਕਾਰ ਸਜ਼ਾ ਹੋ ਸਕਦੀ ਹੋਵੇ ਉਸਨੂੰ, offender ਨੂੰ ਜਿਹਨੇ ਜੁਰਮ ਕੀਤਾ ਹੈ, ਉਸ offender ਨੂੰ ਜਿਸਨੇ ਜੁਰਮ ਕੀਤਾ ਹੈ 1 ਸਾਲ ਤੋਂ ਲੈ ਕੇ 10 ਸਾਲ ਦੇ ਵਿਚਕਾਰ ਸਜ਼ਾ ਹੁੰਦੀ ਹੋਵੇ, ਤਾਂ ਜਿਹੜਾ ਬੰਦਾ ਪਨਾਹ ਦੇਣ ਵਾਲਾ ਵਿਅਕਤੀ ਹੈਗਾ ਤਾਂ ਉਸਨੂੰ ਜਿੰਨੀ ਸਜ਼ਾ offender ਨੂੰ ਹੋ ਸਕਦੀ ਹੈ ਤਾਂ ਉਹਦਾ ਚੌਥਾ ਹਿੱਸਾ ਸਜ਼ਾ ਉਸ ਜਿਸ ਬੰਦੇ ਨੇ ਪਨਾਹ ਦਿੱਤੀ ਹੈ ਉਸ ਨੂੰ ਚੌਥੇ ਹਿੱਸੇ ਦੀ ਸਜ਼ਾ ਕੀਤੀ ਜਾ ਸਕਦੀ ਹੈ। ਇੱਥੇ ਅੱਗੇ ਫਿਰ ਐਕਸੈਪਸ਼ਨ ਦਿੱਤੀ ਹੈ ਅਜਿਹੇ ਕੇਸਾਂ ਦੇ ਵਿੱਚ ਪਨਾਹ ਦੇਣ ਦੀ ਜਿੱਥੇ ਗੱਲ ਕਰ ਰਹੇ ਹਾਂ ਅਸੀਂ, ਠੀਕ ਹੈ, ਇੱਥੇ ਵੀ ਉਹ ਜਿਹੜਾ ਹਸਬੈਂਡ ਵਾਈਫ ਹੈਗਾ ਉਹ ਪਨਾਹ ਇੱਕ ਦੂਜੇ ਨੂੰ ਦੇ ਸਕਦੇ ਨੇ, ਉਹਨਾਂ ਦੇ ਉੱਪਰ ਇਹ ਜਿਹੜੀ ਧਾਰਾ ਨਹੀਂ ਲੱਗੇਗੀ।
सेक्शन 216A पेनल्टी फॉर हार्बरिंग रॉबर्स और डिकॉयट्स। पेनल्टी फॉर हार्बरिंग रॉबर्स और डिकॉयट, कोई रॉबर हैगा जिन्हें रॉबरी कमिट की है, ਜਾਂ ਕੋਈ ਡਕੈਤ ਹੈਗਾ ਜਿਹਨੇ ਡਕੈਤੀ ਕਮਿਟ ਕੀਤੀ ਹੈਗੀ ਹੈ। ਅਜੇ ਕਿਸ ਤਰ੍ਹਾਂ ਵਿੱਚ ਕੋਈ ਜਿਹੜਾ ਵਿਅਕਤੀ ਹੈਗਾ ਉਹ ਹਾਰਬਰਿੰਗ ਕਰਦਾ ਹੈ, ਠੀਕ ਹੈ, ਉਹਨਾਂ ਨੂੰ ਪਨਾਹ ਦਿੰਦਾ ਹੈ। ਕਮਿਟਡ ਰੋਬਰੀ ਔਰ ਡਕੈਤੀ, ਹਾਰਬਰਿੰਗ them or any of them with the attention, ਕਾਹਦੇ ਲਈ? ਫੈਸਿਲਿਟੇਟ ਕਰਨ ਦੇ ਲਈ, ਤਾਂ ਕਿ ਜਿਹੜਾ ਕਮਿਸ਼ਨ ਹੈ ਉਹਨਾਂ ਦਾ ਹੈਗਾ ਰੋਬਰੀ ਦਾ, ਡਕੈਤੀ ਦਾ, ਤੇ ਕਿ ਉਹ ਡਿਕਲੇਅਰ ਨਾ ਹੋ ਜਾਵੇ, ਡਿਸਕਲੋਜ਼ ਨਾ ਹੋ ਜਾਵੇ, ਸਕਰੀਨਿੰਗ ਕਰਦਾ ਉਹਨੂੰ ਛੁਪਾਉਂਦਾ ਹੈ, ਠੀਕ ਹੈ, ਤਾਂ ਕਿ ਉਹਨੂੰ ਸਜ਼ਾ ਨਾ ਹੋ ਜਾਵੇ। ਅਜਿਹੇ ਕੇਸ ਦੇ ਵਿੱਚ ਜਿੱਥੇ ਡਕੈਤੀ ਹੋਵੇ ਜਾਂ ਰੋਬਰੀ ਹੋਵੇ, ਅਜਿਹੇ ਕੇਸਾਂ ਦੇ ਵਿੱਚ ਜਿਹੜੀ ਸਜ਼ਾ ਹੋਈ ਹੈ ਉਸ ਬੰਦੇ ਨੂੰ ਜੋ ਅਪਰਾਧ ਹੁੰਦਾ ਹੈ ਉਸ ਨੂੰ 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਜਾਂ ਫਾਈਨ ਵੀ ਹੋ ਸਕਦਾ ਹੈ, ਜਾਂ ਫਿਰ ਉਸ ਨੂੰ the punishment shall be punished with rigorous imprisonment for a term which may extend to 7 years। 7 ਸਾਲ ਤੱਕ ਦੀ ਜਿਹੜੀ ਸਖਤ ਸਜ਼ਾ ਕੀਤੀ ਜਾ ਸਕਦੀ ਹੈ। ਡਕੈਤ ਨੂੰ ਛੁਪਾਵੇ ਕੋਈ ਵਿਅਕਤੀ ਜਾਂ ਕੋਈ ਰੋਬਰੀ ਨੂੰ, ਠੀਕ ਹੈ, ਰੋਬਰੀ ਕਮਿਟ ਕਰਨ ਵਾਲੇ ਵਿਅਕਤੀ ਨੂੰ, ਅਫੈਂਡਰ ਨੂੰ ਛੁਪਾਵੇ, ਤਾਂ ਉਸ ਕੇਸ ਦੇ ਵਿੱਚ 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ, ਸਖਤ ਸਜ਼ਾ ਹੋ ਸਕਦੀ ਹੈ, ਤੇ ਫਾਈਨ ਵੀ ਨਾ ਕੀਤਾ ਜਾ ਸਕਦਾ ਹੈਗਾ। ਇਹਨਾਂ ਕੇਸਾਂ ਦੇ ਵਿੱਚ ਐਕਸੈਪਸ਼ਨ ਦਿੱਤੀ ਹੈ ਫਿਰ, this provision does not extend to the case in which the harbour is by the husband or wife। ਜੇ ਕੋਈ ਐਸਾ ਡਕੈਤੀ ਜਿਹਨੇ ਕਮਿਟ ਕੀਤੀ ਹੈ, ਠੀਕ ਹੈ, ਜਾਂ ਰੋਬਰੀ ਕਮਿਟ ਕੀਤੀ ਹੈ, ਜੋ ਉਸ ਅਫੈਂਡਰ ਦੀ ਜਿਹੜੀ ਵਾਈਫ ਹੈ ਉਹਨੂੰ ਛੁਪਾ ਲੈਂਦੀ ਹੈ, ਠੀਕ ਹੈ, ਤਾਂ ਉਹਦੇ ਤੇ ਵਾਈਫ ਦੇ ਖਿਲਾਫ ਜਿਹੜਾ ਇਹ ਜੁਰਮ ਹੈ ਨਹੀਂ ਲੱਗੇਗਾ। ਜੇ ਇਸ ਤਰੀਕੇ ਵਾਈਫ ਨੇ ਕੋਈ ਅਫੈਂਸ ਕਮਿਟ ਕੀਤਾ ਹੈ, ਉਹਦਾ ਹਸਬੈਂਡ ਉਸ ਨੂੰ ਛੁਪਾ ਲੈਂਦਾ, ਉਹਨੂੰ ਪਨਾਹ ਦਿੰਦਾ ਹੈਗਾ, ਠੀਕ ਹੈ, ਤਾਂ ਹਸਬੈਂਡ ਦੇ ਖਿਲਾਫ ਵੀ ਜਿਹੜੇ ਇਹ ਸੈਕਸ਼ਨ ਹੈਗੇ ਨੇ, ਇਹ ਸੈਕਸ਼ਨ 216 ਦੇ ਇਹਦੇ ਖਿਲਾਫ ਜਿਹੜੀ ਕਾਰਵਾਈ ਹੈਗੀ ਹੈ ਉਹਨੂੰ ਵੀ ਸਜ਼ਾ ਨਹੀਂ ਮਿਲ ਸਕਦੀ। ਸੈਕਸ਼ਨ 217 ਪਬਲਿਕ ਸਰਵੈਂਟ disobeying the directions of the law with intent to save person from the punishment or property from the forfeiture। ਜੋ ਕੋਈ ਸਰਕਾਰੀ ਪਬਲਿਕ ਸਰਵੈਂਟ ਹੈਗਾ ਉਹ ਡਾਇਰੈਕਸ਼ਨਸ, ਲਾਅ ਦੀਆਂ ਜਿਹੜੀਆਂ ਡਾਇਰੈਕਸ਼ਨਸ ਹੈਗੀਆਂ ਨੇ ਉਹਨੂੰ ਡਿਸਓਬੇ ਕਰਦਾ ਹੈ, ਉਹਨੂੰ ਮੰਨਦਾ ਨਹੀਂ ਹੈਗਾ, ਠੀਕ ਹੈ, ਕਾਹਦੇ ਲਈ? with the intent to save person from the punishment, ਕਿਸੇ ਵਿਅਕਤੀ ਨੂੰ ਪਨਿਸ਼ਮੈਂਟ ਤੋਂ ਬਚਾਉਣ ਦੀ ਖਾਤਰ ਸਰਕਾਰੀ ਜਿਹੜੀਆਂ ਕਾਨੂੰਨ ਦੇ ਮੁਤਾਬਕ ਕਾਰਵਾਈ ਨਹੀਂ ਕਰਦਾ ਹੈਗਾ, ਡਿਸਓਬੇ ਕਰਦਾ ਕਾਨੂੰਨ ਦੀ, ਜਾਂ ਫਿਰ ਪ੍ਰਾਪਰਟੀ ਨੂੰ ਫਾਰਫੀਚਰ ਹੋਣ ਤੋਂ ਬਚਾਉਣ ਦੀ ਖਾਤਰ, ਪ੍ਰਾਪਰਟੀ ਉਹਦੀ ਕੋਈ ਜਾਇਦਾਦ ਹੈਗੀ ਹੈ ਉਹਨੂੰ ਜ਼ਬਤ ਹੋਣ ਤੋਂ ਬਚਾਉਣ ਦੀ ਖਾਤਰ, ਠੀਕ ਹੈ, ਕੋਈ ਜਿਹੜੀਆਂ ਸਰਕਾਰ ਜਿਹੜੀਆਂ ਡਾਇਰੈਕਸ਼ਨਸ ਨੇ ਲਾਅ ਦੀਆਂ ਉਹਨੂੰ ਡਿਸਓਬੇ ਕਰਦਾ ਹੈ, ਨਹੀਂ ਮੰਨਦਾ ਹੈਗਾ। intending thereby to save or knowing it to be likely that he will thereby save any person from the legal punishment, ਤਾਂ ਕਿ ਜਿਹੜਾ ਵਿਅਕਤੀ ਹੈਗਾ ਉਸ ਨੂੰ ਲੀਗਲ ਪਨਿਸ਼ਮੈਂਟ ਤੋਂ ਬਚਾਇਆ ਜਾ ਸਕੇ ਜਾਂ ਉਹਦੀ ਪ੍ਰਾਪਰਟੀ ਨੂੰ ਫਾਰਫਿਟ ਹੋਣ ਤੋਂ ਬਚਾਇਆ ਜਾ ਸਕੇ, ਠੀਕ ਹੈ। ਅਜਿਹੇ ਕੇਸ ਦੇ ਵਿੱਚ ਕੀ ਹੋਏਗਾ? shall be punished with imprisonment, 2 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਉਸ ਵਿਅਕਤੀ ਨੂੰ, ਪਬਲਿਕ ਸਰਵੈਂਟ ਨੂੰ, ਜਿਹੜਾ ਆਪਣੀਆਂ ਕਾਨੂੰਨ ਦੇ ਮੁਤਾਬਕ ਕਾਰਵਾਈ ਨਹੀਂ ਕਰਦਾ ਕਿਸੇ ਹੋਰ ਬੰਦੇ ਨੂੰ ਬਚਾਉਣ ਦੀ ਖਾਤਰ, ਠੀਕ ਹੈ, ਤਾਂ ਕਿ ਉਹਨੂੰ ਸਜ਼ਾ ਨਾ ਹੋ ਜਾਵੇ ਤੇ ਉਹਦੀ ਪ੍ਰਾਪਰਟੀ ਜ਼ਬਤ ਨਾ ਹੋ ਜਾਵੇ। ਅਜਿਹੇ ਕੇਸਾਂ ਦੇ ਵਿੱਚ ਜਿਹੜਾ ਪਬਲਿਕ ਸਰਵੈਂਟ ਹੈ ਆਪਣੀ ਡਿਊਟੀ ਪੂਰਾ ਤਰੀਕੇ ਨਾਲ ਨਹੀਂ ਨਿਭਾਉਂਦਾ ਹੈਗਾ ਤਾਂ ਉਸ ਨੂੰ ਸਜ਼ਾ 2 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈਗੀ ਹੈ। ਸੈਕਸ਼ਨ 217। ਸੈਕਸ਼ਨ 218 ਚ ਕੀ ਹੈ? ਪਬਲਿਕ ਸਰਵੈਂਟ ਫਰੇਮਿੰਗ ਇਨਕਰੈਕਟ ਰਿਕਾਰਡ ਔਰ ਰਾਈਟਿੰਗ ਵਿਦ ਇੰਟੈਂਟ ਟੂ ਸੇਵ ਪਰਸਨ ਫਰੋਮ ਪਨਿਸ਼ਮੈਂਟ ਔਰ ਪ੍ਰਾਪਰਟੀ ਫਰੋਮ ਦਾ ਫੋਰਫੀਚਰ। ਉੱਪਰ ਤਾਂ ਗੱਲ ਕੀਤੀ ਕਿ 217 ਸੈਕਸ਼ਨ ਦੇ ਵਿੱਚ ਵੀ ਉਹ ਜਿਹੜਾ ਵਿਅਕਤੀ ਹੈ ਉਹ ਜਿਹੜੀ ਕਾਨੂੰਨ ਦੇ ਮੁਤਾਬਕ ਕਾਰਵਾਈ ਨਹੀਂ ਕਰਦਾ ਹੈਗਾ, ਠੀਕ ਹੈ ਜੀ, ਡਿਸਓਬੇ ਕਰਦਾ ਹੈਗਾ ਡਾਇਰੈਕਸ਼ਨਸ ਨੂੰ, ਲਾਅ ਦੀਆਂ ਜੋ ਡਾਇਰੈਕਸ਼ਨ ਨੇ ਉਹਨੂੰ ਡਿਸਓਬੇ ਕਰਦਾ ਹੈਗਾ। ਇੱਥੇ 218 ਚ ਕੀ ਹੈਗਾ? ਪਬਲਿਕ ਸਰਵੈਂਟ ਫਰੇਮਿੰਗ ਇਨਕਰੈਕਟ ਰਿਕਾਰਡ, ਕੋਈ ਗਲਤ ਤਰੀਕੇ ਦੇ ਨਾਲ ਜਿਹੜਾ ਰਿਕਾਰਡ ਹੈ ਤਿਆਰ ਕਰ ਲੈਂਦਾ ਹੈ, ਕੋਈ ਝੂਠੀਆਂ, ਠੀਕ ਹੈ, ਕੋਈ ਝੂਠੇ ਰਿਕਾਰਡ ਤਿਆਰ ਕਰ ਲੈਂਦਾ ਹੈ ਤੇ ਕੋਈ ਫੋਟੋ ਸਟੇਟਾਂ ਗਲਤ ਰੱਖ ਕੇ ਗਲਤ ਤਰੀਕੇ ਨਾਲ ਤਿਆਰ ਕਰ ਲੈਂਦਾ, ਕੋਈ ਵਿੱਚੋਂ ਲੈਣਾ ਛਪਾ ਲੈਂਦਾ ਹੈ, ਠੀਕ ਹੈ। ਰਾਈਟਿੰਗ ਵਿਦ ਇੰਟੈਂਟ ਰਿਕਾਰਡ ਔਰ ਰਾਈਟਿੰਗ, ਕੋਈ ਐਸਾ ਮਤਲਬ ਕਿ ਸਟੇਟਮੈਂਟ ਗਲਤ ਬਣਾ ਲੈਂਦਾ ਹੈਗਾ, ਰਿਕਾਰਡ ਗਲਤ ਤਰੀਕੇ ਨਾਲ ਤਿਆਰ ਕਰ ਲੈਂਦਾ ਹੈ, ਕਾਹਦੇ ਖਾਤਰ? ਕਿਸੇ ਹੋਰ ਵਿਅਕਤੀ ਨੂੰ, ਉਹਨੂੰ, ਤਾਂ ਕਿ ਉਹਨੂੰ ਪਨਿਸ਼ਮੈਂਟ ਨਾ ਹੋ ਜਾਵੇ, ਕੋਈ ਸਜ਼ਾ ਨਾ ਹੋ ਜਾਵੇ ਜਾਂ ਉਹਦੀ ਜਿਹੜੀ ਪ੍ਰਾਪਰਟੀ ਜ਼ਬਤ ਨਾ ਹੋ ਜਾਵੇ। ਪਬਲਿਕ ਸਰਵੈਂਟ ਦੀ ਗੱਲ ਕਰਦੇ ਹਾਂ, ਇੱਥੇ ਪਬਲਿਕ ਸਰਵੈਂਟ ਹੈ ਉਹ ਦੋਸ਼ ਕਰ ਰਿਹਾ ਹੈ, ਠੀਕ ਹੈ, ਕਿਸੇ ਵਿਅਕਤੀ ਨੂੰ ਬਚਾਉਣ ਦੀ ਖਾਤਰ ਉਹ ਗਲਤ ਜਿਹੜੀ ਹੈਗੀ ਹੈ ਐਵੀਡੈਂਸ ਕ੍ਰੀਏਟ ਕਰ ਰਿਹਾ, ਤਿਆਰ ਕਰ ਰਿਹਾ ਹੈਗਾ, ਰਿਕਾਰਡ ਫਰੇਮ ਕਰ ਰਿਹਾ ਹੈ,
ਜਾਣਬੁੱਝ ਕੇ ਵੀ ਹਾਂ ਮੈਂ ਗਲਤ ਕਰ ਰਿਹਾ, ਪਤਾ ਉਸਨੂੰ ਸਾਰੀ ਗੱਲ ਦਾ, ਲਾਸ ਔਰ ਇੰਜਰੀ ਟੂ ਦਾ ਪਬਲਿਕ ਔਰ ਟੂ ਐਨੀ ਪਰਸਨ, ਕਿਸੇ ਦੂਜੇ ਵਿਅਕਤੀ ਨੂੰ ਲਾਸ ਕਰਨ ਦੀ ਖਾਤਰ ਜਾਂ ਕਿਸੇ ਜਨਤਾ ਨੂੰ ਲਾਸ ਕਰਨ ਦੀ ਖਾਤਰ, ਕਿਸੇ ਇੱਕ ਨੂੰ ਫਾਇਦਾ ਪਹੁੰਚਾਉਣ ਦੀ ਖਾਤਰ, ਔਰ ਵਿਦ ਦ ਇੰਟੈਂਟ thereby to save or knowing it to be likely that he will thereby save any person from the legal punishment, ਤਾਂ ਕਿ ਉਸ ਵਿਅਕਤੀ ਨੂੰ ਜਿਹੜੀ punishment ਨਾ ਹੋ ਜਾਵੇ। ਜਿਸ ਵਿਅਕਤੀ ਦੇ ਖਾਤਰ ਉਹ ਰਿਕਾਰਡ ਫਰੇਮ ਕਰ ਰਿਹਾ ਹੈਗਾ ਉਹਨੂੰ ਬਚਾਉਣ ਦੀ ਖਾਤਰ ਤੇ ਕਿਸੇ ਹੋਰ ਵਿਅਕਤੀ ਨੂੰ ਨੁਕਸਾਨ ਪਹੁੰਚਾਉਣ ਦੀ ਖਾਤਰ ਕੋਈ ਇੱਦਾਂ ਦਾ ਜਿਹੜਾ ਗਲਤ ਰਿਕਾਰਡ ਹੈ, ਇਨਕਰੈਕਟ ਰਿਕਾਰਡ ਤਿਆਰ ਕਰ ਰਿਹਾ ਹੈਗਾ, ਇਹ ਕੇਸ ਦੇ ਵਿੱਚ ਜਿਹੜਾ ਹੈਗਾ ਉਸ ਨੂੰ ਸਜ਼ਾ ਕਿੰਨੀ ਹੋ ਸਕਦੀ ਹੈ? ਹੁਣ 3 ਸਾਲ ਤੱਕ ਦੀ, ਜਿਹੜਾ ਸਰਕਾਰੀ ਆਫੀਸਰ ਹੈਗਾ, ਸਰਕਾਰੀ ਮੁਲਾਜ਼ਮ ਹੈਗਾ, 3 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ, ਵਿਦ ਫਾਈਨ ਵੀ ਹੋ ਸਕਦਾ ਹੈ, ਦੋਨੋਂ ਵੀ ਹੋ ਸਕਦੇ ਨੇ। ਸੈਕਸ਼ਨ 219 ਚ ਕੀ ਹੈ? ਪਬਲਿਕ ਸਰਵੈਂਟ ਇਨ ਜੁਡੀਸ਼ੀਅਲ ਪ੍ਰੋਸੀਡਿੰਗ ਕਰਪਟਲੀ ਮੇਕਿੰਗ ਰਿਪੋਰਟ ਐਟਸੈਟਰਾ ਕੰਟਰੇਰੀ ਟੂ ਲਾ। ਜੁਡੀਸ਼ੀਅਲ ਪ੍ਰੋਸੀਡਿੰਗ ਦੇ ਵਿੱਚ ਕੋਈ ਪਬਲਿਕ ਸਰਵੈਂਟ ਹੈ, ਕਰਪਟ ਤਰੀਕੇ ਦੇ ਨਾਲ, ਗਲਤ ਤਰੀਕੇ ਦੇ ਨਾਲ ਮੇਕਿੰਗ ਰਿਪੋਰਟ, ਕੋਈ ਗਲਤ ਰਿਪੋਰਟ ਪੇਸ਼ ਕਰਦਾ ਹੈ, ਠੀਕ ਹੈ, ਜਾਂ ਕੰਟਰੇਰੀ ਟੂ ਲਾ ਦੇ ਅਗੇਂਸਟ ਕੋਈ ਗਲਤ ਰਿਪੋਰਟ ਪੇਸ਼ ਕਰਦਾ ਹੈ, ਤਾਂ ਅਜਿਹੇ ਕੇਸ ਦੇ ਵਿੱਚ whoever being a public servant corruptly or maliciously makes or pronounces in any stage ਜੁਡੀਸ਼ੀਅਲ ਪ੍ਰੋਸੀਡਿੰਗ ਦੇ ਵਿੱਚ ਕੋਈ ਗਲਤ ਤਰੀਕੇ ਨਾਲ ਗਲਤ ਰਿਪੋਰਟ ਪੇਸ਼ ਕਰਦਾ ਹੈਗਾ, ਝੂਠੀ ਰਿਪੋਰਟ ਪੇਸ਼ ਕਰਦਾ ਹੈ, ਜਾਣਬੁੱਝ ਕੇ ਕਰਦਾ ਹੈ, ਪਤਾ ਹੋਣ ਉਹਦੇ ਬਾਵਜੂਦ ਕਰਦਾ ਹੈ, ਤਾਂ ਅਜਿਹੇ ਕੇਸ ਦੇ ਵਿੱਚ ਜਿਹੜੀ ਹੈਗੀ ਹੈ ਇਹ ਸਜ਼ਾ ਉਸ ਨੂੰ ਹੋ ਸਕਦੀ ਹੈ, ਪਬਲਿਕ ਸਰਵੈਂਟ ਨੂੰ 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਜਾਂ ਫਾਈਨ ਹੋ ਸਕਦਾ ਹੈ। ਕਿਉਂਕਿ ਪਹਿਲੇ ਤਰੀਕੇ 'ਚ ਅਸੀਂ ਗੱਲ ਕੀਤੀ ਸੀਗੀ ਵੀ ਓਮਿਸ਼ਨ ਕਰਦਾ ਹੈ, ਆਪਣੇ ਲਾਅ ਨੂੰ ਡਿਸਓਬੇ ਕਰਦਾ ਹੈ, ਲਾਅ ਦੀ ਪਾਲਣਾ ਨਹੀਂ ਕਰਦਾ ਹੈਗਾ। ਦੂਜੇ ਕੇਸ ਅਸੀਂ ਗੱਲ ਕੀਤੀ ਸੀ ਮਤਲਬ ਕਿ ਗਲਤ ਤਰੀਕੇ ਦੇ ਨਾਲ ਜਿਹੜੀ ਰਿਕਾਰਡ ਤਿਆਰ ਕਰ ਲੈਂਦਾ ਹੈਗਾ, ਝੂਠਾ ਰਿਕਾਰਡ ਤਿਆਰ ਕਰ ਲੈਂਦਾ ਹੈ। ਹੁਣ ਜਿਹੜਾ ਹੈਗਾ ਇੱਥੇ ਜੁਡੀਸ਼ੀਅਲ ਕੋਰਟ ਦੇ ਵਿੱਚ ਜਾ ਕੇ ਗਲਤ ਗਵਾਹੀ ਦਿੰਦਾ ਹੈ, ਕਰਪਟਲੀ ਮੇਕਿੰਗ ਰਿਪੋਰਟ, ਕੋਈ ਗਲਤ ਰਿਪੋਰਟ ਦਿੰਦਾ ਹੈ, ਕੋਈ ਗਲਤ ਗਵਾਹੀ ਦਿੰਦਾ ਹੈ ਜਿਹੜੀ ਲਾਅ ਦੇ ਖਿਲਾਫ ਹੈਗੀ ਹੈ, ਇਸ ਕੇਸ 'ਚ ਸਜ਼ਾ ਜ਼ਿਆਦਾ ਹੋ ਸਕਦੀ ਹੈ। ਇਸ ਕੇਸ ਦੇ ਵਿੱਚ 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਪਬਲਿਕ ਸਰਵੈਂਟ ਨੂੰ। ਨੈਕਸਟ ਹੈ ਸੈਕਸ਼ਨ 220 ਕਮਿਟਮੈਂਟ ਫॉर ट्रायल or confinement by person having authority who knows that he is acting contrary to law. Commitment for trial or confinement by person having authority who knows that he is acting contrary to law. ਕੋਈ ਪੁਲਿਸ ਆਫੀਸਰ ਹੀ ਕਹ ਲਈਏ ਆਪਾਂ, ਕਮਿਟਮੈਂਟ ਫॉर ਟ੍ਰਾਇਲ, ਕਿਸੇ ਅਗੇਂਸਟ ਕੋਈ ਟ੍ਰਾਇਲ ਕਮਿਟ ਕਰਦਾ ਹੈਗਾ ਜਾਂ ਕਨਫਾਈਨਮੈਂਟ ਕਰਦਾ ਕਿਸੇ ਵਿਅਕਤੀ ਦੀ, ਕਿਸੇ ਵਿਅਕਤੀ ਨੂੰ ਅਰੈਸਟ ਕਰ ਲੈਂਦਾ ਹੈਗਾ, ਹੈਵਿੰਗ ਅਥਾਰਟੀ ਹੂ ਨੋਜ਼ ਦੈਟ ਹੀ ਇਜ਼ ਐਕਟਿੰਗ ਕੰਟਰੇਰੀ ਟੂ ਲਾ, ਉਹਨੂੰ ਪਤਾ ਹੈ ਵੀ ਮੈਂ ਗਲਤ ਪਕੜ ਰਿਹਾ, ਸੋ ਇਹ ਗਲਤ ਬੰਦਾ ਜਿਹੜਾ ਹੈਗਾ ਸਹੀ ਬੰਦੇ ਨੂੰ ਨਹੀਂ ਪਕੜ ਰਿਹਾ, ਮੈਂ ਗਲਤ ਬੰਦੇ ਨੂੰ ਪਕੜ ਰਿਹਾ, ਉਹਦੇ ਖਿਲਾਫ ਕਾਰਵਾਈ ਕਰ ਰਿਹਾ, ਠੀਕ ਹੈ, ਉਹਦੇ ਖਿਲਾਫ ਗਲਤ ਟ੍ਰਾਇਲ ਕੀਤਾ ਜਾ ਰਿਹਾ ਹੈ, ਜਦੋਂ ਗਲਤ ਅਰੈਸਟ ਕੀਤਾ ਜਾ ਰਿਹਾ ਕਿਸੇ ਵਿਅਕਤੀ ਨੂੰ, ठीक है, whoever being in any officer which gives him legal authority to commit persons for the trial, ठीक है, किसी व्यक्ति के खिलाफ गलत ट्रायल करने के लिए ਉਹਦੇ ਕੋਲ अथॉरिटी हैगी है, और to commitment or to keep persons in confinement, ਉਹਨੂੰ ਪਕੜ ਲੈਂਦਾ ਹੈ, ਅਰੈਸਟ ਕਰ ਲੈਂਦਾ ਹੈ, corruptly or maliciously commits any person for the trial, ਉਹਦੇ ਅਗੇਂਸਟ ਟ੍ਰਾਇਲ ਸਟਾਰਟ ਕਰ ਦਿੰਦਾ ਕੋਰਟ ਦੇ ਵਿੱਚ, or to confinement or keeps any person in confinement in the exercise of that authority knowing that in so doing he is acting contrary to law, ਪਤਾ ਉਹਨੂੰ ਸਾਰਾ ਕੁਝ ਵੀ ਮੈਂ ਜਾਣਬੁੱਝ ਕੇ ਗਲਤ ਕਰ ਰਿਹਾ ਹਾਂ, ਜਾਣਬੁੱਝ ਕੇ ਗਲਤ ਕਰ ਰਿਹਾ ਫਿਰ ਵੀ, ਠੀਕ ਹੈ, ਐਜੇ ਕੇਸ ਦੇ ਵਿੱਚ ਜਿਹੜਾ ਹੈਗਾ ਉਸ ਨੂੰ shall be punished with imprisonment 7 year, 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਉਸ ਵਿਅਕਤੀ ਨੂੰ ਜਿਹੜਾ ਜਾਣਬੁੱਝ ਕੇ ਜਾਣਦੇ ਹੋਏ ਕਿਸੇ ਹੋਰ ਗਲਤ ਵਿਅਕਤੀ ਨੂੰ ਪਕੜ ਕੇ ਉਹਦੇ ਖਿਲਾਫ ਟ੍ਰਾਇਲ ਚਲਾਉਂਦਾ ਹੈ, ਉਸ ਨੂੰ ਕਨਫਾਈਨਮੈਂਟ ਕਰਦਾ ਹੈ, ਉਹਨੂੰ ਅਰੈਸਟ ਕਰਦਾ ਹੈ, ਉਹਨੂੰ ਮਤਲਬ ਕਿ ਬੰਦ ਕਰਦਾ ਜੇਲ੍ਹ ਦੇ ਵਿੱਚ, ਠੀਕ ਹੈ ਜੀ, ਆਪਣੀ ਕਸਟਡੀ ਦੇ ਵਿੱਚ ਅਰੈਸਟ ਕਰਦਾ ਹੈਗਾ ਉਸ ਨੂੰ, ਤਾਂ ਅਜਿਹੇ ਵਿਅਕਤੀ ਦੇ ਖਿਲਾਫ ਜਿਹੜੀ ਹੈਗੀ ਹੈ ਸਜ਼ਾ ਉਸ ਵਿਅਕਤੀ ਨੂੰ 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਗਲਤ ਜਿਹੜਾ ਹੈਗਾ ਕਾਰਵਾਈ ਕਰਨ ਵਾਲੇ ਵਿਅਕਤੀ ਨੂੰ। ਨੈਕਸਟ ਹੈ ਸੈਕਸ਼ਨ 221 ਇੰਟੈਂਸ਼ਨਲ ਓਮਿਸ਼ਨ। टाइम हो गया जी।
ਅਸੀਂ ਸੈਕਸ਼ਨ 220 ਤੱਕ ਪੜ੍ਹ ਚੁੱਕੇ ਹਾਂ ਜੀ। ਬਾਕੀ ਅਸੀਂ ਅਗਲੇ ਲੈਕਚਰ 'ਚ ਪੜ੍ਹਾਂਗੇ। ਠੀਕ ਹੈ, ਅੱਜ ਦਾ ਜਿਹੜਾ ਲੈਕਚਰ ਹੈਗਾ ਇੱਥੇ ਅਸੀਂ ਬੰਦ ਕਰਾਂਗੇ। ਕੱਲ ਨੂੰ ਅਸੀਂ ਪੜ੍ਹਾਂਗੇ ਜੀ CPC, ਸਿਵਲ ਪ੍ਰੋਸੀਜਰ ਕੋਡ। ਠੀਕ ਹੈ ਜੀ, ਅੱਜ ਦਾ ਲੈਕਚਰ ਬੰਦ ਕਰਨ ਤੋਂ ਪਹਿਲਾਂ ਕਿਸੇ ਕੋਈ ਕੁਐਸਚਨ ਕਰ ਸਕਦਾ ਜੀ। ਇੱਕ ਇਸ ਤਰ੍ਹਾਂ ਡਿਮਾਰਕੇਸ਼ਨ ਦੇ ਸੰਬੰਧ ਚ ਹੈ ਕਿ ਕੇਸ ਚੱਲਦਾ ਡਿਮਾਰਕੇਸ਼ਨ ਦੋ ਪਾਰਟੀਆਂ ਦਾ ਜੀ। ਜ਼ਮੀਨ ਸੰਬੰਧੀ ਦੋ ਪਾਰਟੀਆਂ ਦਾ ਕੇਸ ਚੱਲਦਾ ਤੇ ਉਹਦੇ ਵਿੱਚ ਕਿਆ ਨਿਸ਼ਾਨਦੇਹੀ ਕੀਤੀ ਜਾ ਸਕਦੀ ਹੈ ਤੇ ਜੇ ਉਹਦੇ ਕੋਲ ਸਟੇ ਹੈਗਾ, ਦੂਜਾ ਇਹ ਹੈ ਕਿ ਜੇ ਸਟੇ ਹੈਗਾ ਤਾਂ ਕੀਤੀ ਜਾ ਸਕਦੀ। ਸਟੇ ਕਾਹਦਾ ਸਟੇ ਹੈ ਇਹਦਾ ਦੇਖਣ ਵਾਲੀ ਗੱਲ ਹੈ ਨਾ। ਸਟੇ ਕਿਸ ਚੀਜ਼ ਦਾ ਸਟੇ ਹੈ, ਕਿ ਪ੍ਰਾਪਰਟੀ ਨੂੰ ਅਲਾਈਨੇਸ਼ਨ ਦਾ ਸਟੇ ਹੈ ਜਾਂ ਪ੍ਰਾਪਰਟੀ ਕਬਜ਼ੇ ਦਾ ਸਟੇ ਹੈ, ਕੀ ਹੈਗਾ ਨਾ ਕੀ ਕੇਸ ਹੈ? ਇਹ ਹੈਗਾ ਕਿ ਕੋਈ ਵੀ ਟ੍ਰਾਂਜੈਕਸ਼ਨ ਨਾ ਕੀਤੀ ਜਾਏ, ਕੋਈ ਟ੍ਰਾਂਜੈਕਸ਼ਨ ਨਾ ਕੀਤੀ ਜਾਵੇ। ਦੇਖੋ ਜਿੱਥੇ ਕੋਰਟ ਦੀ ਇੰਟਰਫੇਰੈਂਸ ਹੈਗੀ ਹੈ, ਜੇ ਜ਼ਰੂਰਤ ਹੈ ਤਾਂ ਕੋਰਟ ਡਾਇਰੈਕਸ਼ਨ ਦੇ ਕੇ ਨਿਸ਼ਾਨਦੇਹੀ ਕਰਵਾ ਸਕਦੀ ਹੈ ਤੇ ਸਾਨੂੰ ਤਾਂ ਫਿਰ ਉੱਥੇ ਅੰਗਰੇਜ਼ੀ ਕਰਨਾ ਚਾਹੀਦਾ। ਜਿੱਥੇ ਕਿਤੇ ਕੋਰਟ ਦੇ ਅੰਦਰ ਕੋਈ ਮਾਮਲਾ ਚੱਲ ਰਿਹਾ ਹੈਗਾ ਤੇ ਕੋਰਟ ਨੇ ਸਟੇ ਕੀਤੀ ਹੋਈ ਹੈਗੀ ਹੈ, ਠੀਕ ਹੈ, ਸਾਨੂੰ ਜੇ ਕੋਈ ਕੋਰਟ ਡਾਇਰੈਕਸ਼ਨ ਦਿੰਦੀ ਹੈ ਤਾਂ ਅਸੀਂ ਡਿਮਾਰਕੇਸ਼ਨ ਕਰ ਦਿਓ, ਨਹੀਂ ਤਾਂ ਫਿਰ ਸਾਨੂੰ ਜ਼ਰੂਰਤ ਵੀ ਨਹੀਂ ਹੈਗੀ ਕਰਨ ਦੀ। ਕੇਸ ਚੱਲਦਾ ਜੀ। ਹਾਂ, ਉਹੀ ਗੱਲ ਕਰਦੇ ਆ ਨਾ, ਜਿੱਥੇ ਸਿਵਲ ਕੋਰਟ ਦਾ ਮੁਕੱਦਮਾ ਚੱਲ ਰਿਹਾ ਹੈਗਾ ਤੇ ਸਟੇ ਕੋਰਟ ਨੇ ਕੀਤੀ ਵੀ ਹੈਗੀ ਹੈ, ਫਿਰ ਸਾਨੂੰ ਕੋਈ ਜ਼ਰੂਰਤ ਵੀ ਹੈ ਉੱਥੇ ਜਾ ਕੇ ਅਸੀਂ ਦਖਲਅੰਦਾਜ਼ੀ ਕਰੀਏ। ਜੇ ਸਟੇ ਨਹੀਂ ਹੈ, ਕੇਸ ਚੱਲਦਾ ਪਾਰਟੀ ਤਾਂ ਫਿਰ ਕਿਤੇ ਜਿੱਥੇ ਤੁਹਾਨੂੰ ਕੋਈ ਸਟੇ ਨਹੀਂ ਹੈਗੀ ਫਿਰ ਤਾਂ ਤੁਸੀਂ ਕੇਸ ਚੱਲਦੇ ਜਿਹੜਾ ਕੁਝ ਵੀ ਕਰ ਸਕਦੇ ਹੋ, ਤੁਹਾਨੂੰ ਤਾਂ ਨਹੀਂ ਰੋਕਿਆ ਗਿਆ ਨਾ ਨਿਸ਼ਾਨਦੇਹੀ ਕਰਨ ਤੋਂ। ਸਰ ਬਹੁਤ ਵਧੀਆ ਤੁਸੀਂ ਪੁਆਇੰਟ ਦੱਸਿਆ। ਵਾਕਿਆ ਇੱਥੇ ਨਿਸ਼ਾਨਦੇਹੀ ਤੇ ਸਟੇ ਨਹੀਂ ਕਰਦੀਆਂ ਨਹੀਂ ਕੋਰਟਸ, ਕਦੀ ਵੀ ਦਖਲ ਤੇ ਕਰ ਸਕਦੀਆਂ। ਦੇਖੋ ਨਿਸ਼ਾਨਦੇਹੀ ਤੇ ਕਦੀ ਸਟੇ ਨਹੀਂ ਹੁੰਦਾ, ਡਿਮਾਰਕੇਸ਼ਨ ਤੇ ਕਦੀ ਸਟੇ ਨਹੀਂ। ਮੈਂ ਤੁਹਾਨੂੰ ਦੱਸਦਾ, ਜ਼ਿਆਦਾਤਰ ਜਿਹੜੀ ਕੀ ਹੈਗੀ ਹੈ ਕੋਰਟ ਪ੍ਰਜ਼ਿਊਮ ਕਰਦੀ ਹੈ ਵੀ ਕੋਈ ਵਿਅਕਤੀ ਨਿਸ਼ਾਨਦੇਹੀ ਕਰਨ ਤੋਂ ਰੋਕਦਾ ਹੈ, ਇਟ ਮੀਨਸ ਹੀ ਮੇ ਬੀ ਰੋਂਗ। ਬਿਲਕੁਲ ਠੀਕ ਹੈ ਸਰ, ਬਿਲਕੁਲ ਪੁਆਇੰਟ ਦੱਸਿਆ। ਕੋਈ ਡਿਮਾਰਕੇਸ਼ਨ ਕਰਨ ਤੋਂ ਕੋਈ ਵਿਅਕਤੀ ਰੋਕਦਾ ਹੈ ਤਾਂ ਹੀ ਮੇ ਬੀ ਰੋਂਗ। ਡਿਮਾਰਕੇਸ਼ਨ ਨਾਲ ਪਤਾ ਲੱਗਦਾ ਹੈ ਵੀ ਕੌਣ ਵਿਅਕਤੀ ਜਿਹੜਾ ਸਹੀ ਹੈਗਾ, ਕੌਣ ਵਿਅਕਤੀ ਗਲਤ ਹੈਗਾ। ਜੇ ਡਿਮਾਰਕੇਸ਼ਨ ਤੋਂ ਕੋਈ ਬੰਦਾ ਪਹਿਲੇ ਇਨੀਸ਼ੀਅਲ ਸਟੇਜ ਤੇ ਡਿਮਾਰਕੇਸ਼ਨ ਕਰਨ ਤੋਂ ਹੀ ਰੋਕਦਾ ਹੈ ਤਾਂ ਉੱਥੇ ਪ੍ਰਜ਼ਿਊਮ ਕਰ ਲਿਆ ਜਾਂਦਾ ਕੋਰਟਾਂ ਵੱਲੋਂ ਹੀ ਵੀ ਹੀ ਮੇ ਬੀ ਰੋਂਗ। ਔਰ ਕੋਰਟ, ਮੈਂ ਬਹੁਤ ਸਾਰੇ ਕੇਸ ਦੇਖੇ ਨੇ, ਉੱਥੇ ਕੋਰਟ ਕੀ ਕਹਿੰਦੀ ਹੈ, ਜੇ ਕੋਈ ਵਿਅਕਤੀ ਕੋਈ ਤੁਸੀਂ ਸਮਨ ਭੇਜ ਦਿੱਤਾ, ਦੇਖੋ ਮੈਂ ਤੁਹਾਨੂੰ ਦੱਸਾਂ, ਤੁਸੀਂ ਸਮਨ ਭੇਜਦਾ ਡਿਮਾਰਕੇਸ਼ਨ ਦਾ ਵੀ ਇੰਨੀ ਤਰੀਕ ਨੂੰ ਡਿਮਾਰਕੇਸ਼ਨ ਹੋਏਗੀ, ਦੂਜੀ ਪਾਰਟੀ ਉਹ ਸਮਨ ਲੈ ਕੇ ਕੋਰਟ ਪੇਸ਼ ਹੋ ਜਾਂਦੀ ਹੈ ਵੀ ਆ ਜੀ ਕਾਨੂੰ ਕੋ ਹਲਕਾ ਨਿਸ਼ਾਨਦੇਹੀ ਕਰ ਰਿਹਾ ਹੈਗਾ, ਇਹਨੂੰ ਰੋਕਿਆ ਜਾਵੇ ਨਿਸ਼ਾਨਦੇਹੀ ਕਰਨ ਤੋਂ। ਉੱਥੇ ਕੋਰਟ ਰੋਕਣ ਦੀ ਬਜਾਏ ਕੋਰਟ ਪਤਾ ਕੀ ਕਰਦੀ ਹੈ, ਕੋਰਟ ਐਸਾ ਆਰਡਰ ਕਰਦੀ ਹੈ, ਮੈਂ ਦੇਖਿਆ ਬਹੁਤ ਸਾਰੇ ਆਰਡਰ ਇਦਾਂ ਦੇ, ਕੋਰਟ ਉੱਥੇ ਆਰਡਰ ਕਰਦੀ ਹੈ, ਉਸ ਬੰਦੇ ਨੂੰ ਡਾਇਰੈਕਸ਼ਨ ਦੇ ਦਿੰਦੀ ਹੈ ਵੀ ਯੂ ਹੈਵ ਟੂ ਅਸਿਸਟ ਦਾ ਕਾਨੂੰ ਕੋ ਹਲਕਾ ਐਟ ਦਾ ਟਾਈਮ ਆਫ ਦਾ ਡਿਮਾਰਕੇਸ਼ਨ। ਤੁਹਾਡੇ ਬੁੱਕ ਦੇ ਵਿੱਚ ਵੀ ਪੜਿਆ, ਮੈਂ ਤਾਂ ਚੱਲਦਾ ਹੀ ਉਹਦੇ ਮੁਤਾਬਕ, ਨਹੀਂ ਤਾਂ ਪਹਿਲਾਂ ਅਸੀਂ ਹੋਰ ਹਿਸਾਬ ਨਾਲ ਕਰਦੇ ਸੀ। ਉਹਦੇ ਵਿੱਚ ਬਹੁਤ ਵਧੀਆ ਦੱਸਿਆ ਜਿਹੜਾ ਪੂਰਵ ਤਲਾਹੀ ਸੂਚਨਾ ਨਾ, ਉਹ ਮੈਂ ਤਾਂ ਸਰ ਹਰ ਡਿਮਾਰਕੇਸ਼ਨ ਦੇ ਵਿੱਚ ਭੇਜਦਾ, ਉਹਦਾ ਸੇਫ ਸਾਈਡ ਹੀ ਆ ਸਾਡੀ। ਨਹੀਂ, ਉਹ ਤਾਂ ਮੈਂਡੇਟਰੀ ਹੈ ਜੀ, ਮੈਂਡੇਟਰੀ ਹੈ। ਜਦੋਂ ਤੱਕ ਤੁਸੀਂ ਕੋਈ ਨਕਸ਼ਾ ਆੜਾ ਬਣਾਉਣਾ ਹੈ, ਠੀਕ ਹੈ, ਕੋਈ ਨਕਸ਼ਾ ਆੜਾ ਬਣਾਉਣਾ ਹੈ, ਕੋਈ ਕਿਸੇ ਵੀ ਸੰਬੰਧ ਵਿੱਚ ਤੁਸੀਂ ਕੋਈ ਕਿਸੇ ਸਾਈਟ ਤੇ ਜਾਣਾ ਹੈ, ਕਿਸੇ ਪਿੰਡ 'ਚ ਜਾਣਾ ਹੈ, ਤੇ ਉਹਦੀ ਜਿਹੜੀ ਪੂਰਵ ਜਿਹੜੀ ਇਨਫੋਰਮੇਸ਼ਨ ਹੈਗੀ ਹੈ ਉਹ ਤਾਂ ਤੁਸੀਂ ਸਮਨ ਭੇਜ ਕੇ ਹੀ ਉੱਥੇ ਪਾਰਟੀਆਂ ਨੂੰ ਇਨਫੋਰਮ ਕਰੋਗੇ, ਤਦ ਹੀ ਤੁਸੀਂ ਉੱਥੇ ਜਾਓਗੇ। ਜੇ ਤੁਸੀਂ ਬਗੈਰ ਸਮਨਿੰਗ ਤੋਂ ਜਾਂਦੇ ਹੋ, ਬਗੈਰ ਇਨਫੋਰਮੇਸ਼ਨ ਤੋਂ ਜਾਂਦੇ ਹੋ, ਤਾਂ ਉੱਥੇ ਤੁਸੀਂ ਪਹਿਲੀ ਫਾਲਟੀ ਬਣ ਜਾਂਦੇ ਹੋ। ਸਰ ਉਹਦੇ ਤਾਂ ਲੋਕੇਸ਼ਨ ਹੀ ਦਿੱਤੀ ਆ, ਆਪਾਂ ਲੋਕੇਸ਼ਨ ਆਪਾਂ ਕਿਸੇ ਨੂੰ ਅਫੈਕਟ ਦਾ ਕੀਤਾ ਹੀ ਨਹੀਂ, ਆਪਾਂ ਚੀਜ਼ ਦੱਸੀ ਹੈ ਕਿ ਇਹ ਚੀਜ਼ ਇੱਥੇ ਐਗਜ਼ਿਸਟ ਕਰਦੀ। ਮੈਂ ਤਾਂ ਤੁਹਾਨੂੰ ਪਹਿਲਾਂ ਕਹਿ ਰਿਹਾ ਵੀ ਜੇ ਕੋਈ ਬੰਦਾ ਕੋਰਟ ਦੇ ਵਿੱਚ ਜਾਂਦਾ ਤਾਂ ਕੋਰਟ ਉੱਤੇ ਉਹਨੂੰ ਉਲਟਾ ਨਿਸ਼ਾਨਦੇਹੀ ਕਰਨ ਤੋਂ ਰੋਕਣ ਦੀ ਬਜਾਏ ਉਸ ਬੰਦੇ ਨੂੰ ਡਾਇਰੈਕਸ਼ਨ ਦਿੰਦੀ ਹੈ ਕੋਰਟ ਵੀ ਯੂ ਹੈਵ ਟੂ ਅਸਿਸਟ ਦਾ ਕਾਨੂੰ ਕੋ ਐਟ ਦਾ ਡੇਟ ਫਿਕਸਡ ਬਾਈ ਦਾ ਕਾਨੂੰ ਹਲਕਾ। ਇਹ ਜਿਹੇ ਅਸੀਂ ਆਰਡਰ ਦੇਖੇ ਹੈ, ਤੁਸੀਂ ਕਾਨੂੰ ਹਲਕਾ ਨੂੰ ਜਾ ਕੇ ਇਸ ਤਰੀਕ ਨੂੰ ਨਿਸ਼ਾਨਦੇਹੀ ਦੇ ਉੱਪਰ ਜਾ ਕੇ ਹਾਜ਼ਰ ਹੋਣਾ ਹੈ, ਉਲਟਾ ਉਸਨੂੰ ਬੌਂਡ ਕਰ ਦਿੰਦੇ ਕੋਰਟਾਂ। ਡਿਮਾਰਕੇਸ਼ਨ ਤੋਂ ਹੀ ਪਤਾ ਲੱਗਦਾ ਵੀ ਹੈ ਜੀ ਕੇਸ ਚੱਲਦਾ ਜੀ, ਤੁਸੀਂ ਕਰੋ। ਨਹੀਂ, ਕੇਸ ਚੱਲਦੇ ਵਿੱਚ ਤੁਸੀਂ ਡਿਮਾਰਕੇਸ਼ਨ ਕਰਨ ਤਾਂ ਨਹੀਂ ਤੁਸੀਂ ਤੁਹਾਨੂੰ ਕੋਈ ਰੋਕ ਸਕਦਾ ਹੈਗਾ ਜੀ, ਠੀਕ ਹੈ। ਜੇ ਕੋਈ ਪਾਰਟੀ ਰਿਜੈਕਟ ਕਰਦੀ ਹੈ ਤਾਂ ਕੋਰਟ ਤੋਂ ਸਟੇ ਲੈ ਲਵੇ ਜੀ। ਥੈਂਕ ਯੂ। ਠੀਕ ਹੈ ਜੀ, ਥੈਂਕ ਯੂ ਵੈਰੀ ਮਚ। ਕਲਾਸ ਇਜ਼ ਓਵਰ, ਥੈਂਕ ਯੂ ਵੈਰੀ ਮਚ। ਕੱਲ ਅਸੀਂ CBC ਪੜਾਂਗੇ ਜੀ। ਸ਼ੁਕਰੀਆ ਸਰ, ਸ਼ੁਕਰੀਆ, ਥੈਂਕ ਯੂ।